2015 ਦੇ ਵਿੱਚ ਮੋਗਾ ਦੇ ਵਿੱਚ ਇੱਕ ਔਰਬਿਟ ਕਾਂਡ ਵਾਪਰਿਆ ਸੀਗਾ। ਤਾਂ ਉਸ ਸਮੇਂ ਇੱਕ ਮਾਂ ਬੇਟੀ ਦੇ ਨਾਲ ਛੇੜਛਾੜ ਹੋਈ ਸੀ ਬੱਸ ਦੇ ਵਿੱਚ। ਤਾਂ ਉਹਦੇ 'ਚ ਜਦੋਂ ਉਹਨਾਂ ਨੇ ਔਰਤ ਨੇ ਮਤਲਬ ਉਹਦਾ ਵਿਰੋਧ ਕੀਤਾ ਕੰਡਕਟਰ ਦਾ, ਤਾਂ ਉਹਨਾਂ ਨੇ ਬਾਅਦ 'ਚ ਸੁੱਟਤਾ ਸੀ ਉਹਨਾਂ ਨੂੰ। ਪੁਲਿਸ ਲਗਾਤਾਰ ਬੱਸਾਂ ਵਾਲਿਆਂ ਨੂੰ ਕਿਹਾ ਵੀ ਰਹੀ ਸੀ ਕਿ ਤੁਸੀਂ ਇੱਧਰ ਦੀ ਨਾ ਜਾਓ, ਉਹਦੇ ਵਿੱਚ ਵਿਦਿਆਰਥੀਆਂ ਦਾ ਪ੍ਰੋਟੈਸਟ ਚੱਲ ਰਿਹਾ ਉੱਥੇ। ਤਾਂ ਉਸ ਸਮੇਂ ਜਿਹੜੀ ਨਿਊ ਦੀ ਬੱਸ ਸੀਗੀ, ਹਰਦੀਪ ਡਿੰਪੀ ਢਿੱਲੋਂ ਆ ਜਿਹੜਾ, ਉਹਦੀ ਉਹ ਬੱਸ ਸੀ, ਕਿਉਂਕਿ ਉਹ ਵੀ ਅਕਾਲੀਆਂ ਦਾ ਬੰਦਾ ਹੈ। ਤਾਂ ਉਹਨਾਂ ਨੇ ਕੀ ਕੀਤਾ ਵੀ ਜਦ ਕੀਤੀ ਵੀ ਅਸੀਂ ਲੰਘਾਉਣੀ ਇੱਥੋਂ ਦੀ ਆ, ਉੱਧਰੋਂ ਅਸੀਂ ਆ ਰਹੇ ਸੀ ਆਪਣਾ ਮੁਜ਼ਾਹਰਾ ਕਰਕੇ। ਤਾਂ ਉਹਦੇ 'ਚ ਫਿਰ ਅਸੀਂ ਜਦੋਂ ਬੰਦਾ ਤੁਹਾਡੇ ਤੇ ਕੋਈ ਉੱਪਰ ਚੀਜ਼ ਚੜਾਊਗਾ, ਗੁੱਸਾ ਤੇ ਹੁੰਦਾ ਹੀ ਹੈ ਨਾ, ਉਹਦੇ 'ਚ ਫਿਰ ਉਹ ਬੱਸ ਭੰਨੀ ਗਈ ਸੀ ਉਸ ਸਮੇਂ। 13 ਵਿਦਿਆਰਥੀ ਸੀਗੇ ਜਿਹੜੇ ਅਰੈਸਟ ਕੀਤੇ ਗਏ ਸੀਗੇ। ਉਹ 'ਚ 2 ਨਾਬਾਲਿਗ ਵੀ ਸੀ, ਇੱਥੋਂ ਤੱਕ ਕਿ ਇੱਕ 13 ਸਾਲ ਦਾ ਸ਼ਾਇਦ ਬੱਚਾ ਸੀ। ਇਸ ਗੱਲ ਤੇ ਸੀਗਾ ਕਿ ਉਹ ਕਹਿ ਰਹੇ ਸੀ ਕਿ ਤਾਂ ਮਾਫੀ ਮੰਗੋ ਸਾਡੇ ਤੋਂ ਕਿ ਤੁਸੀਂ ਬੱਸ ਭੰਨੀਆਂ ਸੀਗਾ, ਵੀ ਅਸੀਂ ਮਾਫੀ ਮੰਗਣੀ ਨਹੀਂ ਹੈ, ਕਿਉਂਕਿ ਅਸੀਂ ਜਿਹੜੀ ਕੀਤੀ ਹੈ ਕਿ ਤੁਹਾਡੀ ਜਿਹੜੀ ਗੁੰਡਾਗਰਦੀ ਸੀ ਅਸੀਂ ਉਹਦੇ ਖਿਲਾਫ ਕੀਤਾ ਤੇ ਇਹ ਅਸੀਂ ਕਰਾਂਗੇ। ਤਾਂ ਇਸ ਕਰਕੇ ਜਿਹੜੀ ਗੁੰਡਾਗਰਦੀ ਉਹਨਾਂ ਨੇ ਪਹਿਲਾਂ ਦਿਖਾਈ ਸੀਗੀ ਮੋਗੇ ਦੇ ਵਿੱਚ, ਤੇ ਉਹੀ ਗੁੰਡਾਗਰਦੀ ਤਾਂ ਥਾਣੇ ਜਾ ਕੇ ਵਿਖਾ ਰਹੇ ਸੀ ਕਿ ਵਿਦਿਆਰਥੀ ਨੂੰ ਇਸ ਤਰ੍ਹਾਂ ਕੁੱਟ ਰਹੇ ਸੀ। ਉਹ 'ਚ 2 ਬਜ਼ੁਰਗ ਵੀ ਸੀ। ਤਾਂ ਉਹਦੇ 'ਚ ਫਿਰ ਸਾਨੂੰ ਉਹਨਾਂ ਨੇ, ਜਦੋਂ ਅਸੀਂ ਨਾ ਮੰਨੇ ਤਾਂ ਫਿਰ ਸਾਨੂੰ ਉਹਨਾਂ ਨੇ ਜੇਲ੍ਹ 'ਚ ਭੇਜਿਆ ਸੀ। ਉਹਦੇ 'ਚ ਫਿਰ ਲਗਾਤਾਰ ਸਾਨੂੰ 3 ਮਹੀਨੇ ਜੇਲ੍ਹ 'ਚ ਲਾਉਣੇ ਪਏ। ਚਲੋ ਫਿਰ ਉਸ ਤੋਂ ਬਾਅਦ ਫਰੀਦਕੋਟ 'ਚ ਇੱਕ ਕਾਂਡ ਵਾਪਰਿਆ ਸੀ ਜੀ, ਸ਼ਰੂਤੀ ਅਗਵਾ ਕਾਂਡ। ਲੜਕੀ ਅਗਵਾ ਹੋਈ ਸੀ ਤੇ ਉਹ ਵੀ ਬਾਦਲਾ ਨਹੀਂ ਕਰਵਾਈ ਸੀ ਉਸ ਸਮੇਂ। ਤਾਂ ਉਸ ਤੋਂ ਮੈਂ ਬਾਅਦ ਡਿਸਾਈਡ ਕਰ ਲਿਆ ਵੀ ਜਾਣਾ ਨਹੀਂ, ਜੋ ਮਰਜ਼ੀ ਹੋ ਜੇ। ਫਿਰ ਉਦੋਂ ਸਾਡੇ ਪਾਸਪੋਰਟ ਬਣਨੇ ਸੀਗੇ। ਫਿਰ ਮੇਰੇ ਹੌਲੀ ਹੌਲੀ ਘਰ ਦੇ ਵਿੱਚ ਕਾਫੀ ਕਲੇਸ਼ ਪੈਣਾ ਸ਼ੁਰੂ ਹੋ ਗਿਆ। ਇੱਕ ਟਾਈਮ ਤੇ ਤਾਂ ਮੇਰੀ ਬਾਹਰਲੀ ਸਿਸਟਰ ਵੀ ਮੈਨੂੰ ਫੋਨ ਕਰਨ ਲੱਗ ਗਈ ਸੀ ਵੀ ਤੂੰ ਕਿਹੜੇ ਕੰਮਾਂ 'ਚ ਪਈ ਹੋਈ ਆ, ਛੱਡ ਦੇ ਤੂੰ, ਤੇਰੇ ਕਰਕੇ ਮੇਰਾ ਘਰ ਤੱਕ ਟੁੱਟ ਜੂਗਾ। ਇਸ ਵਕਤ ਮੇਰਾ ਸਾਰਾ ਪਰਿਵਾਰ ਕੈਨੇਡਾ 'ਚ ਆ। ਉਹਨਾਂ ਨੂੰ ਹੋ ਗਿਆ ਹੁਣ 2.5-3 ਸਾਲ ਹੋ ਗਏ ਫੋਰਨ ਗਿਆ ਨੂੰ, ਤੇ ਇਸ ਵਕਤ ਉਹ ਕੈਨੇਡਾ 'ਚ ਨੇ। ਉਹਨਾਂ ਦਾ ਕੋਈ ਮੇਰੇ ਨਾਲ ਰਾਬਤਾ ਨਹੀਂ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਪੰਜਾਬ ਸੂਰਵੀਰਾਂ ਦੀ ਧਰਤੀ ਹੈ, ਯੋਧਿਆਂ ਦੀ ਧਰਤੀ ਹੈ, ਉਹਨਾਂ ਅਣਖੀ ਸਰਦਾਰਾਂ ਦੀ ਧਰਤੀ ਹੈ, ਉਹਨਾਂ ਹੁਨਰਮੰਦ ਲੋਕਾਂ ਦੀ ਧਰਤੀ ਹੈ, ਜਿੱਥੇ ਹਰ ਕੰਮ ਬੜੀ ਬੇਬਾਕੀ ਤੇ ਦਲੇਰੀ ਦੇ ਨਾਲ ਕੀਤਾ ਜਾਂਦਾ ਹੈ। ਹਰ ਕੰਮ ਨੂੰ ਦਿਲੋਂ ਕੀਤਾ ਜਾਂਦਾ ਹੈ, ਚਾਹੇ ਉਹ ਕ੍ਰਾਂਤੀਕਾਰੀ ਹੋਵੇ, ਚਾਹੇ ਉਹ ਸੰਘਰਸ਼ ਹੋਵੇ। ਸਾਡੇ ਨਾਲ ਪੰਜਾਬ ਦੀ ਇੱਕ ਅਜਿਹੀ ਦਲੇਰ ਧੀ ਹੈ ਜਿਸ ਨੇ ਕ੍ਰਾਂਤੀਕਾਰੀ ਰਸਤਾ ਚੁਣਿਆ, ਕੈਨੇਡਾ ਦੇ ਵੀਜ਼ੇ ਨੂੰ ਠੋਕਰ ਮਾਰੀ ਔਰ ਰਾਹ ਚੁਣਿਆ ਉਹ ਜਿਹੜਾ ਸਿੱਧਾ ਇੱਕ ਪਾਸੇ ਜੇਲ੍ਹ ਨੂੰ ਜਾਂਦਾ ਸੀ ਤੇ ਦੂਜਾ ਪਾਸਾ ਲੋਕਾਂ ਦੇ ਲਈ ਸੰਘਰਸ਼ ਵਾਲੇ ਧਰਨਿਆਂ ਨੂੰ ਜਾਂਦਾ ਸੀ। ਉਸ ਧੀ ਨੇ ਕੈਨੇਡਾ ਦਾ ਵੀਜ਼ਾ ਕਿਉਂ ਠੁਕਰਾਇਆ, ਇੱਥੋਂ ਤੱਕ ਕਿ ਇਰਾਦਾ ਕਤਲ ਦਾ ਪਰਚਾ ਵੀ ਉਹਦੇ ਉੱਤੇ ਦਰਜ ਹੋਇਆ ਤੇ 90 ਦਿਨ ਜੇਲ੍ਹ ਵੀ ਕੱਟੀ। ਸਾਡੇ ਨਾਲ ਹਰਦੀਪ ਕੌਰ ਕੋਟਲਾ ਜੀ ਮੌਜੂਦ ਨੇ। ਹਰਦੀਪ ਕੌਰ ਜੀ, ਸਵਾਗਤ ਹੈ ਹਮਦਰਦ ਟੀਵੀ ਤੇ। ਸ਼ੁਕਰੀਆ ਸਰ, ਧੰਨਵਾਦ ਜੀ। ਜਿਸ ਤਰੀਕੇ ਦੇ ਨਾਲ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਪੰਜਾਬ ਯੋਧਿਆਂ ਦੀ ਧਰਤੀ ਹੈ, ਬਹੁਤ ਸਾਰੀਆਂ ਸਾਡੀਆਂ ਧੀਆਂ ਵੀ ਦਲੇਰੀ ਦੇ ਰਾਹ ਪਈਆਂ, ਸੰਘਰਸ਼ ਕੀਤੇ ਉਹਨਾਂ ਨੇ ਵੀ। ਮੈਂ ਤੁਹਾਡੀ ਜ਼ਿੰਦਗੀ ਦੇ ਬਾਰੇ ਜਾਣਨਾ ਚਾਹੂੰਗਾ, ਥੋੜ੍ਹਾ ਜਿਹਾ ਦੱਸ ਦਿਓ ਕਿੱਥੋਂ ਦੇ ਰਹਿਣ ਵਾਲੇ ਹੋ ਔਰ ਕੰਮ ਕੀ ਹੈ ਤੁਹਾਡਾ। ਮੇਰਾ ਨਾਮ ਹੈ ਜੀ ਹਰਦੀਪ ਕੌਰ ਕੋਟਲਾ। ਮੈਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਸੂਬਾ ਸੀਨੀਅਰ ਮੀਤ ਪ੍ਰਧਾਨ ਹਾਂ, ਤੇ ਇਸ ਵਕਤ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ MA ਪੋਲੀਟੀਕਲ ਸਾਇੰਸ ਫਸਟ ਈਅਰ ਕਰ ਰਹੀ ਹਾਂ ਹਜੇ। ਤੇ ਮੇਰਾ ਪਿੰਡ ਹੈਗਾ ਮੋਗਾ ਦੇ ਵਿੱਚ, ਕੋਟਲਾ ਮੇਹਰ ਸਿੰਘ ਵਾਲਾ, ਜ਼ਿਲ੍ਹਾ ਮੋਗਾ ਪੈਂਦਾ ਸਾਨੂੰ, ਤੇ ਤਹਿਸੀਲ ਸਾਡੀ ਬਾਘਾ ਪੁਰਾਣਾ ਹੈ। ਅਸੀਂ ਫੈਮਿਲੀ ਦੇ ਵਿੱਚ 6 ਭੈਣ ਭਰਾ, 5 ਭੈਣਾਂ 1 ਭਰਾ। ਫਾਦਰ ਮੇਰੇ ਵਪਾਰ ਕਰਦੇ ਸੀ, ਪਰ ਇਸ ਵਕਤ ਸਾਰੇ ਹੁਣ ਕੈਨੇਡਾ ਦੇ ਵਿੱਚ। ਅੱਛਾ, 90 ਦਿਨ ਜੇਲ੍ਹ ਕੱਟੀ, ਕਿਉਂ 90 ਦਿਨ ਜੇਲ੍ਹ ਕੱਟੀ? ਕੁੜੀ ਦੇ ਲਈ ਤੇ ਮੈਨੂੰ ਲੱਗਦਾ ਵੀ ਕਿਸੇ ਰਿਸ਼ਤੇਦਾਰ ਦੇ 5 ਦਿਨ ਕੁੜੀ ਚੱਲ ਜਾਵੇ ਤਾਂ ਪਰਿਵਾਰ ਨੂੰ ਫਿਕਰ ਹੋ ਜਾਂਦਾ ਵੀ ਸਾਡੀ ਧੀ 5 ਦਿਨ ਹੋ ਗਈ ਉੱਥੇ ਗਈ ਹੈ, ਵੀ ਉਹਨੂੰ ਲੈ ਕੇ ਆਈਏ ਵਾਪਸ ਆਪਾਂ। ਇੱਦਾਂ ਦਾ ਇੱਕ ਦਾਇਰਾ ਸਾਡੇ ਸਮਾਜ ਦੇ ਵਿੱਚ ਬਣਿਆ ਹੋਇਆ। ਤੁਸੀਂ 90 ਦਿਨ ਜੇਲ੍ਹ ਕੱਟੀ, ਸੰਘਰਸ਼ ਵੀ ਕੀਤੇ, ਉਹ ਕੀ ਕਿੱਸਾ ਸੀ ਉਦੋਂ, ਕੀ ਕਹਾਣੀ ਸੀ ਕਿ ਤੁਹਾਨੂੰ ਜੇਲ੍ਹ ਜਾਣਾ ਪੈ ਗਿਆ? ਅਸਲ ਦੇ ਵਿੱਚ 2015 ਦੇ ਵਿੱਚ ਮੋਗਾ ਦੇ ਵਿੱਚ ਇੱਕ ਔਰਬਿਟ ਕਾਂਡ ਵਾਪਰਿਆ ਸੀਗਾ। ਔਰ ਔਰਬਿਟ ਬੱਸਾਂ ਜਿਹੜੀਆਂ ਇਹ ਸੁਖਵੀਰ ਬਾਦਲ ਹੋਰਾਂ ਦੀਆਂ ਬੱਸਾਂ ਨੇ। ਤਾਂ ਉਸ ਸਮੇਂ ਇੱਕ ਮਾਂ ਬੇਟੀ ਦੇ ਨਾਲ ਛੇੜਛਾੜ ਹੋਈ ਸੀ ਬੱਸ ਦੇ ਵਿੱਚ। ਤਾਂ ਉਹਦੇ 'ਚ ਜਦੋਂ ਉਹਨਾਂ ਨੇ ਔਰਤ ਨੇ ਮਤਲਬ ਉਹਦਾ ਵਿਰੋਧ ਕੀਤਾ ਕੰਡਕਟਰ ਦਾ, ਤਾਂ ਉਹਨਾਂ ਨੇ ਬਾਅਦ 'ਚ ਸੁੱਟਤਾ ਸੀ ਉਹਨਾਂ ਨੂੰ ਧੱਕਾ ਦੇ ਕੇ। ਤਾਂ ਉਹਦੇ 'ਚ ਬੇਟੀ ਸੀ ਜਿਹੜੀ ਉਹਨਾਂ ਦੀ, ਉਹਦੀ ਡੈਥ ਹੋ ਗਈ ਸੀਗੀ, ਤੇ ਮਦਰ ਕਾਫੀ ਗੰਭੀਰ ਜ਼ਖਮੀ ਹੋ ਗਏ ਸੀ। ਤਾਂ ਫਿਰ ਉਹਦੇ 'ਚ ਅਸੀਂ ਨਾ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜਿੰਨੀਆਂ ਵੀ ਪ੍ਰਾਈਵੇਟ ਬੱਸਾਂ ਸੀਗੀਆਂ, ਤਾਂ ਫਿਰ ਅਸੀਂ ਇਹਦੇ ਖਿਲਾਫ ਪ੍ਰੋਟੈਸਟ ਕੀਤਾ। ਇੱਕ ਇਹ ਰੱਖਿਆ ਸੀਗਾ ਬਈ ਅਸੀਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ, ਖਾਸ ਕਰਕੇ ਜਿਹੜੀਆਂ ਬਾਦਲਾਂ ਦੀ, ਕਿਉਂਕਿ ਬਹੁਤ ਗਿਣਤੀ ਉਹਨਾਂ ਦੀ ਚੱਲ ਰਹੀ ਹੈ ਇਸ ਵਕਤ ਵੀ,
ਅਸੀਂ ਇਹ ਕਿਹਾ ਸੀਗਾ ਵੀ ਜਿਹੜੀ ਇੱਕ ਤਾਂ ਪ੍ਰਾਈਵੇਟ ਬੱਸਾਂ ਦੇ ਵਿੱਚ ਗੁੰਡਾਗਰਦੀ ਚੱਲ ਰਹੀ ਆ ਉਹ ਬੰਦ ਹੋਣੀ ਚਾਹੀਦੀ ਆ। ਦੂਸਰੀ ਅਸੀਂ ਇਹ ਡਿਮਾਂਡ ਰੱਖੀ ਸੀਗੀ ਕਿ ਸਾਰੀਆਂ ਬੱਸਾਂ ਦਾ ਸਰਕਾਰੀਕਰਨ ਹੋਣਾ ਚਾਹੀਦਾ ਵਾ, ਕਿਉਂਕਿ ਜੇ ਸਰਕਾਰੀ ਹੋਣੀ ਹੈ ਤਾਂ ਬਹੁਤਾ ਫਾਇਦਾ ਸਰਕਾਰ ਨੂੰ ਹੋਊਗਾ, ਕਿਉਂਕਿ ਪ੍ਰਾਈਵੇਟ ਬੱਸਾਂ 'ਚ ਬਹੁਤ ਗੁੰਡਾਗਰਦੀ ਚੱਲਦੀ ਆ। ਅਸੀਂ ਸਿਰਫ ਉਸ ਲੜਕੀ ਦੇ ਹੱਕ 'ਚ ਨਹੀਂ ਸੀ ਇਕੱਲਾ ਬੋਲੇ, ਅਸੀਂ ਪੂਰੀ ਆਲ ਓਵਰ ਜਿਹੜੀ ਵੀ ਗੁੰਡਾਗਰਦੀ ਹੁੰਦੀ, ਕਿਉਂਕਿ ਉਹਦੇ 'ਚ ਇੱਕ ਲੜਕੀ ਨਹੀਂ ਆਉਂਦੀ, ਬਹੁਤ ਸਾਰੀਆਂ ਕੁੜੀਆਂ ਨਾਲ ਹੁੰਦੀ ਆ ਬੱਸਾਂ 'ਚ ਵੀ ਛੇੜਛਾੜ, ਤਾਂ ਅਸੀਂ ਉਹਦੇ ਖਿਲਾਫ ਪ੍ਰੋਟੈਸਟ ਕੀਤਾ ਸੀਗਾ। ਉਹਦੇ ਖਿਲਾਫ ਬਕਾਇਦਾ ਅਸੀਂ ਜਦੋਂ ਪਹਿਲਾਂ ਅਨਾਉਂਸ ਵੀ ਕੀਤਾ ਵੀ ਸਾਰੇ ਪੰਜਾਬ 'ਚ ਜਿੱਥੇ ਵੀ ਬੱਸਾਂ ਹੋਣਗੀਆਂ ਅਸੀਂ ਘਿਰਾਓ ਕਰਾਂਗੇ, ਤਾਂ ਉਸ ਤੋਂ ਬਾਅਦ ਇਹਦੀਆਂ ਬਕਾਇਦਾ ਖਬਰਾਂ ਵੀ ਲੱਗੀਆਂ ਸੀਗੀਆਂ ਜਗ੍ਹਾ ਜਗ੍ਹਾ ਤੇ। ਉਸ ਦਿਨ ਤੇ ਪੁਲਿਸ ਵੀ ਲੱਗੀ ਹੋਈ ਸੀਗੀ। ਤਾਂ ਅਸੀਂ ਜਦੋਂ ਫਰੀਦਕੋਟ ਸ਼ਹਿਰ ਦੇ ਵਿੱਚ ਮੁਜ਼ਾਹਰਾ ਕਰ ਰਹੇ ਸੀਗੇ, ਉਸ ਸਮੇਂ ਬਰਜਿੰਦਰਾ ਕਾਲਜ ਫਰੀਦਕੋਟ 'ਚ ਪੜ੍ਹ ਰਹੀ ਸੀ ਮੈਂ, ਤਾਂ ਜਦੋਂ ਅਸੀਂ ਉੱਥੇ ਫਿਰ ਮੁਜ਼ਾਹਰਾ ਕੀਤਾ ਤਾਂ ਉਹਦੇ 'ਚ ਸੀਗਾ ਵੀ ਪੁਲਿਸ ਤਾਂ ਪਹਿਲਾਂ ਹੀ ਲੱਗੀ ਹੋਈ ਸੀਗੀ ਤੇ ਪੁਲਿਸ ਲਗਾਤਾਰ ਬੱਸਾਂ ਵਾਲਿਆਂ ਨੂੰ ਕਿਹਾ ਵੀ ਰਹੀ ਸੀ ਵੀ ਤੁਸੀਂ ਇੱਧਰ ਦੀ ਨਾ ਜਾਓ, ਉਹਦੇ ਵਿੱਚ ਵਿਦਿਆਰਥੀਆਂ ਦਾ ਪ੍ਰੋਟੈਸਟ ਚੱਲ ਰਿਹਾ ਉੱਥੇ। ਤਾਂ ਉਸ ਸਮੇਂ ਜਿਹੜੀ ਨਿਊ ਦੀ ਬੱਸ ਸੀਗੀ, ਹਰਦੀਪ ਡਿੰਪੀ ਢਿੱਲੋਂ ਆ ਜਿਹੜਾ, ਉਹਦੀ ਉਹ ਬੱਸ ਸੀ, ਕਿਉਂਕਿ ਉਹ ਵੀ ਅਕਾਲੀਆਂ ਦਾ ਬੰਦਾ ਹੈ। ਤਾਂ ਉਹਨਾਂ ਨੇ ਕੀ ਕੀਤਾ ਵੀ ਜਿੱਦ ਕੀਤੀ ਵੀ ਅਸੀਂ ਲੰਘਾਉਣੀ ਇੱਥੋਂ ਦੀਆਂ, ਉਧਰੋਂ ਅਸੀਂ ਆ ਰਹੇ ਸੀ ਆਪਣਾ ਮੁਜ਼ਾਹਰਾ ਕਰਕੇ। ਤਾਂ ਜਦੋਂ ਅਸੀਂ ਆਪਣਾ ਉੱਥੇ ਸੜਕ ਤੇ ਬੈਠੇ ਹੋਏ ਸੀ ਤਾਂ ਉਹਨਾਂ ਨੇ ਫਿਰ ਸਾਡੇ ਤੇ ਮਤਲਬ ਉੱਪਰ ਲੰਘਾ ਕੇ ਉਹ ਤੋਂ ਕਰਨ ਦੀ ਕੀਤੀ ਕੋਸ਼ਿਸ਼ ਵੀ ਅਸੀਂ ਇੱਦਾਂ ਲੈ ਜਾਂਗੇ ਅੱਗੇ। ਤਾਂ ਉਹਦੇ 'ਚ ਫਿਰ ਅਸੀਂ ਜਦੋਂ ਬੰਦਾ ਤੁਹਾਡੇ ਤੇ ਕੋਈ ਉੱਪਰ ਚੀਜ਼ ਚੜਾਊਗਾ ਗੁੱਸਾ ਤੇ ਆਉਂਦਾ ਹੀ ਹੈ ਨਾ, ਉਹਦੇ 'ਚ ਫਿਰ ਉਹ ਬੱਸ ਭੰਨੀ ਗਈ ਸੀ। ਉਸ ਸਮੇਂ ਸਵਾਰੀਆਂ ਜਿਹੜੀਆਂ ਸੀ ਸਾਰੀਆਂ ਦੀਆਂ ਸਾਰੀਆਂ ਉਤਾਰ ਦਿੱਤੀਆਂ ਗਈਆਂ ਸੀ, ਕਿਉਂਕਿ ਸਾਡਾ ਸਵਾਰੀਆਂ ਨਾਲ ਕੋਈ ਲਾਗਾ ਦੇਗਾ ਨਹੀਂ ਸੀ ਉਸ ਤਰ੍ਹਾਂ ਦਾ, ਕਿਉਂਕਿ ਅਸੀਂ ਸਵਾਰੀਆਂ ਲਈ ਤੇ ਕਰ ਰਹੇ ਸੀ ਵੀ ਜਿਹੜੀ ਗੁੰਡਾਗਰਦੀ ਉਹਦੀ ਬੰਦ ਹੋਣੀ ਚਾਹੀਦੀ ਆ। ਤਾਂ ਉਹਦੇ ਵਿੱਚ ਮਤਲਬ ਉਹਨਾਂ ਨੂੰ ਰੋਕਣ ਦੇ ਬਾਵਜੂਦ ਪੁਲਿਸ ਦੇ ਕਿ ਉਹ ਜ਼ਬਰਦਸਤੀ ਉੱਧਰ ਦੀ ਆ, ਇੱਥੋਂ ਹੀ ਉਹਦਾ ਮਨਸੂਬਾ ਸਮਝ ਆਉਂਦਾ ਸੀ ਵੀ ਅਸੀਂ ਲੰਘਣਾ ਵੀ ਉੱਧਰ ਦੀ ਆ ਤੇ ਵਿਦਿਆਰਥੀਆਂ ਨੂੰ ਟੱਪ ਕੇ ਵੀ ਲੰਘਾਂਗੇ ਅਸੀਂ। ਤਾਂ ਉਹਦੇ 'ਚ ਫਿਰ ਉਹ ਬੱਸ ਜਿਹੜੀ ਸੀਗੀ ਭੰਨੀ ਗਈ ਸੀ ਉਸ ਸਮੇਂ ਵਿਦਿਆਰਥੀਆਂ ਵੱਲੋਂ। ਉਹਦੇ 'ਚ ਅਸੀਂ 13 ਵਿਦਿਆਰਥੀ ਸੀਗੇ ਜਿਹੜੇ ਅਰੈਸਟ ਕੀਤੇ ਗਏ ਸੀਗੇ। ਉਹ 'ਚ 2 ਨਾਬਾਲਿਗ ਵੀ ਸੀ, ਇੱਥੋਂ ਤੱਕ ਕਿ ਇੱਕ 13 ਕੁ ਸਾਲ ਦਾ ਸ਼ਾਇਦ ਬੱਚਾ ਸੀ, ਉਹ ਇੱਕ ਬਜ਼ੁਰਗ ਔਰਤ ਸੀ, ਇੱਕ ਮੈਂ ਸੀਗੀ। ਤਾਂ ਸਾਨੂੰ ਅਰੈਸਟ ਕੀਤਾ, ਸਾਡੇ ਤੇ 307 ਦਾ ਜਿਹੜਾ ਪਰਚਾ ਉਸ ਤੋਂ ਬਾਅਦ ਦਰਜ ਕੀਤਾ ਗਿਆ ਸੀਗਾ। ਥਾਣੇ ਦੇ ਵਿੱਚ ਸਾਡੇ ਸਾਥੀਆਂ ਦੀ ਲਗਾਤਾਰ ਸਾਰਿਆਂ ਦੀ ਕੁੱਟਮਾਰ ਵੀ ਬੁਰੀ ਤਰ੍ਹਾਂ ਹੋਈ ਸੀਗੀ ਉਹਦੇ 'ਚ, ਕਿਉਂ ਪੁਲਿਸ ਨੇ ਕਿਸੇ ਪੱਤਰਕਾਰ ਨੂੰ ਨਹੀਂ ਸੀ ਉਦੋਂ ਐਂਟਰ ਕਰਨ ਦਿੱਤਾ ਅੰਦਰ। ਸਿੱਧਾ ਡਿੰਪੀ ਢਿੱਲੋਂ ਹੋਰੀ ਉੱਥੇ ਆਏ ਥਾਣੇ ਦੇ ਵਿੱਚ, ਉਹਨਾਂ ਨੇ ਸਾਰਿਆਂ ਨੂੰ ਲਗਾਤਾਰ ਮਤਲਬ ਕੁੱਟਿਆ, ਪੁਲਿਸ ਨੇ ਕੁੱਟਿਆ, ਉਹਨਾਂ ਨੇ ਵੀ ਕੁੱਟਿਆ ਨਾ। ਇਸ ਗੱਲ ਤੇ ਸੀਗਾ ਕਿ ਉਹ ਕਹਿ ਰਹੇ ਸੀ ਕਿ ਤਾਂ ਮਾਫੀ ਮੰਗੋ ਸਾਡੇ ਤੋਂ ਕਿ ਤੁਸੀਂ ਬੱਸ ਭੰਨੀਆਂ ਸੀਗਾ, ਵੀ ਅਸੀਂ ਮਾਫੀ ਮੰਗਣੀ ਨਹੀਂ ਹੈ, ਕਿਉਂਕਿ ਅਸੀਂ ਜਿਹੜੀ ਕੀਤੀ ਹੈ ਕਿ ਤੁਹਾਡੀ ਜਿਹੜੀ ਗੁੰਡਾਗਰਦੀ ਸੀ ਅਸੀਂ ਉਹਦੇ ਖਿਲਾਫ ਕੀਤਾ ਤੇ ਇਹ ਅਸੀਂ ਕਰਾਂਗੇ। ਇਸ ਕਰਕੇ ਇਸ ਚੱਕਰ 'ਚ ਪਹਿਲਾਂ ਤਾਂ ਉਹਨਾਂ ਨੇ ਲਗਾਤਾਰ ਸ਼ਾਮ ਤੱਕ ਸਾਡੇ ਸਾਥੀਆਂ ਨੂੰ ਮਾਰਕੁੱਟ ਵੀ ਕੀਤੀ ਗਈ, ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਸਾਨੂੰ, ਤੇ ਸਾਨੂੰ ਕਿਹਾ ਵੀ ਤੁਸੀਂ ਮਾਫੀ ਮੰਗੋ। ਕਿਸੇ ਨੇ ਮਾਫੀ ਤੱਕ ਨਹੀਂ ਮੰਗੀ, ਕਿਉਂਕਿ ਸਾਡਾ ਕੰਮ ਗੋਡੇ ਟੇਕਣਾ ਨਹੀਂ ਹੈ ਨਾ, ਜਿਹੜੇ ਮਤਲਬ ਲੁਟੇਰੇ ਲੀਡਰ ਨੇ ਨਾ। ਤਾਂ ਇਸ ਕਰਕੇ ਜਿਹੜੀ ਗੁੰਡਾਗਰਦੀ ਉਹਨਾਂ ਨੇ ਪਹਿਲਾਂ ਦਿਖਾਈ ਸੀਗੀ ਮੋਗੇ ਦੇ ਵਿੱਚ, ਤੇ ਉਹੀ ਗੁੰਡਾਗਰਦੀ ਤਾਂ ਥਾਣੇ 'ਚ ਆ ਕੇ ਵਿਖਾ ਰਹੇ ਸੀ ਕਿ ਵਿਦਿਆਰਥੀ ਨੂੰ ਇਸ ਤਰ੍ਹਾਂ ਕੁੱਟ ਰਹੇ ਸੀ। ਉਹ 'ਚ 2 ਬਜ਼ੁਰਗ ਵੀ ਸੀ, ਇੱਕ ਘੱਟੋ ਘੱਟ ਮੈਨੂੰ 60-70 ਸਾਲ ਦਾ ਬਜ਼ੁਰਗ ਸੀ, ਉਹਦੀ ਵੀ ਉਹਨਾਂ ਨੇ ਮਤਲਬ ਭਜਾ ਕੇ ਕੁੱਟਮਾਰ ਕੀਤੀ ਸੀ। ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ ਵੀ ਉਹ ਕਿੱਡੇ ਪੁੱਤਰੇ ਹੋਏ ਬੰਦੇ ਸੀ ਨਾ। ਤਾਂ ਉਹਦੇ 'ਚ ਫਿਰ ਸਾਨੂੰ ਉਹਨਾਂ ਨੇ ਜਦੋਂ ਅਸੀਂ ਨਾ ਮੰਨੇ ਤਾਂ ਫਿਰ ਸਾਨੂੰ ਉਹਨਾਂ ਨੇ ਜੇਲ੍ਹ 'ਚ ਭੇਜਿਆ ਸੀ। ਉਹਦੇ 'ਚ ਫਿਰ ਲਗਾਤਾਰ ਸਾਨੂੰ 3 ਮਹੀਨੇ ਜੇਲ੍ਹ 'ਚ ਲਾਉਣੇ ਪਏ। ਉਹਦਾ ਕਾਰਨ ਵੀ ਇਹੀ ਸੀ ਵੀ ਸਾਡੇ ਤੇ ਪ੍ਰੈਸ਼ਰ ਪਾਇਆ ਉਹਨਾਂ ਨੇ ਬਹੁਤ, ਵੀ ਤੁਸੀਂ ਜ਼ਮਾਨਤਾਂ ਲਓ, ਤੁਹਾਨੂੰ ਇੱਦਾਂ ਨਹੀਂ ਛੱਡਣਾ, ਕਿਉਂਕਿ ਯੂਨੀਅਨ ਵਾਲੇ ਬਹੁਤ ਇੱਦਾਂ ਨਹੀਂ ਹੁੰਦੇ ਵੀ ਫੌਰੀ ਜ਼ਮਾਨਤਾਂ ਲੈ ਲੈਣਗੇ। ਜਦੋਂ ਸਾਨੂੰ ਇਹ ਤੇ ਪਤਾ ਹੀ ਹੈ ਨਾ, ਜਦੋਂ ਅਸੀਂ ਯੂਨੀਅਨ 'ਚ ਕੰਮ ਕਰ ਰਹੇ ਹਾਂ ਸਾਡੇ ਤੇ ਪਰਚੇ ਵੀ ਹੋਣਗੇ, ਜੇਲ੍ਹਾਂ ਵੀ ਜਾਣਾ ਪਊਗਾ, ਤੇ ਉਹ 'ਚ ਅਸੀਂ ਮਾਫੀਆਂ ਕਿਸ ਗੱਲ ਦੀਆਂ ਮੰਗਣੀਆਂ ਨਾ, ਮਾਫੀਆਂ ਕੰਮ ਮੰਗਣਾ ਕਿਸ ਦਾ ਹੋਰ ਹੀ ਹੋ ਸਕਦਾ। ਤਾਂ ਇਸ ਕਰਕੇ ਉਹਦੇ 'ਚ ਸਾਡੇ ਫਿਰ 90 ਦਿਨ ਵੀ ਲੱਗੇ ਜੇਲ੍ਹ ਦੇ ਵਿੱਚ। ਤੇ ਬਾਹਰ ਜਿਹੜੀ ਵੀ ਮਾਰਕੁੱਟ ਹੋਈ ਜਦੋਂ ਤੁਹਾਨੂੰ ਪੁਲਿਸ ਨੇ ਫੜਿਆ, ਤੁਹਾਡੇ ਤੇ ਵੀ ਤਸ਼ੱਦਦ ਹੋਇਆ? ਹਾਂਜੀ ਬਿਲਕੁਲ, ਮੇਰਾ ਅਲੱਗ ਸੀਗਾ, ਮੈਨੂੰ ਅਲੱਗ ਕਮਰੇ 'ਚ ਰੱਖਿਆ ਹੋਇਆ ਸੀ, ਮੇਰੇ ਸਾਥੀਆਂ ਨੂੰ ਸਾਰਿਆਂ ਨੂੰ ਮੁੰਡਿਆਂ ਨੂੰ ਬਾਹਰ ਰੱਖਿਆ ਹੋਇਆ ਸੀਗਾ। ਸਾਡੀ ਵੀ ਕੁੱਟਮਾਰ ਬਰਾਬਰ 'ਚ ਹੀ ਹੋਈ ਹੈ ਜੀ। ਤਾਂ ਉਹਦੇ 'ਚ ਫਿਰ ਇਹੀ ਸੀਗਾ ਵੀ ਉਹਨਾਂ ਨੇ ਜਦੋਂ ਮੇਰੇ ਤੇ ਵੀ ਪ੍ਰੈਸ਼ਰ ਪਾਇਆ ਵੀ ਜ਼ਮਾਨਤ ਲਓ, ਇੱਕ ਲੜਕੀ ਆ, ਤੇਰੀ ਇੱਜ਼ਤ ਖਰਾਬ ਹੋ ਜੂਗੀ, ਤੇਰੇ ਤੇ ਪਰਚਾ ਹੋ ਜਾਊਗਾ, ਜੇ ਤੁਸੀਂ ਸਾਨੂੰ ਠਾਣੇ ਹੀ ਲੈ ਆਏ, ਸਾਡਾ ਮਤਲਬ ਵੀ ਕੋਈ ਨਹੀਂ, ਤੁਹਾਨੂੰ ਸਾਡੀ ਇੱਜ਼ਤ ਦੀ ਕੀ ਫਿਕਰ ਹੈਗੀ ਹੈ ਨਾ। ਉਹ ਇਸ ਕਰਕੇ ਸੀਗਾ ਵੀ ਸਾਨੂੰ ਜਿੱਥੇ ਤੁਸੀਂ ਮੇਰੇ ਸਾਥੀਆਂ ਨੂੰ ਭੇਜੋਗੇ ਉੱਥੇ ਹੀ ਮੈਨੂੰ ਭੇਜੋ। ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਮੇਰੀ ਫੈਮਿਲੀ ਨਾਲ ਵੀ ਰਾਬਤਾ ਕਰਨ ਦਾ, ਸਾਡੇ ਤੋਂ ਸਾਰੇ ਐਡਰੈਸ ਲਏ ਜਦੋਂ ਉਹਨਾਂ ਨੇ ਬਕਾਇਦਾ, ਤੇ ਕਾਫੀ ਟਾਈਮ ਤਾਂ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਵੀ ਤੁਸੀਂ ਮਤਲਬ ਇਹਨਾਂ ਨੂੰ ਕੋਈ ਨਾ ਕੋਈ ਲੈ ਜੇ। ਜਦੋਂ ਫੈਮਿਲੀ ਪਿੱਛੇ ਨਾ ਆਈ ਤੇ ਉਹਨਾਂ ਨੇ ਆਪ ਪਹੁੰਚ ਕੀਤੀ ਫਿਰ ਫੈਮਿਲੀ ਦੇ ਨਾਲ। ਤਾਂ ਉਹਦੇ 'ਚ ਫਿਰ ਇਹ ਹੋਇਆ ਵੀ ਉਹ ਮੇਰੇ ਪਰਿਵਾਰ ਕੋਲ ਚਲੇ ਗਏ। ਮੈਂ ਤੁਹਾਡੇ ਪਰਿਵਾਰ ਦੇ ਬਾਰੇ ਵੀ ਜਾਣੂੰਗਾ। ਇੱਕ ਗੱਲ ਹੋਰ ਤੁਹਾਡੇ ਬਾਰੇ ਪਤਾ ਲੱਗੀ ਹੈ, ਕਹਿੰਦੇ ਕੈਨੇਡਾ ਦਾ ਵੀਜ਼ਾ ਤੁਸੀਂ ਠੁਕਰਾ ਦਿੱਤਾ ਸੀ, ਕੈਨੇਡਾ ਨਹੀਂ ਗਏ ਤੇ ਇੱਕ ਲਹਿਰ ਦੇ ਨਾਲ ਰਲ ਗਏ, ਜਥੇਬੰਦੀ ਦੇ ਨਾਲ ਜੁੜ ਗਏ, ਇੱਥੇ ਰਹਿਣਾ ਪਸੰਦ ਕੀਤਾ। ਬਿਲਕੁਲ ਜੀ, ਮੇਰੇ ਵੱਡੇ ਸਿਸਟਰ ਸੀਗੇ ਜਿਹੜੇ, ਉਹਨਾਂ ਦੀ ਕੈਨੇਡਾ ਦੇ ਵਿੱਚ ਮਤਲਬ ਅੰਗੇਜਮੈਂਟ ਪਹਿਲਾਂ ਹੋਈ ਸੀ 2009 ਦੇ ਵਿੱਚ, ਉਹਨਾਂ ਦੀ ਮੈਰਿਜ ਹੋਈ ਸੀਗੀ। ਤਾਂ ਉਹਨਾਂ ਨੇ ਸਾਡੇ ਰਿਸ਼ਤੇ ਲਏ ਸੀਗੇ, ਅਸੀਂ 5 ਭੈਣਾਂ ਸੀ। ਉਹਨਾਂ ਨੇ ਕਿਹਾ ਸੀ ਵੀ ਅਸੀਂ ਬਾਕੀ ਕੁੜੀਆਂ ਦੇ ਰਿਸ਼ਤੇ ਵੀ ਅਸੀਂ ਲਵਾਂਗੇ ਉਹਨਾਂ ਦੇ ਸਹੁਰਿਆਂ ਵੱਲੋਂ। ਮਤਲਬ ਅਸੀਂ ਵੈਸੇ ਉਦੋਂ ਅਸੀਂ ਬਹੁਤ ਛੋਟੇ ਸੀ, ਮੈਂ ਖੁਦ 10ਵੀਂ ਕਲਾਸ 'ਚ ਪੜ੍ਹਦੀ ਸੀ। ਇੱਕ 10ਵੀਂ ਦੇ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ, ਜਿਹੜਾ ਵੈਸੇ ਹੀ ਘਰ ਤੋਂ ਕਦੇ ਬਾਹਰ ਨਾ ਨਿਕਲਿਆ ਹੋਵੇ। ਕਹਿਣਾ ਹੋਵੇ ਤਾਂ ਉਸ ਸਮੇਂ ਸੌਦੇਬਾਜ਼ੀ ਹੋਈ ਸੀਗੀ ਵੀ ਸਾਰੀਆਂ ਦੇ ਰਿਸ਼ਤੇ ਆਪ ਲੈਣੇ। ਮਤਲਬ ਇਹ ਸੀ ਵੀ ਅਸੀਂ ਆਪਣੀ ਪਸੰਦ ਦਾ ਕਿਤੇ ਨਹੀਂ ਕਰਾ ਸਕਦੇ, ਜਾਂ ਸਾਡੇ ਪੇਰੈਂਟਸ ਆਪਣੀ ਮਰਜ਼ੀ ਨਾਲ ਕਿਤੇ ਨਹੀਂ ਕਰ ਸਕਦੇ, ਹੈ ਨਾ। ਮੁੰਡਾ ਪੜ੍ਹਿਆ ਲਿਖਿਆ ਵੀ ਹੋ ਸਕਦਾ, ਨਹੀਂ ਵੀ ਹੋ ਸਕਦਾ, ਕੁਝ ਵੀ ਹੋ ਸਕਦਾ ਮਤਲਬ ਉਹ। ਤਾਂ ਇਸ ਕਰਕੇ ਉਹਦੇ ਚਲੋ ਉਸ ਸਮੇਂ ਸਾਨੂੰ ਬਹੁਤ ਸ਼ੌਂਕ ਸੀ ਬਾਹਰ ਜਾਣ ਦਾ। ਸਣੇ ਮੇਰੇ ਮਤਲਬ ਅਸੀਂ ਸਾਰਾ ਦਿਨ 24 ਘੰਟੇ ਕਹਿਣਾ ਹੋਵੇ ਕੈਨੇਡਾ ਦੀਆਂ ਗੱਲਾਂ ਕਰਦੇ ਰਹਿੰਦੇ ਸੀ ਕਿ ਅਸੀਂ ਬਾਹਰ ਜਾਣਾ। ਇੱਕ ਇਹ ਵੀ ਮਹਿਸੂਸ ਹੁੰਦਾ ਸੀ ਅਸੀਂ 5 ਭੈਣਾਂ ਵਾਂ, ਕਿਵੇਂ ਸਾਡਾ ਪਿਓ ਇਦਾਂ ਕਰੇਗਾ ਨਾ। ਤਾਂ ਉਹਦੇ 'ਚ ਹੋਇਆ ਸੀਗਾ।
ਤਾਂ ਫਿਰ ਹੌਲੀ ਹੌਲੀ ਉਸ ਤੋਂ ਬਾਅਦ ਮੈਂ ਜਦੋਂ +2 ਕਰ ਲਈ, +2 ਤੋਂ ਬਾਅਦ ਮੇਰੀ ਪਹਿਲੀ ਸਟਰਗਲ ਘਰੇ ਇਹ ਚੱਲੀ ਸਾਡੀ ਕਿ ਮੈਨੂੰ +2 ਵੀ ਘਰਦਿਆਂ ਨੇ ਕੁੜੀਆਂ ਵਾਲੇ ਕਾਲਜ 'ਚ ਕਰਵਾਈ। ਤਾਂ ਉਸ ਸਮੇਂ ਲੱਗਿਆ ਵੀ ਇਹ ਕੁੜੀਆਂ ਵਾਲੇ ਕਾਲਜ ਬਹੁਤ ਔਖਾ ਹੁੰਦਾ, ਕਿਉਂਕਿ 10ਵੀਂ ਤੱਕ ਅਸੀਂ ਕੋ ਐਜੂਕੇਸ਼ਨ ਕਾਲਜ 'ਚ ਪੜ੍ਹੀ ਸੀ, ਉੱਥੇ ਸਕੂਲ 'ਚ ਪੜ੍ਹੇ ਸੀਗੇ। ਸਿਰਫ ਮੈਂ ਇਕੱਲੀ ਕੁੜੀ ਸੀ ਆਪਣੀ ਕਲਾਸ 'ਚ 5ਵੀਂ ਤੋਂ ਲੈ ਕੇ 10ਵੀਂ ਤੱਕ। ਕਦੀ ਮਹਿਸੂਸ ਹੀ ਨਹੀਂ ਸੀ ਹੋਇਆ ਅਸੀਂ ਮੁੰਡਿਆਂ ਨਾਲ ਪੜ੍ਹੇ ਹਾਂ, ਸਾਡੇ 'ਚ ਕਦੀ ਉੱਦਾਂ ਦੀ ਗੱਲ ਹੀ ਨਹੀਂ ਸੀ ਹੁੰਦੀ। ਤਾਂ ਜਦੋਂ ਅਸੀਂ +2 ਮੈਂ ਕੀਤੀ ਪ੍ਰਾਈਵੇਟ ਦੇ ਵਿੱਚ, ਤਾਂ ਮੈਨੂੰ ਬਹੁਤ ਮਹਿਸੂਸ ਹੋਇਆ ਵੀ ਕੋ ਐਜੂਕੇਸ਼ਨ 'ਚ ਹੀ ਲੱਗਣਾ ਚਾਹੀਦਾ, ਵੀ ਇੱਕ ਵਿਚਰਨ ਦਾ ਪਤਾ ਲੱਗਦਾ ਸਾਨੂੰ। ਤਾਂ ਸਾਡੀ ਪਹਿਲੀ ਫਾਈਟ ਘਰ ਦੇ ਨਾਲ ਉਹ ਸੀਗੀ। ਪਹਿਲਾਂ ਪ੍ਰਾਈਵੇਟ ਕਾਲਜ 'ਚ ਪਤਾ ਕੀਤਾ, ਕੁੜੀਆਂ ਵਾਲੇ 'ਚ ਫੀਸ ਬਹੁਤ ਜ਼ਿਆਦਾ ਸੀ 50,000, ਤੇ ਮੈਨੂੰ ਇਹ ਤਾਂ ਪਤਾ ਸੀ ਮੇਰਾ ਫਾਦਰ ਨਹੀਂ ਭਰ ਸਕਦਾ। ਫਿਰ ਮੈਂ ਘਰ ਦੇ ਨਾਲ ਅਸੀਂ ਕਿਹਾ ਵੀ ਤੁਸੀਂ ਸਾਨੂੰ ਸਰਕਾਰੀ ਕਾਲਜ 'ਚ ਲਾਓ, ਵੀ ਅਸੀਂ ਇੱਥੇ ਨਹੀਂ ਲੱਗਣਾ, ਫੀਸ ਬਹੁਤ ਘੱਟ ਹੈ। ਉਸ ਸਮੇਂ ਅਸੀਂ ਪੜ੍ਹਨਾ ਸਿਰਫ ਇਸ ਕਰਕੇ ਸੀ ਵੀ ਅਸੀਂ ਬਾਹਰ ਜਾਣਾ, ਜਸਟ ਅਟੈਂਡੈਂਸ ਚਾਹੀਦੀ ਸੀ ਸਾਨੂੰ, ਨਾ ਹੀ ਸਾਡਾ ਉਹਦਾ ਕੋਈ ਸ਼ੌਂਕ ਸੀ ਪੜ੍ਹਨਾ, ਸਿੱਧੀ ਗੱਲ ਇਹੀ ਹੈ ਨਾ। ਤਾਂ ਉਸ ਸਮੇਂ ਮਤਲਬ ਚਲੋ ਫਿਰ ਵੀ ਥੋੜ੍ਹੀ ਫਾਈਟ ਕੀਤੀ, ਤੇ ਘਰ ਦੇ ਹੌਲੀ ਹੌਲੀ ਮੰਨ ਗਏ, ਲਾ ਤਾ ਦਿੱਤਾ ਸਾਨੂੰ। ਲੱਗੇ ਵੀ ਅਸੀਂ ਗੁਰੂ ਨਾਨਕ ਕਾਲਜ ਰੋਡੇ ਦਾ ਨਾਮ ਹੀ ਬਹੁਤ ਮਸ਼ਹੂਰ ਸੀ, ਤੇ ਗੁੰਡਾਗਰਦੀ ਲਈ ਬਹੁਤ ਜ਼ਿਆਦਾ ਮਸ਼ਹੂਰ ਕਾਲਜ ਸੀਗਾ। ਤੇ ਜਿਹੜਾ ਵੀ ਕੋਈ ਪਿੰਡ 'ਚ ਪੁੱਛਿਆ ਕਰੇ ਵੀ ਤੁਸੀਂ ਕੁੜੀਆਂ ਕਿੱਥੇ ਲਾਈਆਂ, ਉਹ ਕਹਿੰਦੇ ਵੀ ਰੋਡੇ ਕਾਲਜ ਲਾਈਆਂ। ਅੱਛਾ, ਉੱਥੇ ਗੁੰਡਾਗਰਦੀ ਵਾਲਾ ਕਾਲਜ ਆ, ਤੁਸੀਂ ਗਲਤ ਕਾਲਜ 'ਚ ਲਾਤੀਆਂ। ਸਾਡੇ ਲਈ ਵੀ ਚੁਣੌਤੀ ਸੀ। ਪਰ ਜਦੋਂ ਅਸੀਂ ਪਹਿਲੇ ਦਿਨ ਹੀ ਕਾਲਜ ਗਏ, ਉੱਥੇ ਦੇਖਿਆ ਬੜਾ ਸਿੰਪਲ ਜਿਹਾ ਕਾਲਜ ਹੈ, ਕਿ ਇਹ ਕਾਲਜ ਆ ਰੋਡੇ ਜੀ ਦਾ ਨਾਮ ਇੰਨਾ ਬਦਨਾਮ ਹੈ ਇਹਦਾ। ਤੇ ਚਲੋ ਹੌਲੀ ਹੌਲੀ ਜਦੋਂ ਅਸੀਂ ਕਲਾਸਾਂ ਲਾਈਆਂ, ਪਹਿਲੇ ਦਿਨ ਹੀ ਉੱਥੇ ਸਟ੍ਰਾਈਕ ਚੱਲੀ ਜਾਂਦੀ ਸੀ ਸਾਡੇ ਸੀਨੀਅਰਸ ਦੀ, ਹੌਲੀ ਹੌਲੀ ਅਸੀਂ ਵੀ ਉਹਨਾਂ ਦੇ ਨਾਲ ਹੋ ਗਏ। ਉਹਦਾ ਇਹ ਸੀ ਵੀ ਸਾਡੇ ਉਸ ਕਾਲਜ 'ਚ ਕੋਈ ਵੀ ਐਨੂਅਲ ਜਿਹੜਾ ਫੰਡ ਆਉਂਦਾ ਸੀਗਾ, ਮੈਡਮ ਵਾਪਸ ਭੇਜ ਦਿੰਦੇ ਸੀ, ਕੋਈ ਫੰਕਸ਼ਨ ਨਹੀਂ ਸੀ ਕਰਾਉਂਦੇ, ਇਸ ਕਰਕੇ ਵੀ ਇੱਥੇ ਮੁੰਡੇ ਕੁੜੀਆਂ ਵਾ ਕੋਈ ਖਰਾਬੀ ਕਰਨਗੇ। ਤਾਂ ਉਹਦੇ 'ਚ ਵਿਦਿਆਰਥੀਆਂ ਨੇ ਕੀਤਾ ਹੋਇਆ ਸੀਗਾ, ਨਾਅਰੇਬਾਜ਼ੀ ਕਰਦੇ ਸੀ। ਤਾਂ ਅਸੀਂ ਜੂਨੀਅਰ ਹੋਣ ਕਰਕੇ ਵੀ ਚਲੇ ਗਏ, ਵੀ ਹੌਲੀ ਹੌਲੀ ਬਸ ਸਾਨੂੰ ਇਕੱਲਾ ਨਾਅਰੇ ਲਾਉਣਾ ਚੰਗਾ ਲੱਗਦਾ ਸੀ, ਜਿੰਦਾਬਾਦ ਮੁਰਦਾਬਾਦ ਕਰਨੀ। ਸਾਨੂੰ ਨਹੀਂ ਸੀ ਪਤਾ ਇਹ ਕਿਸ ਕੰਮ ਲਈ ਕਰਦੇ ਹੁੰਦੇ ਆ ਸਾਰਾ ਕੁਝ। ਪਰ ਅਸੀਂ ਘਰ ਆ ਕੇ ਦੱਸਿਆ, ਘਰ ਦੇ ਵੀ ਬੜੇ ਖੁਸ਼ ਸੀਗੇ ਵੀ ਚਲੋ ਕੋਈ ਗੱਲ ਨਹੀਂ, ਜਿੱਥੇ ਸਾਰਾ ਕਾਲਜ ਜਾ ਰਿਹਾ ਤੁਸੀਂ ਵੀ ਜਾਓ, ਹੈ ਨਾ। ਮੋਗੇ ਪਹਿਲੀ ਵਾਰ ਅਸੀਂ DC ਦਫ਼ਤਰ ਗਏ, ਉਸ ਤੋਂ ਬਾਅਦ ਅਸੀਂ ਜਿੱਤ ਗਏ, ਉਹ ਇਸ਼ੂ ਜਿੱਤ ਗਏ ਅਸੀਂ। ਤਾਂ ਉਸ ਚੀਜ਼ ਤੋਂ ਬਹੁਤ ਖੁਸ਼ੀ ਹੋਈ ਵੀ ਇੱਕ ਤਾਂ ਅਸੀਂ ਪਹਿਲੀ ਵਾਰ ਮੋਗਾ ਸ਼ਹਿਰ ਦੇਖਿਆ ਆਪਣੇ ਘਰ ਤੋਂ ਬਾਹਰ ਨਿਕਲ ਕੇ, ਪਹਿਲੀ ਵਾਰ ਕੋਈ ਘੋਲ ਜਿੱਤਿਆ। ਤੇ ਉਸ ਤੋਂ ਬਾਅਦ ਕਾਲਜ ਬੜਾ ਚੰਗਾ ਲੱਗਿਆ ਸਾਨੂੰ। ਥੋੜਾ ਅਸੀਂ ਕਹਿਣਾ ਹੋਵੇ ਵੀ ਭਗਤ ਸਿੰਘ ਦੀਆਂ ਉਸ ਸਮੇਂ ਥੋੜ੍ਹੀਆਂ ਗੱਲਾਂ ਜੀਆਂ ਮਤਲਬ ਪਤਾ ਲੱਗਣ ਲੱਗੀਆਂ ਵੀ ਇਦਾਂ ਦਾ ਵੀ ਕੁਝ ਹੁੰਦਾ ਏ। ਤਾਂ ਉਹਦੇ 'ਚੋਂ ਫਿਰ ਸਾਡੇ ਜਿਹੜੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਉਸ ਸਮੇਂ ਪ੍ਰੈਜ਼ੀਡੈਂਟ ਸੀਗੇ ਗੁਰਮੁਖ ਮਾਨ, ਤੇ ਇੱਕ ਸਾਡੇ ਸਾਥੀ ਜਨਰਲ ਸੈਕਟਰੀ ਸੀਗੇ ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਤੋਂ। ਤਾਂ ਉਹ ਆਏ ਸੀਗੇ ਉੱਥੇ, ਇੱਕ ਸਾਥੀ ਕਰਮਜੀਤ ਕੋਟਕਪੂਰਾ ਸੀ। ਜਦੋਂ ਆਉਂਦੇ ਹੁੰਦੇ ਸੀ ਸਾਡੇ ਕਾਲਜ, ਫਿਰ ਉਹਨਾਂ ਨੇ ਲੈਕਚਰ ਦਿੱਤਾ ਸਾਰੀ ਗੱਲ ਤੇ, ਕੱਲਾ ਉਸ ਇਸ਼ੂ ਤੇ ਨਹੀਂ ਸੀ ਦਿੱਤਾ ਉਹਨਾਂ ਨੇ। ਫਿਰ ਉਹਨਾਂ ਨੇ ਸਾਰੇ ਸੁਸਾਇਟੀ ਬਾਰੇ ਦੱਸਿਆ ਵੀ ਸਾਡੀ ਸੁਸਾਇਟੀ 'ਚ ਇਸ ਤਰ੍ਹਾਂ ਦੇ ਲੋਕ ਰਹਿੰਦੇ ਆ, ਇੱਕ ਪਾਸੇ ਅਮੀਰ ਇੱਕ ਪਾਸੇ ਗਰੀਬ, ਇੱਦਾਂ ਦਾ ਧੱਕਾ ਹੁੰਦਾ, ਇੱਦਾਂ ਵਿਦਿਆਰਥੀਆਂ ਨਾਲ ਕਾਲਜ ਹੁੰਦਾ। ਤਾਂ ਜਦੋਂ ਉਹਨਾਂ ਨੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਯੂਨੀਅਨ ਜਿਹੜੇ ਕੋਈ ਸਾਡੇ ਮੈਂਬਰ ਬਣਨਾ ਚਾਹੁੰਦੇ ਹੋ ਬਣੋ। ਸਾਨੂੰ ਬਹੁਤ ਚੰਗੀ ਲੱਗੀ ਇਹ ਚੀਜ਼ ਵੀ ਇੱਦਾਂ ਦੇ ਲੋਕ ਵੀ ਹੈਗੇ ਆ ਜਿਹੜੇ ਸੁਸਾਇਟੀ ਬਾਰੇ ਵੀ ਸੋਚ ਰਹੇ ਆ, ਸਾਨੂੰ ਨਹੀਂ ਸੀ ਪਤਾ ਕੋਈ ਇੱਦਾਂ ਦਾ ਕੰਮ ਵੀ ਹੁੰਦਾ। ਤਾਂ ਫਿਰ ਅਸੀਂ ਮਤਲਬ ਉਹਨਾਂ ਦੇ ਨਾਲ ਅਸੀਂ ਕਿਹਾ ਵੀ ਹੁੱਬ ਕੇ, ਅਸੀਂ 4 ਕੁੜੀਆਂ ਦਾ ਗਰੁੱਪ ਸੀ, ਵੀ ਅਸੀਂ ਤੁਹਾਡੀ ਯੂਨੀਅਨ 'ਚ ਆਉਣਾ ਵਾ। ਇਹ ਸਾਨੂੰ ਪਤਾ ਸੀ ਵੀ ਘਰਦਿਆਂ ਨੇ ਨਹੀਂ ਆਗਿਆ ਦੇਣੀ, ਅਸੀਂ ਕੁਛ ਨਹੀਂ ਪੁੱਛਿਆ ਵੀ ਅਸੀਂ ਕਾਲਜ ਆ ਗਏ, ਕਾਲਜ ਦਾ ਕੰਮ ਆ ਇਹ, ਅਸੀਂ ਉੱਥੇ ਲੈ ਲਿਆ। ਪਰ ਘਰ ਆ ਕੇ ਅਸੀਂ ਦੱਸਤਾ ਵੀ ਅਸੀਂ ਇੱਦਾਂ ਯੂਨੀਅਨ ਦੇ ਮੈਂਬਰ ਬਣ ਗਏ। ਤੇ ਘਰਦਿਆਂ ਨੇ ਵਿਰੋਧ ਉਦੋਂ ਵੀ ਕੀਤਾ ਵੀ ਆਪਦੀ ਯੂਨੀਅਨ ਦੀ ਜਿਹੜੀ ਮੈਂਬਰਸ਼ਿਪ ਆ ਉਹ ਵਾਪਸ ਕਰ ਦਿਓ, ਤੁਸੀਂ ਉਹਨਾਂ ਨਾਲ ਨਹੀਂ ਰਲਣਾ। ਉੱਦਾਂ ਤੁਸੀਂ ਕਾਲਜ 'ਚ ਕੁਛ ਕਰ ਲਿਆ ਕਰੋ, ਜਿਹੜਾ ਕੁਝ ਹੁੰਦਾ ਬਾਹਰ ਨਹੀਂ, ਪਰ ਤੁਸੀਂ ਜਾਣਾ ਹੁਣ ਅੱਜ ਤੋਂ ਬਾਅਦ। ਉਸ ਤੋਂ ਬਾਅਦ ਰੋਕ ਲੱਗ ਗਈ ਸੀਗੀ। ਚਲੋ ਫਿਰ ਉਸ ਤੋਂ ਬਾਅਦ ਫਰੀਦਕੋਟ 'ਚ ਇੱਕ ਕਾਂਡ ਵਾਪਰਿਆ ਸੀ ਜੀ, ਸ਼ਰੂਤੀ ਅਗਵਾ ਕਾਂਡ। ਲੜਕੀ ਅਗਵਾ ਹੋਈ ਸੀ ਤੇ ਉਹ ਵੀ ਬਾਦਲਾ ਨਹੀਂ ਕਰਵਾਈ ਸੀ ਉਸ ਸਮੇਂ, ਨਿਸ਼ਾਨ ਨਾਮ ਦੇ ਬੰਦੇ ਨੇ। ਤਾਂ ਉਹ ਲੜਕੀ ਉਦੋਂ ਮਜੀਠੀਆ ਦੀ ਕੋਠੀ 'ਚੋਂ ਬਰਾਮਦ ਹੋਈ ਸੀ ਉਸ ਸਮੇਂ। ਤਾਂ ਉਸ ਸਮੇਂ ਵੀ ਜਿਹੜੀ ਪੰਜਾਬ ਸਟੂਡੈਂਟਸ ਯੂਨੀਅਨ ਸੀ ਜੀ, ਇਹਨੇ ਸ਼ੁਰੂਆਤ ਕੀਤੀ ਸੀ ਉਸ ਲੜਕੀ ਲਈ ਵੀ ਉਹਨੂੰ ਬਚਾਇਆ ਜਾਵੇ ਕਿਸ ਤਰੀਕੇ ਨਾਲ, ਕਿਉਂਕਿ ਉਹ ਬਹੁਤ ਵੱਡੀ ਗੁੰਡਾਗਰਦੀ ਹੋਈ ਸੀ ਸ਼ਹਿਰ 'ਚ ਪਹਿਲੀ ਵਾਰੀ। ਮਤਲਬ ਗੋਲੀਆਂ ਤੱਕ ਚੱਲੀਆਂ, ਉਹਦੇ ਫਾਦਰ ਮਦਰ ਦੀਆਂ ਬਾਹਾਂ ਭੰਨਤੀਆਂ, ਸਿਰ ਪਾੜਤੇ ਨਾ। ਉਹ ਸਟੂਡੈਂਟ ਯੂਨੀਅਨ ਨੇ ਫਿਰ ਸਾਰੇ ਕਾਲਜਾਂ 'ਚ ਆ ਕੇ ਇੱਦਾਂ ਪਹੁੰਚ ਕੀਤੀ ਸੀ ਵੀ ਇੱਦਾਂ ਇੱਕ ਸਟੂਡੈਂਟ ਸੀ, ਉਹ ਲੜਕੀ ਵੀ 15 ਸਾਲ ਦੀ ਸੀ, 10ਵੀਂ ਦੀ ਵਿਦਿਆਰਥਣ ਸੀ, ਕਿ ਅਸੀਂ ਵਿਦਿਆਰਥੀ ਹਾਂ, ਸਾਡੀ ਇਹ ਉਹਦੇ ਨਾਲ ਇੱਕ ਸਾਂਝ ਆ। ਤੇ ਦੂਸਰਾ ਇਹ ਕਿ ਸਾਡੀ ਸੁਸਾਇਟੀ 'ਚ ਕੁੜੀਆਂ ਨਾਲ ਗਲਤ ਹੋ ਰਿਹਾ, ਸਾਨੂੰ ਇਹਦੇ ਖਿਲਾਫ ਬੋਲਣਾ ਚਾਹੀਦਾ। ਇਹ ਚੀਜ਼ ਨੇ ਮੈਨੂੰ ਬਹੁਤ ਅਟਰੈਕਟ ਕੀਤਾ ਵੀ ਸੁਸਾਇਟੀ 'ਚ ਕੁੜੀਆਂ ਬਾਰੇ ਇੱਦਾਂ ਹੋ ਰਿਹਾ, ਤੇ ਇੱਕ ਬੰਦੇ ਜਿਹੜੇ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ ਉਸ ਕੁੜੀ ਦੇ ਨਾਲ, ਫਿਰ ਵੀ ਉਸ ਲਈ ਕੰਮ ਕਰ ਰਹੇ ਆ ਨਾ। ਇਸ ਚੀਜ਼ ਨੇ ਪ੍ਰਭਾਵਿਤ ਕੀਤਾ। ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਜਾਂਦੇ ਰਹੇ ਲਗਾਤਾਰ। ਜਥੇਬੰਦੀ ਜੁਆਇਨ ਕਰ ਲਈ ਤੁਸੀਂ, ਉਧਰ ਕੈਨੇਡਾ ਦਾ ਕੰਮ ਬਣ ਰਿਹਾ, ਫਿਰ ਘਰਦਿਆਂ ਨੂੰ ਜਾ ਕੇ ਦੱਸਿਆ ਵੀ ਮੈਂ ਜਥੇਬੰਦੀ ਜੁਆਇਨ ਕਰ ਲਈ ਹੈ, ਫਿਰ ਉਹ ਕੈਨੇਡਾ ਵਾਲੇ ਨੂੰ ਕਿੱਦਾਂ ਮਨਾ ਕਿੱਦਾਂ ਕੀਤਾ? ਉਹ ਤੇ ਬਹੁਤ ਅੱਗੇ ਜਾ ਕੇ ਪ੍ਰੋਸੈਸ ਸੀ ਜੀ ਹਲੇ, ਕਿਉਂਕਿ ਪਹਿਲਾਂ ਘਰਦਿਆਂ ਨੂੰ ਤਾਂ ਪਤਾ ਲੱਗਣ ਲੱਗ ਗਿਆ ਸੀ ਥੋੜਾ ਵੀ, ਜਿੱਦਾਂ ਇਹ ਕੁੜੀ ਸਾਡੀ ਖੁੱਭ ਕੇ ਹੁਣ ਉਧਰ ਨੂੰ ਜਾਣ ਲੱਗ ਗਈ ਆ। ਅਸੀਂ ਉਸ ਤੋਂ ਬਾਅਦ ਲਗਾਤਾਰ ਕਈ ਪਿੰਡਾਂ 'ਚ ਮੀਟਿੰਗਾਂ ਕਰਾਈਆਂ, ਆਪਦੇ ਪਿੰਡਾਂ 'ਚ ਵੀ ਕਰਾਈਆਂ। ਉਹ ਕੇਸ ਨਿਬੜਿਆ ਤੇ ਨਾਲ ਦੀ ਨਾਲ ਸਾਡੇ ਇੱਕ ਚੱਲ ਪਿਆ ਗਦਰ ਪਾਰਟੀ ਦੀ 100ਵੀਂ ਵਰ੍ਹੇਗੰਢ, ਉਹ ਵੀ PSU ਨੇ ਸ਼ੁਰੂ ਕੀਤੀ ਸੀਗੀ, ਕਿਉਂਕਿ ਅਸੀਂ ਨਹੀਂ ਸੀ ਗਦਰ ਪਾਰਟੀ ਬਾਰੇ ਕੁਝ ਵੀ ਨਹੀਂ ਸੀ ਜਾਣਦੇ। ਅੱਜ ਆਪਾਂ ਜਿਸ ਜਗ੍ਹਾ ਤੇ ਬੈਠੇ ਆ, ਇਹ ਉਹਨਾਂ ਗਦਰੀ ਬਾਬਿਆਂ ਦੇ ਨਾਮ ਤੇ ਹੀ ਆ। ਤੇ ਪੰਜਾਬ ਦੇ ਵਿੱਚੋਂ ਘੱਟੋ ਘੱਟ 1857 ਗਦਰੀ ਇਕੱਲੇ ਪੰਜਾਬ ਤੋਂ ਹੋਏ ਸੀ, ਜਿਹੜੇ ਉਹ ਦੇਸ਼ ਦੀ ਆਜ਼ਾਦੀ ਵਾਸਤੇ ਲੜੇ ਸੀ ਨਾ। ਤਾਂ PSU ਨੇ ਤਹਈਆ ਕੀਤਾ ਸੀ ਉਦੋਂ ਪਹਿਲੀ ਵਾਰੀ ਵੀ ਆਪਾਂ ਉਹਨਾਂ ਦੀ 100ਵੀਂ ਵਰ੍ਹੇਗੰਢ ਮਨਾਉਣੀ, ਸਰਕਾਰ ਨੇ ਨਹੀਂ ਸੀ ਮਨਾਈ। ਤਾਂ ਉਹਦੇ 'ਚ ਅਸੀਂ ਇੱਕ ਲਿਸਟ ਲੱਭੀ ਸੀ, ਸਾਡੇ ਸਾਥੀਆਂ ਨੇ ਸਾਨੂੰ ਵੀ ਦਿੱਤੀ ਵੀ ਆਪਾਂ ਪਰਿਵਾਰ ਲੱਭਣੇ ਆ ਇਹ ਗਦਰੀਆਂ ਦੇ। ਉਹ 'ਚ ਸਾਡੇ ਕੁਝ ਪਿੰਡਾਂ ਦੇ ਨੇੜੇ ਤੇੜੇ ਦੇ ਪਿੰਡ ਵੀ ਸੀ, ਅਸੀਂ ਵੀ ਲੱਭਿਆ। ਸਾਨੂੰ ਬਹੁਤ ਚੰਗਾ ਲੱਗਿਆ ਵੀ ਅਸੀਂ ਉਹਨਾਂ ਗਦਰੀ ਬਾਬਿਆਂ ਨੂੰ ਮਿਲ ਰਹੇ ਹਾਂ। ਉਹਦੇ 'ਤੇ ਨਾ ਇੱਕ ਮੈਗਜ਼ੀਨ ਛਾਪਿਆ ਸੀ ਪੰਜਾਬ ਸਟੂਡੈਂਟ ਯੂਨੀਅਨ ਨੇ, ਉਹ ਗਦਰੀ ਬਾਬਿਆਂ ਦੀਆਂ ਉਹ 'ਚ ਜੀਵਨੀਆਂ ਲੱਗੀਆਂ ਹੋਈਆਂ ਸੀ ਇਕੱਲੇ-ਇਕੱਲਿਆਂ 'ਤੇ। ਤਾਂ ਉਹਦੇ 'ਚ ਇੱਕ ਕਰਤਾਰ ਸਿੰਘ ਸਰਾਭਾ ਦੀ ਵੀ ਜੀਵਨੀ ਸੀਗੀ,
ਕਿਉਂਕਿ ਬਹੁਤ ਛੋਟੀ ਉਮਰ ਦਾ ਸੀਗਾ ਉਸ ਸਮੇਂ 17.5 ਸਾਲ ਦਾ ਮੁੰਡਾ ਸੀ ਸਿਰਫ। ਤਾਂ ਉਹਦੀ ਜਦੋਂ ਗਦਰੀ ਦੀ ਮੈਂ ਜੀਵਨੀ ਪੜ੍ਹੀ ਮੈਨੂੰ ਬਹੁਤ ਉਹਨੇ ਅਟਰੈਕਟ ਕੀਤਾ ਤੇ ਉਹਦੇ 'ਚ ਉਹਨੇ ਲਿਖਿਆ ਵੀ ਸੀਗਾ ਵੀ ਵਿਦੇਸ਼ਾਂ ਵਿੱਚ ਨਾ ਧੱਕੇ ਖਾਓ, ਬਣੋ ਸਰਾਬੇ ਗਦਰ ਮਚਾਓ, ਕਿਉਂਕਿ ਉਹ ਆਪ ਪੜ੍ਹਨ ਗਿਆ ਸੀ ਫੋਰਨ ਦੇ ਵਿੱਚ। ਤਾਂ ਉੱਥੋਂ ਆ ਕੇ ਉਹਨੇ ਮਤਲਬ ਇੱਧਰ ਆ ਕੇ ਬਗਾਵਤ ਕਰਾਉਣੀ ਸੀ ਨਾ। ਤਾਂ ਉਸ ਸਮੇਂ ਮੈਂ ਖੁਦ ਵੀ ਮੈਨੂੰ ਕਾਲਜਾਂ 'ਚ ਬੋਲਣ ਲਾਤਾ ਸੀਗਾ। ਮੈਂ ਆਪਦੇ ਕਾਲਜ ਨੂੰ ਛੱਡ ਕੇ ਬਾਹਰ ਹੋਰ ਕਾਲਜਾਂ 'ਚ ਵੀ ਇੱਦਾਂ ਜਾਣ ਲੱਗੀ ਸੀ। ਅਸੀਂ ਮੋਬਲਾਈਜ਼ ਵੀ ਕਰਦੇ ਸੀ ਸਟੂਡੈਂਟ ਨੂੰ, ਉਹਨਾਂ ਦੀਆਂ ਜੀਵਨੀਆਂ ਬਾਰੇ ਵੀ ਦੱਸਦੇ ਸੀ, ਸੈਮੀਨਾਰ ਵਗੈਰਾ ਵੀ ਲਾਏ ਸੀ, ਉਹ 'ਚ ਮੈਂ ਵੀ ਬੋਲੀ ਸੀਗੀ। ਤਾਂ ਉਸ ਸਮੇਂ ਨਾ ਫਿਰ ਮੈਨੂੰ ਜਦੋਂ ਮੈਂ ਇੱਕ ਤਾਂ ਉਹਨਾਂ ਦਾ ਪੜ੍ਹਿਆ ਤੇ ਮੇਰੇ ਕਾਲਜ ਦੀਆਂ ਕੁੜੀਆਂ ਵੀ ਮੈਨੂੰ ਪੁੱਛਣ ਲੱਗ ਗਈਆਂ ਸੀ ਬਾਅਦ ਦੇ ਵਿੱਚ ਵੀ ਤੁਸੀਂ ਤਾਂ ਕੈਨੇਡਾ ਜਾਣਾ ਵਾ। ਫੈਮਿਲੀ ਨੂੰ ਸੀ ਅਜੇ ਮੈਂ ਦੱਸਿਆ, ਆਪ ਮੈਂ ਦੁਚਿੱਤੀ 'ਚ ਪੈ ਗਈ ਸੀ ਉਸ ਸਮੇਂ, ਅੰਦਰ ਹੀ ਅੰਦਰ ਮਤਲਬ ਗੱਲ ਚੱਲਣ ਲੱਗ ਗਈ ਦਿਮਾਗ 'ਚ। ਤੇ ਮੇਰੇ ਸੀਨੀਅਰਸ ਨੂੰ ਕਿਸੇ ਨੂੰ ਨਹੀਂ ਸੀ ਪਤਾ, ਸਾਡੇ ਯੂਨੀਅਨ ਵਾਲਿਆਂ ਨੂੰ ਵੀ ਨਹੀਂ ਸੀ ਪਤਾ ਵੀ ਇਹਦਾ ਕੈਨੇਡਾ ਦਾ ਕੇਸ ਆ। ਤੇ ਬਾਅਦ ਦੇ ਵਿੱਚ ਮੈਂ ਹੌਲੀ ਹੌਲੀ ਫਿਰ ਇੱਕ ਦਿਨ ਉਹਨਾਂ ਨੂੰ ਆਪ ਹੀ ਦੱਸਿਆ ਵੀ ਮੇਰਾ ਤਾਂ ਆਪ ਕੈਨੇਡਾ ਦਾ ਕੇਸ ਆ। ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੇਰਾ ਕੀ ਮਨ ਆ ਹੁਣ? ਮੈਂ ਕਿਹਾ ਵੀ ਹੁਣ ਤਾਂ ਮੇਰਾ ਮਨ ਬਿਲਕੁਲ ਨਹੀਂ ਹੈ ਜਾਣ ਦਾ ਨਾ, ਪਰ ਅੰਦਰ ਮੇਰੇ ਇਹ ਗੱਲ ਚੱਲ ਰਹੀ ਸੀਗੀ ਵੀ ਅਸੀਂ ਜਦੋਂ ਲੋਕਾਂ ਨੂੰ ਆਪ ਭਾਸ਼ਣ ਦੇ ਰਹੇ ਹਾਂ, ਜਾ ਕੇ ਦੱਸ ਰਹੇ ਹਾਂ ਉਹਨਾਂ ਨੂੰ ਵੀ ਉਹਨਾਂ ਨੇ ਤਾਂ ਇਦਾਂ ਕੀਤਾ ਸੀ ਵੀ ਆਪਾਂ ਨੂੰ ਵੀ ਆਪਣੇ ਪੰਜਾਬ 'ਚ ਰਹਿ ਕੇ ਲੜਾਈ ਲੜਨੀ ਚਾਹੀਦੀ ਹੈ, ਸਾਡੇ ਖੁਦ ਹਾਲਾਤ ਇੰਨੇ ਮਾੜੇ ਆ ਵੀ ਆਪਾਂ ਵਿਦੇਸ਼ਾਂ ਨੂੰ ਭੱਜ ਰਹੇ ਹਾਂ ਨਾ। ਤਾਂ ਉਸ ਤੋਂ ਮੈਂ ਬਾਅਦ ਡਿਸਾਈਡ ਕਰ ਲਿਆ ਵੀ ਜਾਣਾ ਨਹੀਂ, ਜੋ ਮਰਜ਼ੀ ਹੋ ਜੇ। ਫਿਰ ਉਦੋਂ ਸਾਡੇ ਪਾਸਪੋਰਟ ਬਣਨੇ ਸੀਗੇ ਫਿਰ, ਤੇ ਉੱਦਾਂ ਪੇਰੈਂਟਸ ਨੂੰ ਮਹਿਸੂਸ ਤਾਂ ਹੋਣ ਲੱਗ ਗਿਆ ਸੀਗਾ, ਟਾਲ ਮਟੋਲ ਮੈਂ ਕਰਦੀ ਸੀ ਥੋੜ੍ਹਾ ਥੋੜ੍ਹਾ। ਮੈਨੂੰ ਇਹ ਵੀ ਹੁੰਦਾ ਸੀ ਵੀ ਕੰਮ ਅੱਗੇ ਵਾਜੇ ਪਾਸਪੋਰਟ ਬਣਾਉਣ ਦਾ ਬਹਾਨਾ ਰਹਿੰਦਾ ਸੀ ਮੈਨੂੰ। ਤੇ ਇੱਕ ਦਿਨ ਉੱਥੇ ਹੀ ਸਾਡੇ ਪਿੰਡ ਦੇ ਨੇੜੇ ਹੀ ਪਿੰਡ ਸੀਗਾ ਗਦਰ ਪਾਰਟੀ, ਉੱਥੇ ਪ੍ਰੋਗਰਾਮ ਸੀ, ਮੈਂ ਵੀ ਉਸ 'ਚ ਜਾਣਾ ਸੀਗਾ। ਤੇ ਮੇਰੇ ਪੇਰੈਂਟਸ ਨੇ ਉਸੇ ਦਿਨ ਡੇਟ ਰੱਖ ਲਈ ਉਹ ਪਾਸਪੋਰਟ ਬਣਾਉਣ ਦੀ। ਮੈਨੂੰ ਪਹਿਲਾਂ ਉਹਨਾਂ ਨੇ ਦੱਸਿਆ ਨਾ, ਤੇ ਜਦੋਂ ਦੱਸਿਆ ਤੇ ਮੈਨੂੰ ਖਿੱਚ ਤਾਂ ਬਹੁਤ ਚੜੀ, ਗੁੱਸਾ ਵੀ ਅੰਦਰ ਪਰ ਬੋਲ ਸਕਦੀ ਨਹੀਂ ਸੀ ਵੀ ਫਾਦਰ ਤੋਂ ਡਰ ਵੀ ਲੱਗਦਾ ਸੀ ਵੀ ਕੁੱਟ ਪਊਗੀ, ਇੱਦਾਂ ਹੋਊਗਾ ਨਾ। ਚਲੋ ਉਸ ਦਿਨ ਪਤਾ ਉਹਨਾਂ ਨੂੰ ਵੀ ਲੱਗ ਗਿਆ ਵੀ ਇਹਨੇ ਜਾਣਾ ਨਹੀਂ, ਮੇਰਾ ਮੂੰਹ ਦੇਖ ਕੇ ਗੁੱਸੇ ਵਾਲਾ ਮੂੰਹ ਸੀ। ਮੈਂ ਹਫੜਾ ਦਫੜੀ ਸਮਾਨ ਇਕੱਠਾ ਕਰ ਲਿਆ। ਜਦੋਂ ਅਸੀਂ ਉੱਥੇ ਗਏ ਪਾਸਪੋਰਟ ਲੁਧਿਆਣੇ ਬਣਾਉਣਾ ਸੀ, ਪਹੁੰਚੇ ਉੱਥੇ ਮੇਰੇ ਇੱਕ ਡਾਕੂਮੈਂਟ 'ਚ ਗਲਤੀ ਨਿਕਲ ਆਈ। ਅੰਦਰੋਂ ਮੈਂ ਬਹੁਤ ਖੁਸ਼ ਵੀ ਲੈ ਵੀ ਹੁਣ ਤੇ ਮੇਰਾ ਕੰਮ ਬਣ ਗਿਆ ਵੀ, ਕਿਉਂਕਿ ਨਾ ਸਾਡੀ ਫੈਮਿਲੀ ਇੱਕ ਮਾਮਲੇ 'ਚ ਮਤਲਬ ਕਹਿਣਾ ਵੀ ਲੇਜ਼ੀ ਸੀ ਥੋੜ੍ਹੀ, ਜਿਵੇਂ ਆਪਣੇ ਪਿੰਡਾਂ 'ਚ ਹੁੰਦਾ ਹੀ ਆ ਬੰਦੇ ਵੀ ਚੱਲ ਅੱਜ ਕਰ ਲਾਂਗੇ ਕੱਲ੍ਹ ਕਰ ਲਾਂਗੇ ਕੰਮ ਨਾ। ਤੇ ਉਹਨਾਂ ਨੇ ਮੈਨੂੰ ਕਹਿਤਾ ਵੀ ਤੁਸੀਂ ਪਰਸੋਂ ਆ ਜਾਓ। ਮੇਰੀ ਡੇਟ ਆਫ ਬਰਥ ਦੇ ਵਿੱਚ ਕੋਈ ਗਲਤੀ ਸੀਗੀ ਅੱਖਰ ਦੀ, ਉਹਨੂੰ ਕਢਾਉਣ 'ਚ ਕਾਫੀ ਟਾਈਮ ਲੱਗ ਜਾਂਦਾ। ਮੈਨੂੰ ਇਹ ਤੇ ਪਤਾ ਸੀ, ਮੈਂ ਕਹਿੰਦਾ ਵੀ ਹੁਣ ਸਾਡੀ ਫੈਮਿਲੀ ਨੇ ਮੇਰਾ ਸਾਲ ਤਾਂ ਲੰਘਾ ਹੀ ਦੇਣਾ, ਚੱਲ ਸਾਲ ਤੇ ਕੰਮ ਕਰਦੇ ਹਾਂ, ਬਾਕੀ ਬਾਅਦ ਹੀ ਦੇਖਾਂਗੇ। ਹਲੇ ਇੰਨੀ ਵੀ ਪਰਪੱਕ ਨਹੀਂ ਸੀ ਹੋਈ ਕਿ ਮੈਂ ਹਜੇ ਪੂਰੀ ਤਰ੍ਹਾਂ ਸਟੈਂਡ ਲੈ ਸਕਦੀ। ਤਾਂ ਉਹਦੇ ਚਲੋ ਉਸ ਸਮੇਂ ਸਿੱਖਦੇ ਰਹੇ, ਮੈਂ ਆਪਣੇ ਸਾਥੀਆਂ ਨੂੰ ਰੋਜ਼ ਦੱਸਦੀ ਸੀ। ਤਾਂ ਉਸ ਦਿਨ ਫਿਰ ਮੇਰੇ ਮਤਲਬ ਮਾਸੀ ਦੇ ਮੁੰਡਾ ਮੈਨੂੰ ਹੌਸਲਾ ਦੇਣ ਲੱਗ ਗਿਆ ਵੀ ਚੱਲ ਕੋਈ ਨਾ ਬਣ ਜੂਗਾ ਕੰਮ ਤੇਰਾ ਵੀ, ਬਾਕੀਆਂ ਦਾ ਤਾਂ ਬਣ ਗਿਆ। ਪਰ ਅੰਦਰੋਂ ਅੰਦਰ ਤਾਂ ਮੈਂ ਬਹੁਤ ਖੁਸ਼ ਸੀ ਵੀ ਮੈਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ, ਮੇਰੇ ਵੱਲੋਂ ਤਾਂ ਭਾਵੇਂ ਹੋਰ ਨਾ ਬਣੇ ਹਲੇ ਸਾਲ ਹੈ ਨਾ। ਤਾਂ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਚਲੋ ਫਿਰ ਮੈਂ ਬਾਅਦ 'ਚ ਪੱਕਾ ਹੀ ਕਰ ਲਿਆ। ਜਦੋਂ ਦੂਰੀ ਵਾਰ ਜਾਣਾ ਸੀਗਾ ਟਾਈਮ ਉਹ ਵੀ ਆ ਗਿਆ, ਫਿਰ ਮੈਂ ਆਪਣੇ ਸਾਰੇ ਡਾਕੂਮੈਂਟ ਅਲੱਗ ਰੱਖੇ ਲੁਕੋ ਤੇ ਵੀ ਮੈਂ ਨਹੀਂ ਜਾਣਾ ਹੈਗਾ। ਫਿਰ ਮੇਰੇ ਹੌਲੀ ਹੌਲੀ ਘਰ ਦੇ ਵਿੱਚ ਕਾਫੀ ਕਲੇਸ਼ ਪੈਣਾ ਸ਼ੁਰੂ ਹੋ ਗਿਆ। ਮੈਨੂੰ ਸਮਝਾਉਣ ਲੱਗ ਗਏ ਵੀ ਕੁੜੀਆਂ ਨਹੀਂ ਇੱਦਾਂ ਕਰਦੀਆਂ ਹੁੰਦੀਆਂ, ਕੁੜੀਆਂ ਦਾ ਜਾਣਾ ਨਹੀਂ ਚੰਗਾ ਲੱਗਦਾ, ਤੁਸੀਂ ਯੂਨੀਅਨ ਵਾਲਿਆਂ ਨੂੰ ਫੰਡ ਦੇ ਦਿਆ ਕਰੋ ਜਿਹੜਾ ਚਾਹੀਦਾ ਹੁੰਦਾ, ਪਰ ਤੁਸੀਂ ਆਪ ਨਾ ਜਾਇਆ ਕਰੋ। ਕਿਉਂਕਿ ਹੌਲੀ ਹੌਲੀ ਨਾ ਅਸੀਂ ਬਾਹਰ ਵੀ ਰਾਤਾਂ ਰਹਿਣੀਆਂ ਸ਼ੁਰੂ ਕਰਤੀਆਂ ਸੀ ਵੀ ਜਦੋਂ ਅਸੀਂ ਲੇਟ ਹੋ ਜਾਂਦੇ ਸੀ ਤਾਂ ਉੱਥੇ ਹੀ ਰਹਿੰਦੇ ਹੁੰਦੇ ਸੀਗੇ। ਤਾਂ ਫਿਰ ਪੇਰੈਂਟਸ ਇਸ ਗੱਲ 'ਤੇ ਹੌਲੀ ਹੌਲੀ ਆ ਗਏ ਵੀ ਚੱਲ ਤੁਸੀਂ ਰਾਤ ਨਾ ਰਿਹਾ ਕਰੋ, ਸ਼ਾਮ ਤੱਕ ਘਰੇ ਆ ਜਾ ਕਰੋ ਨਾ। ਪੇਰੈਂਟਸ ਨੂੰ ਇਹ ਹੁੰਦਾ ਸੀ ਵੀ ਤੁਸੀਂ ਪਿੱਛੇ ਰਹੋ, ਤੁਹਾਡੇ 'ਤੇ ਪਰਚਾ ਨਾ ਹੋ ਜਾਏ ਕੋਈ। ਅਤੇ ਮੈਂ ਜਿਹੜਾ ਪਾਸਪੋਰਟ ਬਣਾਉਣ ਤੋਂ ਮਨਾ ਵੀ ਇਸ ਕਰਕੇ ਹੀ ਕਰ ਰਹੀ ਸੀਗੀ ਕਿ ਕਿਉਂਕਿ ਮੈਂ ਹੁਣ ਬਾਅਦ 'ਚ ਮੈਂ ਪੱਕਾ ਮਤਲਬ ਧਾਰ ਲਿਆ ਸੀ ਵੀ ਇੱਧਰ ਹੀ ਕੰਮ ਕਰਨਾ, ਜੋ ਪਰਚਾ ਹੁੰਦਾ ਹੋ ਜੇ, ਕੋਈ ਪਰਵਾਹ ਨਹੀਂ ਇਸ ਗੱਲ ਦੀ ਹੈ ਨਾ। ਪਰ ਮੈਂ ਇਹ ਜ਼ਰੂਰ ਚਾਹੁੰਦੀ ਸੀ ਵੀ ਜੇ ਮੇਰੀ ਫੈਮਿਲੀ ਜਾਣਾ ਚਾਹੁੰਦੀ ਹੈ ਜਾਵੇ, ਮੇਰਾ ਉਹਨਾਂ ਨਾਲ ਕੋਈ ਦੁਸ਼ਮਣੀ ਵਾਲਾ ਨਹੀਂ ਸੀਗਾ ਨਾ, ਵੀ ਉਹ ਜਾਣਾ ਚਾਹੁੰਦੇ ਜਾਣ, ਮੈਂ ਇੱਥੇ ਕਰਨਾ ਚਾਹੁੰਦੀ ਮੈਂ ਇੱਥੇ ਕਰਾਂ। ਕਿਉਂਕਿ ਕਿਸੇ ਨੇ ਤਾਂ ਇੱਥੇ ਰਹਿਣਾ ਹੀ ਸੀ ਸਾਡੇ ਘਰ, ਮੇਰੇ ਨਾਨਕੇ ਇੱਥੇ ਸੀ, ਹੋਰ ਬਹੁਤ ਰਿਸ਼ਤੇਦਾਰੀਆਂ ਸਾਡੀਆਂ ਵੀ ਇੱਥੇ ਛੱਡ ਜਾਣਗੇ। ਪਰ ਉਹਨਾਂ ਨੇ ਮੈਨੂੰ ਇੱਕ ਉਮੀਦ ਸੀਗੀ ਵੀ ਕਿ ਉਹ ਮੇਰੀ ਇੰਨੀ ਕੁ ਗੱਲ ਜ਼ਰੂਰ ਸੁਣਨਗੇ, ਪਰ ਉਹਨਾਂ ਨੇ ਕਦੀ ਗੱਲ ਸੁਣੀ ਨਹੀਂ ਤੇ ਨਾ ਕੀਤੀ ਹੈ ਨਾ। ਤਾਂ ਉਹਦੇ 'ਚੋਂ ਫਿਰ ਮੈਂ ਇਹ ਡਿਸੀਜ਼ਨ ਵੀ ਕਰਤਾ ਲਿਆ ਸੀ ਬਾਅਦ ਦੇ ਵਿੱਚ ਵੀ ਮੈਂ ਇੱਥੇ ਹੀ ਰੁਕੂੰਗੀ। ਤੇ ਫਿਰ ਉਹਨਾਂ ਨੇ ਜਦੋਂ ਇਦਾਂ ਕੀਤਾ, ਲਗਾਤਾਰ ਸਮਝਾਉਣਾ ਸ਼ੁਰੂ ਕੀਤਾ, ਫਿਰ ਰਿਸ਼ਤੇਦਾਰ ਬੁਲਾਉਣੇ ਸ਼ੁਰੂ ਕਰਦੇ ਵੀ ਤੁਸੀਂ ਸਮਝਾਓ, ਸਾਡੀ ਤਾਂ ਹੁਣ ਇਹ ਗੱਲ ਸੁਣਦੀ ਨਹੀਂ। ਵਿੱਚ ਦੀ ਬੁਲਾਉਂਦੇ ਨਹੀਂ ਹੁੰਦੇ ਸੀਗੇ, ਕਿਰਾਇਆ ਦੇਣਾ ਬੰਦ ਕਰਤਾ ਮੈਨੂੰ। ਮੈਂ ਸਾਈਕਲ ਤੇ ਜਾਣ ਲੱਗੀ ਵੀ ਠੀਕ ਹੈ ਨਾ ਦਿਓ ਕਿਰਾਇਆ, ਕੋਈ ਗੱਲ ਨਹੀਂ, ਕਿਉਂਕਿ ਬਹੁਤ ਦੂਰ ਤੱਕ ਤੁਰ ਕੇ ਜਾਣਾ ਪੈਂਦਾ ਸੀ ਸਾਨੂੰ, ਇੱਕ ਪਿੰਡ ਦਾ ਪੂਰਾ ਫਰਕ ਸੀ ਉਹਦੇ 'ਚ। ਇੱਕ ਦੋ ਵਾਰੀ ਮੇਰੇ ਮਗਰ ਕੁੱਤੇ ਤੱਕ ਪੈ ਗਏ ਸੀ, ਮੈਂ ਪਰ ਦੱਸਿਆ ਨਾ ਘਰ ਆ ਕੇ ਮੈਨੂੰ ਹਟਾ ਲੈਣਗੇ। ਫਿਰ ਉਹਨਾਂ ਨੇ ਮੇਰਾ ਸਾਈਕਲ ਵੀ ਰੱਖ ਲਿਆ ਵੀ ਤੈਨੂੰ ਸਾਈਕਲ ਵੀ ਨਹੀਂ ਦਿੰਦੇ ਹੁਣ ਤੂੰ ਜਾ ਕੇ। ਮੈਂ ਤੁਰ ਕੇ ਜਾਣਾ ਸ਼ੁਰੂ ਕਰਤਾ ਵੀ ਕੋਈ ਗੱਲ ਨਹੀਂ। ਤੇ ਫਿਰ ਉਹਨਾਂ ਨੇ ਹੌਲੀ ਹੌਲੀ ਸਾਰਾ ਕੰਮ ਵੀ ਮੇਰੇ 'ਤੇ ਪਾਤਾ ਵੀ ਕੰਮ ਵੀ ਤੁਸੀਂ ਕਰਨਾ, ਵੇਖਦੇ ਹੋ ਹੁਣ ਕਿੱਦਾਂ ਜਾਊਗੀ। ਮੈਂ ਉਦੋਂ ਹੋਰ ਵੱਧ ਸੰਧਿਆ ਉੱਠਣਾ, ਫਟਾਫਟ ਉੱਠ ਕੇ ਕੰਮ ਨਿਬੇੜਨਾ ਵੀ ਮੇਰਾ ਯੂਨੀਅਨ ਦਾ ਕੰਮ ਨਾ ਰਹਿ ਜਾਏ, ਪਰ ਇਹਨਾਂ ਦਾ ਕਿਸੇ ਵੀ ਹਾਲਤ 'ਚ ਅਸੀਂ ਕਰਕੇ ਜਾਵਾਂਗੇ ਨਾ। ਤਾਂ ਉਹਦੇ ਵਿੱਚ ਫਿਰ ਹੌਲੀ ਹੌਲੀ ਜਦੋਂ ਲਗਾਤਾਰ ਹੀ ਬਾਅਦ 'ਚ ਇੰਨਾ ਵੱਧ ਗਿਆ, ਇੱਕ ਦੋ ਵਾਰੀ ਸਾਨੂੰ ਲਗਾਤਾਰ ਕਿਤੇ ਬਾਹਰ ਜਾਣਾ ਪੈ ਗਿਆ ਸੀ, 5 ਦਿਨ ਰਹਿਣਾ ਸੀ। ਉਸ ਵਕਤ ਮੈਂ ਆਪਣੀ ਫੈਮਿਲੀ ਨੂੰ ਦੱਸ ਕੇ ਗਈ ਜ਼ਰੂਰ ਕਿ ਅਸੀਂ ਇੱਥੇ ਜਾਣਾ ਵਾ। ਛੁਪਾਈ ਨਹੀਂ ਸੀ ਕਦੇ ਕੋਈ ਗੱਲ, ਕਿਉਂਕਿ ਇਹ ਲੱਗਦਾ ਹੁੰਦਾ ਸੀ ਵੀ ਅਸੀਂ ਕੁਝ ਗਲਤ ਹੀ ਨਹੀਂ ਕਰ ਰਹੇ, ਚ ਛੁਪਾ ਕੇ। ਜਿੱਦਾਂ ਕੁੜੀਆਂ ਦਾ ਤਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਘਰੋਂ ਬਾਹਰ ਨਿਕਲਣਾ ਬਹੁਤ ਔਖਾ, ਅੱਜ ਵੀ ਸਮਾਜ ਦੇ ਵਿੱਚ ਹਾਲਾਤ ਇਦਾਂ ਦੇ ਹੀ ਨੇ। ਤਾਂ ਫਿਰ ਤੁਹਾਨੂੰ ਵੀ ਦੱਬਣ ਦੀ ਕੋਸ਼ਿਸ਼ ਪਰਿਵਾਰ ਦੇ ਵਿੱਚ ਹੀ ਕੀਤੀ ਜਾ ਰਹੀ ਸੀ। ਹਾਲਾਂਕਿ ਉਹਨੂੰ ਮੈਂ ਦੱਬਣਾ ਵੀ ਨਹੀਂ ਕਹਿ ਸਕਦਾ, ਜੇ ਕ੍ਰਾਂਤੀਕਾਰੀ ਪੱਖੋਂ ਦੇਖੀਏ ਤਾਂ ਉਹਨੂੰ ਤੁਸੀਂ ਦੱਬਣਾ ਕਹੋਗੇ, ਜੇ ਪਰਿਵਾਰ ਦੇ ਪੱਖੋਂ ਦੇਖੀਏ ਤਾਂ ਉਹ ਪਿਆਰ ਵੀ ਕਹਿ ਸਕਦੇ ਆ ਵੀ ਉਹ ਆਪਣੀ ਧੀ ਨੂੰ ਨਹੀਂ ਸੀ ਇਹਨਾਂ ਦੁਵਿਧਾਵਾਂ ਦੇ ਵਿੱਚ ਪਾਉਣਾ ਪੈਂਦਾ, ਕਿਉਂਕਿ ਸੰਘਰਸ਼ ਦੇ ਰਾਹ 'ਤੇ ਦੁਵਿਧਾਵਾਂ ਤੇ ਆਉਂਦੀਆਂ ਨੇ, ਮੁਸ਼ਕਲਾਂ ਤੇ ਆਉਂਦੀਆਂ ਨੇ।
ਤਾਂ ਉਦੋਂ ਫਿਰ ਪਰਿਵਾਰ ਦੇ ਵੱਲੋਂ ਰਿਐਕਸ਼ਨ ਕੀ ਹੁੰਦਾ ਸੀਗਾ? ਮਾਰਕੁੱਟ ਵੀ ਕਰਦੇ ਸੀ? ਹਾਂ ਬਿਲਕੁਲ, ਉਹਦੇ 'ਚ ਅਸੀਂ ਸ਼ੁਰੂ 'ਚ ਤਾਂ ਗਾਲੀ ਗਲੋਚ ਤੱਕ ਹੀ ਕੰਮ ਰਹਿੰਦਾ ਸੀਗਾ, ਜਾਂ ਥੋੜਾ ਬਹੁਤਾ ਡਾਂਟ ਦਿੰਦੇ ਸੀ, ਜਾਂ ਮੇਰੇ ਫਾਦਰ ਸਿੱਧਾ ਆਪ ਨਹੀਂ ਸੀ ਕਹਿੰਦੇ, ਮੇਰੀ ਮਾਂ ਨੂੰ ਮੂਹਰੇ ਕਰ ਦਿੰਦੇ ਸੀ ਵੀ ਤੂੰ ਕਹਿ ਇਹਨੂੰ। ਮੈਨੂੰ ਤਾਂ ਪਤਾ ਹੀ ਹੁੰਦਾ ਸੀ ਕਿ ਔਰਤਾਂ ਦਾ ਵਿਚਾਰੀਆਂ ਸਾਰਿਆਂ ਦੇ ਦਾਬੇ ਹੇਠਾਂ, ਉਹਦੇ 'ਚ ਮੇਰੀ ਮਾਂ ਵੀ ਮੇਰੇ ਪਿਓ ਦੇ ਦਾਬੇ ਹੇਠਾਂ ਨਾ। ਤਾਂ ਮੇਰੀ ਮਾਂ ਤਾਂ ਮੈਨੂੰ ਬਹੁਤ ਸਮਾਂ ਕਹਿੰਦੀ ਵੀ ਰਿਹਾ ਵੀ ਤੂੰ ਨਾ ਜਾਇਆ ਕਰ, ਵੀ ਮੈਨੂੰ ਐ ਵੀ ਤੇਰਾ ਪਿਓ ਮੈਨੂੰ ਕਹਿੰਦਾ ਵਾ ਬਾਅਦ 'ਚ ਸਾਨੂੰ ਘਰੋਂ ਕੱਢਣਗੇ ਜਾਂ ਮੈਨੂੰ ਮਾਰਨਗੇ, ਹੈ ਨਾ। ਇਹ ਤਾਂ ਮੈਨੂੰ ਪਤਾ ਸੀ ਚਲੋ ਮੰਮੀ ਨੂੰ ਕਦੇ ਕੁੱਟਣਗੇ ਤੇ ਨਹੀਂ, ਪਰ ਮੈਂ ਇੰਨਾ ਕੁ ਤੇ ਸਮਝਦੀ ਸੀ ਵੀ ਗਲਤ ਹੋ ਰਿਹਾ ਜੋ ਵੀ ਹੋ ਰਿਹਾ, ਵੀ ਇੱਦਾਂ ਕਰਦੇ ਨੇ। ਇੱਕ ਟਾਈਮ 'ਤੇ ਤਾਂ ਮੇਰੀ ਬਾਹਰਲੀ ਸਿਸਟਰ ਵੀ ਮੈਨੂੰ ਫੋਨ ਕਰਨ ਲੱਗ ਗਈ ਸੀ ਵੀ ਤੂੰ ਕਿਹੜੇ ਕੰਮਾਂ 'ਚ ਪਈ ਹੋਈ ਆ, ਛੱਡ ਦੇ ਤੂੰ, ਤੇਰੇ ਕਰਕੇ ਮੇਰਾ ਘਰ ਤੱਕ ਟੁੱਟ ਜੂਗਾ, ਇੱਥੋਂ ਤੱਕ ਉਹਨਾਂ ਨੇ ਕਹਿਤਾ ਸੀਗਾ ਮੈਨੂੰ। ਮੈਂ ਉਸ ਸਮੇਂ ਜ਼ਰੂਰ ਮੈਂ ਥੋੜਾ ਡੋਲ ਗਈ ਸੀ ਜਦੋਂ ਮੇਰੀ ਸਿਸਟਰ ਨੇ ਕਿਹਾ ਵੀ ਮੇਰਾ ਘਰ ਟੁੱਟ ਜੂਗਾ। ਤਾਂ ਮੈਂ ਉਸ ਸਮੇਂ ਤੁਰੰਤ ਆਪਦੇ ਸਾਥੀਆਂ ਨੂੰ ਫੋਨ ਕੀਤਾ ਬਾਅਦ ਦੇ ਵਿੱਚ, ਮੈਂ ਕਿਹਾ ਵੀ ਮੈਂ ਤੁਹਾਨੂੰ ਮਿਲਣਾ, ਵੀ ਮੈਂ ਇਸ ਸਮੇਂ ਦੁਵਿਧਾ 'ਚ ਹਾਂ, ਕਿਉਂਕਿ ਮੈਂ ਸੋਚ ਰਹੀ ਸੀ ਉਸ ਸਮੇਂ। ਫਿਰ ਮੈਂ ਇਹ ਸੋਚ ਲਿਆ ਸੀ ਵੀ ਚਲੋ ਜਿਸ ਮੁੰਡੇ ਦਾ ਮੇਰੇ ਨਾਲ ਹੋਣਾ ਵੀ ਮੈਂ ਉਹਨੂੰ ਤੇ ਬਾਹਰ ਕੱਢਿਆ, ਮੈਂ ਬਾਅਦ 'ਚ ਆ ਜਾਵਾਂਗੇ ਇੱਥੇ, ਹੈ ਨਾ। ਤਾਂ ਉਹਦੇ 'ਚ ਫਿਰ ਇਹ ਹੋਇਆ ਚਲੋ ਮੁੰਡੇ ਨੇ ਆਪਣਾ ਵਿਆਹ ਕਰਾ ਲਿਆ, ਚੋਰੀ ਕਰਵਾ ਲਿਆ ਬਿਨਾਂ ਦੱਸੇ। ਇੱਕ ਵਾਰ ਤਾਂ ਮੈਨੂੰ ਲੱਗਿਆ ਝਟਕਾ, ਕਿਉਂਕਿ ਜਿਵੇਂ ਕਹਿੰਦੇ ਨਾ ਪੰਜਾਬ 'ਚ ਸਾਡੇ ਵੀ ਰਿਸ਼ਤਾ ਜਿਹਨਾਂ ਜੋੜਤਾ ਕੁੜੀਆਂ ਉਸੇ ਨੂੰ ਸਭ ਕੁਝ ਮੰਨ ਲੈਂਦੀਆਂ, ਮੈਂ ਵੀ ਮੰਨ ਲਿਆ ਸੀ ਉਸ ਸਮੇਂ, ਲੇਕਿਨ ਕਦੀ ਗੱਲ ਤੱਕ ਨਹੀਂ ਸੀ ਹੋਈ ਸਾਡੀ, ਹੈ ਨਾ। ਤਾਂ ਉਹਦੇ 'ਚ ਜਦੋਂ ਮੈਨੂੰ ਇਹ ਪਤਾ ਲੱਗੀ, ਥੋੜਾ ਸਮਾਂ ਝਟਕਾ ਲੱਗਿਆ, ਪਰ ਬਾਅਦ 'ਚ ਮੈਂ ਸੈੱਟ ਹੋ ਗਈ ਵੀ ਜਿਸ ਬੰਦੇ ਨੂੰ ਕਰ ਲਿਆ ਮੇਰੇ ਤੇ ਕੰਮ ਸੌਖਾ ਹੋ ਗਿਆ, ਠੀਕ ਹੈ। ਪਰ ਮੇਰੇ ਬਾਅਦ 'ਚ ਪੇਰੈਂਟਸ ਨੇ ਫਿਰ ਮੈਨੂੰ ਇਹੀ ਕਿਹਾ ਵੀ ਜਿੱਥੇ ਅਸੀਂ ਤੁਹਾਡਾ ਕਰਾਂਗੇ, ਥੋੜਾ ਜੀਜਾ ਜੀ ਕਰੂਗਾ ਵਿਆਹ, ਤੁਸੀਂ ਉੱਥੇ ਹੀ ਕਰਾਉਣਾ ਹਲੇ ਵੀ। ਤਾਂ ਉਹ 'ਚ ਮੈਨੂੰ ਇਹ ਗੱਲ ਲੱਗੀ ਵੀ ਅਸੀਂ ਯਾਰ ਗਾਵਾਂ ਮੱਝਾਂ ਨਹੀਂ ਹੈਗੀਆਂ, ਜਿੱਥੇ ਤੁਸੀਂ ਜੀ ਕੀਤਾ ਉੱਥੇ ਬੰਨਤਾ ਵਾਰ-ਵਾਰ। ਤੇ ਉਹਨਾਂ ਨੇ ਕਿਹਾ ਵੀ ਆਪਾਂ ਜ਼ੁਬਾਨ ਦਿੱਤੀ ਆ ਮੁੰਡੇ ਵਾਲਿਆਂ ਨੂੰ। ਮੈਨੂੰ ਗੁੱਸਾ ਮੈਨੂੰ ਇਸ ਗੱਲ ਦਾ ਵੀ ਬਹੁਤ ਜ਼ਿਆਦਾ ਹੈ ਵੀ ਜ਼ੁਬਾਨ ਇਕੱਲੀ ਕੁੜੀ ਵਾਲਿਆਂ ਵਾਸਤੇ ਹੀ ਹੁੰਦੀ ਆ, ਮੁੰਡੇ ਵਾਲਿਆਂ ਵਾਸਤੇ ਕਿਉਂ ਨਹੀਂ ਹੁੰਦੀ? ਵੀ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਜੇ ਤੁਹਾਡੀਆਂ ਕੁੜੀਆਂ ਮੁੱਕਰ ਗਈਆਂ ਫਿਰ ਕੀ ਤੁਸੀਂ ਕਰੋਗੇ ਨਾ। ਮੈਂ ਕਿਹਾ ਅਸੀਂ ਜ਼ੁਬਾਨ ਦਿੱਤੀ ਸੀ ਵੀ ਅਸੀਂ ਨਹੀਂ ਮੁੱਕਰਦੇ। ਮੈਂ ਫਿਰ ਵੀ ਸੋਚ ਰਹੀ ਸੀ ਅਸੀਂ ਉਹਨਾਂ ਬਾਰੇ, ਇਸੇ ਕਰਕੇ ਦੁਚਿੱਤੀ 'ਚ ਵੀ ਸੀ ਥੋੜਾ ਸਮਾਂ। ਤੇ ਉਹ ਆਪ ਬੰਦੇ ਸਾਡੇ ਤੋਂ ਚੋਰੀ ਵਿਆਹ ਕਰਵਾ ਰਿਹਾ, ਔਰ ਮੇਰੀ ਸਿਸਟਰ ਦਾ ਸਕਾ ਦਿਓਰ ਸੀ ਉਹ। ਸਿਸਟਰ ਹੋਰਾਂ ਤੱਕ ਨੂੰ ਨਹੀਂ ਦੱਸਿਆ ਉਹਨਾਂ ਨੇ ਵੀ ਜ਼ੁਬਾਨ ਸਿਰਫ ਸਾਡੇ ਲਈ ਕਿਉਂ, ਉਹਦੇ ਲਈ ਕਿਉਂ ਨਹੀਂ ਸੀਗੀ। ਤਾਂ ਇਸ ਗੱਲ ਤੋਂ ਫਿਰ ਮੈਨੂੰ ਗੁੱਸਾ ਆਇਆ। ਮੈਂ ਕਿਹਾ ਹੁਣ ਮੈਂ ਕਿਤਾ ਨਹੀਂ ਹੋਰ ਵਿਆਹ ਕਰਾਉਣਾ, ਹੁਣ ਅਸੀਂ ਆਪਦੀ ਮਰਜ਼ੀ ਨਾਲ ਵੀ ਕਰਾਵਾਂਗੇ, ਕੋਈ ਗੱਲ ਨਹੀਂ, ਹੈ ਨਾ। ਤਾਂ ਉਹਦੇ 'ਚ ਫਿਰ ਮੇਰੇ ਪੇਰੈਂਟਸ ਨੇ ਫਿਰ ਮੇਰੇ ਰਿਸ਼ਤੇਦਾਰਾਂ ਨੂੰ ਬੁਲਾਇਆ ਉਸ ਦਿਨ, ਮੇਰੇ ਮਾਸੀ ਮਾਸੜ ਹੋਰਾਂ ਨੂੰ, ਤੇ ਉਹ ਮੈਨੂੰ ਸਮਝਾਉਣ ਆਏ ਸੀ। ਤੇ 3 ਮਹੀਨੇ ਮੇਰੇ ਘਰਦਿਆਂ ਨੇ ਮੈਨੂੰ ਬੁਲਾਇਆ ਨਹੀਂ, ਕੱਟ ਆਫ ਕਰਤਾ ਸੀ ਟੋਟਲੀ। ਮੈਂ ਵੀ ਫਿਰ ਕੰਮ ਛੱਡਤਾ ਵੀ ਜਦੋਂ ਮੇਰੀ ਕੋਈ ਪਰਵਾਹ ਹੀ ਨਹੀਂ ਘਰ ਦੇ ਵਿੱਚ, ਤੇ ਮੈਂ ਕੰਮ ਕਰਕੇ ਵੀ ਕੀ ਕਰਨਾ, ਵੀ ਅਸੀਂ ਪਸ਼ੂਆਂ ਵਾਂਗੂ ਲੱਗੇ ਰਹਿੰਦੇ ਹਾਂ। ਬਿਲਕੁਲ, ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸਦੀ ਨਾ ਵੀ ਮਾਰਕੁੱਟ ਉੱਥੋਂ ਸ਼ੁਰੂ ਹੁੰਦੀ ਹੈ ਫਿਰ ਮੇਰੀ। ਤਾਂ ਉਹਦੇ 'ਚ ਫਿਰ ਮੇਰੇ ਮਾਸੀ ਹੋਰਾਂ ਨੇ ਮੈਨੂੰ ਲਾਸਟ ਟਾਈਮ ਪੁੱਛਿਆ ਬਸ ਇੱਕ ਵਾਰੀ, ਪਤਾ ਤੇ ਮੈਨੂੰ ਲੱਗ ਗਿਆ ਵੀ ਅੱਜ ਮੈਨੂੰ ਸਮਝਾਉਣ ਆਏ ਹੋਣਗੇ। ਤੇ ਉਹਨਾਂ ਨੇ ਮੈਨੂੰ ਬਸ ਇੱਧਰ ਮੇਰੇ ਫਾਦਰ ਮਦਰ ਸਾਹਮਣੇ ਬੈਠ ਗਏ, ਇੱਕ ਪਾਸੇ ਮੇਰੇ ਮਾਸੀ ਮਾਸਟਰ ਬੈਠ ਗਏ, ਉਸੇ ਮੰਜੇ ਤੇ ਮੈਂ ਬੈਠੀ ਹੋਈ ਸੀ। ਮੇਰੇ ਫਾਦਰ ਨੇ ਬਸ ਮੈਨੂੰ ਇੱਕੋ ਗੱਲ ਹੀ ਪੁੱਛੀ ਵੀ ਤੂੰ ਬਾਹਰ ਜਾਣਾ ਕਿ ਨਹੀਂ ਜਾਣਾ, ਬਸ ਤੂੰ ਸਾਨੂੰ ਇੱਕੋ ਵਾਰੀ ਦੱਸ ਦੇ। ਤੇ ਮੇਰੀ ਮਾਸੀ ਹੋਰੀ ਕਹਿੰਦੇ ਬਸ ਤੈਨੂੰ ਕੁਝ ਨਹੀਂ ਕਹਿੰਦੇ। ਚਲੋ ਮੈਨੂੰ ਥੋੜਾ ਜਿਹਾ ਹੌਸਲਾ ਲੱਗਾ ਵੀ ਚਲੋ ਠੀਕ ਹੈ ਜੇ ਪੁੱਛ ਹੀ ਰਹੇ ਨਾ। ਮੈਂ ਕਿਹਾ ਵੀ ਮੈਂ ਨਹੀਂ ਜਾਣਾ, ਜਸਟ ਮੇਰੀ ਇੰਨੀ ਵਾਰਡਿੰਗ ਸੀ, ਮੈਂ ਨਹੀਂ ਜਾਣਾ। ਤੇ ਮੇਰੇ ਫਾਦਰ ਨੇ ਮੈਨੂੰ ਆਹ ਚੀਜ਼ ਤੋਂ ਫੜ ਲਿਆ ਉੱਪਰੋਂ। ਉਸ ਸਮੇਂ ਮੈਂ ਮਤਲਬ ਬਿਮਾਰ ਵੀ ਸੀ, ਮੈਨੂੰ ਪੀਰੀਅਡਸ ਆਏ ਹੋਏ ਸੀ, ਮੇਰੇ ਪੇਨ ਹੋ ਰਹੀ ਸੀ ਨਾ। ਮੇਰੇ ਫਾਦਰ ਨੇ ਇੱਥੋਂ ਫੜ ਕੇ ਮੈਨੂੰ ਬਹੁਤ ਮਤਲਬ ਮੁੱਕੇ ਮਾਰੇ ਮੇਰੇ। ਉਸ ਤੋਂ ਬਾਅਦ ਮੇਰੇ ਅੱਜ ਵੀ ਉਸ ਤੋਂ ਬਾਅਦ ਮੇਰੀ ਡੈਸਕ ਹਿੱਲੀ ਹੋਈ ਆ ਨਾ। ਤੇ ਪਤਾ ਨਹੀਂ ਪਰ ਉਸ ਸਮੇਂ ਮੇਰੇ 'ਚ એનર્ਜੀ ਕਿੱਥੋਂ ਆਈ ਵੀ ਮੇਰੇ ਦਿਮਾਗ 'ਚ ਮਤਲਬ ਕਹਿਣਾ ਵੀ ਨਾ ਅਗਲੀ ਪਲਾਨਿੰਗ ਚੱਲਣ ਲੱਗ ਗਈ ਵੀ ਮੈਂ ਰੌਲਾ ਨਹੀਂ ਸੀ ਪਾਉਣਾ ਚਾਹੁੰਦੀ ਉਸ ਗੱਲ ਦਾ, ਕਿਉਂਕਿ ਮੈਨੂੰ ਇਹ ਸੀ ਵੀ ਜੇ ਰੌਲਾ ਪੈ ਗਿਆ ਆਸ ਗਵਾਂਢ ਦੇ ਲੋਕ ਨਾ ਇਹ ਸੋਚਣਗੇ ਵੀ ਇਹ ਕੁੜੀ ਦੀ ਕਿਤੇ ਗੱਲ ਹੋਣੀ, ਇਸ ਕਰਕੇ ਕੁੱਟਿਆ ਇਹਨੂੰ, ਹੈ ਨਾ। ਕਿਉਂਕਿ ਪਿੰਡਾਂ 'ਚ ਆਈ ਹੁੰਦਾ, ਉਦੋਂ ਹੀ ਕੁੱਟਦੇ ਆ ਕੁੜੀਆਂ ਨੂੰ ਜ਼ਿਆਦਾਤਰ। ਤੇ ਮੈਂ ਇਸ ਕਰਕੇ ਨਾ ਰੌਲਾ ਪਾਇਆ ਵੀ ਮੇਰੇ ਘਰਦਿਆਂ ਦੀ ਫਿਰ ਵੀ ਬੇਇੱਜ਼ਤੀ ਹੋ ਗਈ, ਉਹਨਾਂ ਦੇ ਬਚਾਏ ਮੇਰੀ ਵੱਧ ਹੋਊਗੀ, ਹੈ ਨਾ। ਤੇ ਪਰ ਮੇਰੇ ਫਾਦਰ ਨੇ ਫਿਰ ਉਹ ਜਲੂਸ ਕੱਢਿਆ, ਇੰਨੀਆਂ ਕੁ ਅਸ਼ਲੀਲ ਗਾਲਾਂ ਕੱਢੀਆਂ ਬਾਅਦ ਦੇ ਵਿੱਚ, ਮਤਲਬ ਉਹ ਮਾਰਨ ਤੱਕ ਚਲੇ ਗਏ ਸੀ। ਉਹਨਾਂ ਨੇ ਕਹਿਤਾ ਸੀ ਮੈਂ ਅੱਜ ਇਹਨੂੰ ਛੱਡਣਾ ਨਹੀਂ, ਮਾਰ ਦੇਣਾ ਵਾ। ਦਾਹ ਲੱਭਣ ਲੱਗ ਪਏ ਸਾਡੇ ਤੇ, ਉਧਰ ਮਾਲ ਵਿੱਚ ਦਾਹ ਬੋਲਦੇ ਆ ਉਹਨੂੰ, ਕਈ ਥਾਵਾਂ ਤੇ ਕਾਪਾ ਵੀ ਬੋਲ ਦਿੰਦੇ ਆ ਨਾ, ਉਹ ਲੱਭਣ ਲੱਗ ਪਏ। ਮੇਰੇ ਮਾਸੜੂਰਾਂ ਨੇ ਚਲੋ ਫੜ ਕੇ ਛੁਡਾਇਆ ਵੀ ਕੋਈ ਗੱਲ ਨਹੀਂ, ਹੈ ਨਾ। ਮੈਂ ਉੱਥੇ ਹੀ ਖੜੀ ਰਹੀ ਫਿਰ ਵੀ। ਪਰ ਮੈਨੂੰ ਇਹ ਕਲੀਅਰ ਹੋ ਗਿਆ ਸੀ ਵੀ ਅੱਜ ਤੋਂ ਬਾਅਦ ਜੇ ਤਾਂ ਮੈਂ ਘਰੇ ਰਹਿ ਗਈ, ਮੈਨੂੰ ਕਿਤੇ ਜਾਣ ਨਹੀਂ ਦੇਣਾ ਘਰਦਿਆਂ ਨੇ। ਬਸ ਇਹ ਗੱਲ ਕਲੀਅਰ ਹੋ ਗਈ ਸੀ ਵੀ ਕਿਤੋਂ ਘਰੇ ਨਹੀਂ ਨਿਕਲ ਦੇਣਾ ਇਹਨਾਂ ਨੇ। ਮੈਂ ਆਪਣੇ ਫਾਦਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ, ਕਿਉਂਕਿ ਇੱਕ ਵਾਰ ਸਾਡੇ ਘਰ 'ਚ ਨਾ ਲੜਾਈ ਹੋਈ ਬਹੁਤ ਛੋਟੀ ਗੱਲ ਤੇ ਮੇਰੇ ਭਰਾ ਤੇ ਭੈਣ ਦੀ। ਮੇਰੇ ਫਾਦਰ ਨੇ ਮੇਰੀ ਵੱਡੀ ਸਿਸਟਰ ਨੂੰ ਕੁੱਟਤਾ, ਜਿਸ ਕਰਕੇ ਨੌਜਵਾਨ ਕੁੜੀ ਨੂੰ ਕੁੱਟਣਾ ਤਾਂ ਬਹੁਤ ਛੋਟੀ ਗੱਲ ਤੇ, ਹੈ ਨਾ। ਤਾਂ ਉਸ ਸਮੇਂ ਵੀ ਮੇਰੇ ਫਾਦਰ ਤੇ ਮੇਰੀ ਉਹ ਸਿਸਟਰ 3 ਸਾਲ ਨਹੀਂ ਬੋਲੇ ਘਰ ਦੇ ਵਿੱਚ, ਘਰ 'ਚ ਰਹਿਣ ਦੇ ਬਾਵਜੂਦ, ਹੈ ਨਾ। ਵੀ ਬਹੁਤ ਛੋਟੀ ਗੱਲ ਹੁੰਦੀ, ਪਰ ਉਹਨੂੰ ਇਸ ਕਰਕੇ ਫੀਲ ਹੋਇਆ ਵੀ ਸਾਡੀ ਕੋਈ ਰਿਸਪੈਕਟ ਨਹੀਂ ਹੈ ਕੁੜੀਆਂ ਦੀ, ਮੇਰੀ ਤਾਂ ਕੋਈ ਗਲਤੀ ਵੀ ਨਹੀਂ, ਮੁੰਡੇ ਦੀ ਗਲਤੀ, ਉਹਨੂੰ ਕੁੱਟਿਆ ਨਹੀਂ ਹੈ। ਤਾਂ ਇਸ ਕਰਕੇ ਮੈਂ ਇੰਨਾ ਕੁ ਤਾਂ ਸਮਝਦੀ ਸੀ। ਤੇ ਮੇਰੇ ਦਾਦਾ ਦਾਦੀ ਵੀ ਅਲੱਗ ਸੀ। ਮੇਰੇ ਫਾਦਰ ਨੇ ਕਦੇ 25 ਸਾਲਾਂ 'ਚ ਆਪਣੀ ਮਾਂ ਨੂੰ ਨਹੀਂ ਸੀ ਬੁਲਾਇਆ। ਇੱਕ ਵਾਰ ਦਾਦੀ ਦੀ ਡੈਥ ਤੇ ਘਰ ਆਏ ਤੇ ਉਦੋਂ ਵੀ ਕਿਹਾ ਵੀ ਘਰੋਂ ਚਲੇ ਜਾ, ਜਿੱਤੋਂ ਮੈਂ ਬਹੁਤ ਭਲੀ ਭਾਂਜਾਣੂ ਸੀ ਵੀ ਮੇਰੇ ਨਾਲ ਕੀ ਹੋ ਸਕਦਾ ਅੱਗੇ, ਮੈਂ ਕੋਈ ਰਹਿਮ ਦੀ ਆਸ ਕਰ ਨਹੀਂ ਸੀ ਸਕਦੀ ਉਹਦੇ ਤੋਂ। ਤਾਂ ਉਹਨਾਂ ਨੇ ਫਿਰ ਮਤਲਬ ਬਹੁਤ, ਮੈਂ ਬਾਅਦ 'ਚ ਅੰਦਰ ਬੈਠ ਗਈ, ਹੋਰ ਇਕੱਠੇ ਹੋ ਗਏ ਲੋਕ ਸਾਰੇ, ਹੈ ਨਾ। ਤਾਂ ਤੁਸੀਂ ਇਹ ਦੇਖੋ ਵੀ ਸਾਡੀ ਲਾਈਫ 'ਚ ਕਿੰਨੀ ਇੰਟਰਫੇਰੈਂਸ ਹੈ ਜੀ। ਇੱਕ ਤਾਂ ਫਾਦਰ ਹੋਰਾਂ ਦਾ ਪ੍ਰੈਸ਼ਰ ਵੱਖਰਾ, ਰਿਸ਼ਤੇਦਾਰਾਂ ਦਾ ਵੱਖਰਾ, ਜਿਹੜੇ ਸਾਡੇ ਵਿਚੋਲੇ ਸੀ ਭੈਣ ਹੋਰਾਂ ਦੇ, ਉਹ ਬੰਦਾ ਮੈਨੂੰ ਇਹ ਗੱਲ ਬੋਲਿਆ ਹੁਣ ਤੂੰ ਮੁੱਕਰ ਗਿਆ, ਮੈਂ ਤੇਰੇ ਗੋਲੀ ਮਾਰੂੰਗਾ ਰਿਵਾਲਵਰ ਨਾਲ। ਮੈਨੂੰ ਬਹੁਤ ਮਤਲਬ ਦੇਖੋ ਵੀ ਤੁਸੀਂ ਸਾਡੇ ਤੇ ਕੁੜੀਆਂ ਤੇ ਕਿੰਨਾ ਦਾਬਾ ਹੁੰਦਾ, ਪੇਰੈਂਟਸ ਦਾ ਵੱਖਰਾ, ਰਿਸ਼ਤੇਦਾਰਾਂ ਦਾ ਵੱਖਰਾ, ਇੱਕ ਤੀਜਾ ਬੰਦੇ ਦਾ ਵੱਖਰਾ, ਵਿਚੋਲਿਆਂ ਦਾ। ਤੁਹਾਡਾ ਕੀ ਲੈਣਾ ਦੇਣਾ ਮੇਰੇ ਨਾਲ, ਹੈ ਨਾ, ਗੋਲੀ ਮਾਰਨ ਦਾ।
ਤਾਂ ਉਸ ਤੋਂ ਬਾਅਦ ਫਿਰ ਬਸ ਮੈਂ ਇਹ ਸੋਚ ਲਿਆ ਸੀ ਵੀ ਕਿਵੇਂ ਨਾ ਕਿਵੇਂ ਘਰੋਂ ਜਾਣਾ ਅੱਜ, ਜੇ ਮੈਂ ਹੁਣ ਬਚ ਗਈ ਤਾਂ ਬਚ ਜੂੰਗੀ, ਨਹੀਂ ਉਸ ਤੋਂ ਬਾਅਦ ਮੈਂ ਬਚ ਨਹੀਂ ਸਕਦੀ। ਉਸ ਦਿਨ ਘਰੋਂ ਪੈਰ ਪੁੱਟ ਲਿਆ। ਹਾਂਜੀ, ਬਸ ਫਿਰ ਨਾ ਕਹਿੰਦਾ ਹੁੰਦਾ ਵੀ ਕੁਦਰਤੀ ਤੌਰ ਤੇ, ਕਿਉਂਕਿ ਵਪਾਰੀ ਸੀਗੇ, ਵਪਾਰੀ ਕੋਈ ਨਾ ਕੋਈ ਆਇਆ ਰਹਿੰਦਾ ਸੀ ਸਾਡੇ ਘਰ 'ਚ, ਤੇ ਉਸ ਸਮੇਂ ਨਾ ਕੋਈ ਵਪਾਰੀ ਆ ਗਿਆ ਮੱਝ ਵੇਖਣ ਵਾਸਤੇ। ਤਾਂ ਮੈਂ ਉਹਨਾਂ 10 ਮਿੰਟਾਂ 'ਚ ਆਪਣੀ ਪਲਾਨਿੰਗ ਕੀਤੀ ਮੈਂ ਘਰੋਂ ਕਿੱਦਾਂ ਜਾਣਾ, ਕਿਉਂਕਿ ਮੈਂ ਜਾ ਨਹੀਂ ਸੀ ਸਕਦੀ, ਮੇਰੇ ਤੇ ਪੂਰਾ ਪਹਿਰਾ ਹੋ ਗਿਆ ਸੀਗਾ, ਮੇਰੇ ਤੇ ਪੂਰੀ ਨਜ਼ਰ ਰੱਖੀ ਉਹਨਾਂ ਨੇ। ਤਾਂ ਮੈਂ ਮਤਲਬ ਮਾਈਂਡ 'ਚ ਇਹ ਸੋਚਿਆ ਵੀ ਮੈਂ ਆਪਣੇ ਗਵਾਂਢੀਆਂ ਦੇ ਘਰੇ ਜਾਣ ਦਾ ਇੱਕ ਬਣਾਇਆ ਢੋਂਗ ਜਿਹਾ, ਵੀ ਮੈਂ ਗਵਾਂਢੀਆਂ ਦੇ ਘਰ ਚੱਲੀ ਆ। ਮੇਰੇ ਉਦਾਂ ਹੀ ਮਤਲਬ ਪੁਰਾਣੇ ਕੱਪੜੇ ਪਾਏ ਜਿਵੇਂ ਆਪਾਂ ਘਰ 'ਚ ਪਾਉਣੇ ਹੁੰਦੇ ਆ, ਵੈਸੇ ਹੀ ਟੁੱਟੀਆਂ ਦੀਆਂ ਚੱਪਲਾਂ ਪਾਈਆਂ ਹੋਈਆਂ ਸੀ, ਉਦਾਂ ਹੀ ਬਸ ਇੱਕ ਚੁੰਨੀ ਲੱਭ ਲਈ ਵੀ ਚੁੰਨੀ ਮਿਲ ਜੇ ਮੈਨੂੰ। ਜਦੋਂ ਮੈਂ ਇਦਾਂ ਗਈ ਤੇ ਮੇਰੀ ਮਾਸੀ ਨੇ ਮੇਰੇ ਭਰਾ ਨੂੰ ਕਿਹਾ ਤਾਂ ਵੀ ਉਹ ਚੱਲੀ ਘਰੋਂ, ਮੈਂ ਵਾਪਸ ਮੋੜ ਆਈ, ਮੈਨੂੰ ਸੁਣ ਗਿਆ ਗਲੀ 'ਚ ਹੀ। ਮੈਂ ਦਿਖਾਵਾ ਕੀਤਾ ਆਪਣੇ ਗਵਾਂਢੀਆਂ ਦੇ ਘਰ ਜਾਣ ਦਾ, ਵਾਪਸ ਮੋੜ ਆਈ। ਫਿਰ ਮੈਂ ਕੀ ਕੀਤਾ, ਪਹਿਲਾਂ ਹੁਣ ਸਰ ਮੈਂ ਰੁਖਣੇ ਫਰੋਲੇ ਕਿ ਮੈਨੂੰ ਇੱਕ ਵਾਰੀ ਕਿਰਾਇਆ ਲੱਭ ਜੇ ਥੋੜਾ ਜਿਹਾ, ਕਿਉਂਕਿ ਕਿਰਾਇਆ ਤੇ ਜ਼ਰੂਰੀ ਸੀ, ਉਸ ਤੋਂ ਬਿਨਾਂ ਮੈਂ ਜਾ ਨਹੀਂ ਸਕਦੀ ਕਿਤੇ ਵੀ। ਮੈਨੂੰ ਸਿਰਫ 5 ਰੁਪਏ ਲੱਭੇ, ਉਹ 5 ਮੈਂ ਆਪਣੇ ਮੂੰਹ 'ਚ ਪਾਏ ਕਿ ਜੇ ਮੈਂ ਹੱਥ 'ਚ ਫੜੂੰਗੀ ਤਾਂ ਵੀ ਉਹਨਾਂ ਨੂੰ ਪਤਾ ਲੱਗਣਾ ਵੀ ਇਹ ਚੱਲੀ ਆ। ਪਹਿਲਾਂ ਮੈਂ ਆਪਣਾ ਸਮੂਨ ਦੇਖਿਆ, ਹੁਣ ਮੇਰਾ ਸਾਰਾ ਸਮਾਨ ਤੋੜਤਾ, ਜਿਹੜੇ ਹੈਂਡ ਬੋਰਡ ਬਣੇ ਹੁੰਦੇ ਸੀ ਨਾ ਉੱਤੇ ਇਸਤਰੀਆਂ ਬਾਰੇ ਲਿਖਿਆ, ਜਿਹੜੇ ਧਰਨੇ 'ਚ ਲੈ ਕੇ ਜਾਂਦੇ ਸੀ ਅਸੀਂ, ਉਹ ਸਾਰੇ ਤੋੜਤੇ। ਗਦਰ ਪਾਰਟੀ ਦਾ ਸਾਹਿਤ ਸੀਗਾ ਉਹ ਸਾਰਾ ਪਾੜਤਾ, ਨਹਿਰ 'ਚ ਸੁੱਟ ਆਏ ਸੀ ਮਤਲਬ ਉਹ ਨਾ, ਮੇਰੀਆਂ ਫੋਟੋ ਸਭ ਕੁਝ ਪਾੜਤਾ ਉਹਨਾਂ ਨੇ, ਡਾਕੂਮੈਂਟ ਸਾਰੇ ਚੱਕ ਲਏ। ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਜਦੋਂ ਮੈਂ ਦੁਬਾਰਾ ਫਿਰ ਉੱਦਾਂ ਹੀ ਕੀਤਾ, ਉਹਨਾਂ ਨੂੰ ਲੱਗਿਆ ਵੀ ਹੁਣ ਨਹੀਂ ਜਾਂਦੀ, ਵੀ ਇਹ ਤੇ ਗਵਾਂਢੀਆਂ ਦੀ ਜਾਂਦੀ ਆ। ਉੱਥੋਂ ਬਸ ਫਿਰ ਮੈਂ, ਸਾਡੀ ਗਲੀ ਬਹੁਤ ਭੀੜੀ ਜੀ, ਉੱਥੋਂ ਸ਼ੂਟ ਹੀ ਵੱਟਦੀ ਸਿੱਧੀ। ਮੇਰੀ ਇੱਕ ਫਰੈਂਡ ਸੀਗੀ ਮੇਰੇ ਨਾਲ ਹੀ ਪੜ੍ਹਦੀ ਸੀ, ਉਹਨੂੰ ਪਤਾ ਸੀ, ਮੈਂ ਹਮੇਸ਼ਾ ਦੱਸ ਦਿੰਦੀ ਹੁੰਦੀ ਸੀ ਉਹਨਾਂ ਨੂੰ, ਇਹ ਗੱਲ ਪਤਾ ਸੀ, ਨਾਲ ਹੀ ਪੜ੍ਹਦੀਆਂ ਸੀ ਕਾਲਜ 'ਚ, ਵੀ ਇਹ ਜਾ ਸਕਦੀ ਆ। ਮੈਂ ਉਹਨੂੰ ਸਾਰੀ ਗੱਲ ਦੱਸਦੀ ਵੀ ਆਹ ਮੇਰੇ ਨਾਲ ਵਾਪਰ ਗਿਆ। ਉਹਨਾਂ ਦੇ ਘਰ ਨਹੀਂ ਸੀ ਉਹ ਕਦੇ ਵੀ ਗਏ, ਇੱਕ ਕੁੜੀ ਹੋਰ ਸੀ, ਉਹਨਾਂ ਦੇ ਘਰ ਜ਼ਿਆਦਾ ਜਾਂਦੇ ਸੀ। ਉਹਦੇ ਫਾਦਰ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸੀ, ਕਿਉਂਕਿ ਮੇਰੇ ਫਾਦਰ ਉਹਨਾਂ ਨਾਲ ਰਾਬਤਾ ਸੀਗਾ ਉਹਨਾਂ ਦਾ। ਉਹਨਾਂ ਦੇ ਘਰੋਂ ਪੁੱਛ ਕੇ ਮੋੜ ਆਏ, ਤੇ ਮੈਨੂੰ ਇਹ ਤੇ ਪਤਾ ਸੀ ਵੀ ਸ਼ਾਇਦ ਇਹਨਾਂ ਦੇ ਘਰੇ ਨਾ ਆਉਣ। ਮੈਂ ਕੁੜੀ ਨੂੰ ਦੱਸਦਾ, ਮੈਂ ਕਿਹਾ ਤੂੰ ਸਿਰਫ ਮੈਨੂੰ 10 ਰੁਪਏ ਦੇ ਦੇ, ਮੈਨੂੰ ਇੰਨਾ ਕੀ ਕਿਰਾਇਆ ਚਾਹੀਦਾ, 15 ਰੁਪਏ ਲੱਗਦੇ ਕੋਟਕਪੂਰੇ ਤੱਕ ਪਹੁੰਚਣ ਦੇ। ਤਾਂ ਉਹ ਕਹਿੰਦੀ ਵੀ ਤੂੰ, ਉਹਨੂੰ ਵੀ ਇਹੀ ਸੀ ਵੀ ਕਿਤੇ ਗਲਤ ਕਦਮ ਨਾ ਉਠਾ ਰਹੀ ਹੋਵੇ, ਗਲਤ ਮਤਲਬ ਵੀ ਕਿਸੇ ਮੁੰਡੇ ਨਾਲ ਨਾ ਜਾਣਾ ਹੋਵੇ। ਮੈਨੂੰ ਕਿ ਇਸ ਗੱਲੋਂ ਬੇਫਿਕਰ ਰਹਿ ਜਾ, ਇਹ ਕੰਮ ਤੇ ਮੈਂ ਘਰ ਰਹਿ ਕੇ ਵੀ ਕਰ ਲੈਣਾ ਸੀਗਾ, ਮੈਂ ਇਸ ਕੰਮ ਚੱਲੀ ਆ ਆਪਣੇ, ਤੇ ਹੁਣ ਮੈਂ ਮਤਲਬ ਘਰੇ ਨਹੀਂ ਮੈਂ ਸੇਫ ਹੈਗੀ। ਚਲੋ ਉਹਨੇ ਮੇਰੀ ਹੈਲਪ ਕੀਤੀ, ਮੈਨੂੰ ਚੱਪਲਾਂ ਦਿੱਤੀਆਂ ਉਹਨੇ, ਤੇ 10 ਰੁਪਏ ਹੋਰ ਦਿੱਤੇ ਉਹਨੇ, ਇੱਕ ਪਰਸ ਫੜਾਤਾ ਛੋਟਾ ਜਿਹਾ, ਚੱਲ ਤੂੰ ਲੈ ਜਾ, ਉਹਦੇ ਨਾਲ ਇਹ ਲੱਗੂ ਵਾਕਈ ਕੁੜੀ ਨੇ ਜਾਣਾ ਵਾ ਕਿਤੇ। ਤੇ ਮੈਂ ਉੱਥੋਂ ਬਸ ਕੁਦਰਤ ਵੱਲੋਂ ਵੀ ਟੈਂਪੂ ਵੀ ਚਲੀ ਗਈ, ਕਿਸੇ ਨੇ ਨਹੀਂ ਦੇਖਿਆ। ਮੈਨੂੰ ਐਂ ਲੱਗਿਆ ਵੀ ਜੇ ਇੱਥੇ ਰਾਹ 'ਚ ਵੀ ਫੜ ਲਿਆ ਤਾਂ ਮੇਰੇ ਮਨ 'ਚ ਇਹ ਸੀਗਾ ਵੀ ਮੈਂ ਨਾਅਰੇ ਲਾਉਣ ਲੱਗ ਜੂੰਗੀ, ਘੱਟੋ ਘੱਟ ਲੋਕਾਂ ਨੂੰ ਇਹ ਲੱਗੂਗਾ ਵੀ ਕੁੜੀ ਕੀ ਕਰਦੀ ਆ ਨਾ। ਨਾਅਰੇ ਲਾਉਣ ਤੋਂ ਵੀ ਇਹ ਨਹੀਂ ਹੋਊਗਾ ਕਿਉਂ ਫੜ ਰਹੇ ਆ ਘਰ ਦੇ ਉਹਦੇ। ਚਲੋ ਉਸ ਦਿਨ ਮੈਂ ਬੱਸ ਵੀ ਰਾਹ 'ਚ ਹੀ ਚੜ੍ਹ ਗਈ, ਕੁਦਰਤ ਵੱਲੋਂ ਮਤਲਬ ਮੈਨੂੰ ਬੱਸ ਮਿਲੀ, ਮੈਂ ਪਹੁੰਚ ਗਈ। ਫੋਨ ਆਪਣਾ ਮੈਂ ਬੰਦ ਕਰ ਲਿਆ। ਤਾਂ ਉਹਦੇ 'ਚ ਫਿਰ ਮੇਰੇ ਪੇਰੈਂਟਸ ਨੇ ਕਾਫੀ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਚਲੀ ਗਈ ਆ, ਲੱਭਿਆ ਉਹਨਾਂ ਨੇ, ਉਹਨਾਂ ਸਾਥੀਆਂ ਨੂੰ ਵੀ ਫੋਨ ਕੀਤਾ। ਕਿਸੇ ਮੇਰੇ ਸਾਥੀ ਨੂੰ ਵੀ ਨਹੀਂ ਸੀ ਪਤਾ ਵਿਚਾਰਿਆਂ ਨੂੰ ਵੀ ਇਹਨੇ ਇੱਦਾਂ ਅੱਜ ਦੇ ਨਾਲ ਵਾਪਰ ਜਾਣੀ ਆ। ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਮੈਂ ਇੱਦਾਂ ਆ ਗਈ। ਮੈਂ ਜਿਸ ਸਾਡੇ ਫਰੀਦਕੋਟ ਤੋਂ ਨੇ, ਸੌਰੀ ਕੋਟਕਪੂਰੇ ਤੋਂ ਨੇ, ਮਾਸਟਰ ਗੁਰਦਿਆਲ ਭੱਟੀ, ਉਸ ਸਮੇਂ ਉਹ ਟੀਚਰ ਯੂਨੀਅਨ 'ਚ ਕੰਮ ਕਰਦੇ ਸੀ, DDF ਦੇ ਵਿੱਚ ਉਹ ਆਗੂ ਸੀ। ਉਹਨਾਂ ਦੇ ਘਰੇ ਅਸੀਂ ਪਹਿਲਾਂ ਜਾਂਦੇ ਜੁੰਦੇ ਰਹਿੰਦੇ ਸੀ, ਉਹ ਤਾਂ ਘਰ ਯਾਦ ਸੀਗਾ ਮੈਨੂੰ, ਤੇ ਮੈਂ ਉੱਥੇ ਚਲੀ ਗਈ। ਉਹ ਵੀ ਉਸ ਦਿਨ ਚੰਡੀਗੜ੍ਹ ਗਏ ਹੋਏ ਸੀਗੇ, ਸਾਹਮਣੇ ਘਰ ਸੀ, ਚਲੋ ਉਹਨਾਂ ਨਾਲ ਵੀ ਦੋਸਤੀ ਸੀ। ਮੈਂ ਉਹਨਾਂ ਨੂੰ ਫੋਨ ਕਰਕੇ ਸਿਚੁਏਸ਼ਨ ਪਤਾ ਲੱਗ ਗਈ ਸੀ ਉਹਨਾਂ ਨੂੰ ਮੇਰੀ, ਤੇ ਉਹ ਕਹਿੰਦੇ ਵੀ ਕੋਈ ਨਾ ਤੂੰ ਗੁਆਂਢੀਆਂ ਦੇ ਘਰ ਬੈਠ, ਅਸੀਂ ਆ ਜਾਾਂਗੇ ਸ਼ਾਮ ਤੱਕ। ਮੈਂ ਉੱਥੇ ਬੈਠੀ ਰਹੀ, ਪਰ ਅੰਦਰੋਂ ਡਰ ਬਹੁਤ ਸੀਗਾ ਵੀ ਆ ਨਾ ਜਾਣ, ਪਰ ਇਹ ਪਤਾ ਸੀਗਾ। ਫਿਰ ਮੈਨੂੰ ਇੱਕ ਹੋਰ ਸਾਡਾ ਕੋਟਕਪੂਰੇ ਦਾ ਸਾਥੀ ਸੀ, ਆਪਣੇ ਘਰ ਲੈ ਗਿਆ। ਫਿਰ ਬਸ ਉੱਥੋਂ ਉਹਨਾਂ ਨੇ ਉਸ ਤੋਂ ਬਾਅਦ ਕੰਪਲੇਂਟ ਵੀ ਕੀਤੀ ਸਾਡੇ ਤੇ, ਮੇਰੇ ਉਹਨਾਂ ਸਾਥੀਆਂ ਤੇ ਵੀ ਕੀਤੀ, ਰਜਿੰਦਰ ਹੋਰਾਂ ਤੇ, ਸਾਡੇ ਜਿਹੜੇ ਪ੍ਰਧਾਨ ਸੀ ਉਸ ਸਮੇਂ ਉਹਨਾਂ ਤੇ ਕੀਤੀ। ਤੇ ਉਹਨਾਂ ਨੇ ਵੀ ਫਿਰ ਬਾਅਦ ਦੇ ਵਿੱਚ ਚਲੋ ਅਗਲੇ ਦਿਨ ਆਏ। ਅਸੀਂ ਸੋਚਿਆ ਚਲੋ ਫਿਰ ਵੀ ਫੈਮਿਲੀ ਨੂੰ ਮਿਲ ਲੈਂਦੇ ਆ ਨਾ, ਕੋਈ ਗੱਲ ਨਹੀਂ, ਵੀ ਗੱਲਾਂ ਬਾਤਾਂ ਹੋ ਜਾਂਦੀਆਂ ਹੁੰਦੀਆਂ। ਬਸ ਬਾਅਦ 'ਚ ਉਹਨਾਂ ਨੇ ਕਲੀਅਰ ਹੀ ਕਰਤਾ ਵੀ ਅਸੀਂ ਇਹਨੂੰ ਰੱਖਣਾ ਹੀ ਨਹੀਂ। ਤੇ ਉਹਨਾਂ ਨੇ ਫਿਰ ਮੈਨੂੰ ਵੀ ਪੁੱਛਿਆ ਵੀ ਤੁਸੀਂ, ਤੇਰਾ ਕੀ ਫੈਸਲਾ? ਮੈਂ ਕਿਹਾ ਵੀ ਮੈਂ ਉਸ ਘਰ ਜਾਣਾ ਹੀ ਨਹੀਂ, ਕਿਉਂਕਿ ਜੇ ਮੈਂ ਗਈ, ਇਹ ਗੱਲ ਤੈਅ ਆ ਵੀ ਅੱਜ ਤੋਂ ਬਾਅਦ ਮੈਂ ਤੁਹਾਡੇ ਕੋਲੇ ਵਾਪਸ ਨਹੀਂ ਆਉਂਦੀਗੀ। ਤੇ ਨਾ ਉਹ ਹੁਣ ਮੈਨੂੰ ਰੱਖਣ, ਘਰੋਂ ਜਾਣ ਦਾ ਮਤਲਬ ਕੁਝ ਹੋਰ ਸਮਝਿਆ ਜਾਂਦਾ, ਮੈਨੂੰ ਉਹਨਾਂ ਨੇ ਰੱਖਣਾ ਵੀ ਨਹੀਂ। ਫੈਮਿਲੀ ਦੇ ਨਾਲ ਕੋਈ ਤਾਲਮੇਲ ਨਹੀਂ ਆ ਹੁਣ ਤੱਕ? ਕੋਈ ਪਰਿਵਾਰ ਦੇ ਵਿੱਚ, ਪਰਿਵਾਰ ਹੁਣ ਹੈ ਕਿੱਥੇ ਸਾਰਾ? ਇਸ ਵਕਤ ਮੇਰਾ ਸਾਰਾ ਪਰਿਵਾਰ ਕੈਨੇਡਾ 'ਚ ਆ। ਉਹਨਾਂ ਨੂੰ ਹੋ ਗਿਆ ਹੁਣ 2.5-3 ਸਾਲ ਹੋ ਗਏ ਫੋਰਨ ਗਿਆ ਨੂੰ, ਤੇ ਇਸ ਵਕਤ ਉਹ ਕੈਨੇਡਾ 'ਚ ਨੇ। ਉਹਨਾਂ ਦਾ ਕੋਈ ਮੇਰੇ ਨਾਲ ਰਾਬਤਾ ਨਹੀਂ ਹੈ। 2 ਸਿਸਟਰ ਨੇ, ਉਹ ਜ਼ਰੂਰ ਕਰ ਲੈਂਦੀਆਂ, ਪਰ ਉਹ ਵੀ ਮੈਸੇਜ ਵਗੈਰਾ ਤੇ ਹੀ ਕਰਦੀਆਂ, ਉੱਦਾਂ ਫੋਨ ਡਰਦਾ ਮੈਨੂੰ ਕੋਈ ਵੀ ਫੋਨ ਨਹੀਂ ਕਰਦਾ ਹੈ। ਬ੍ਰਦਰ ਵੀ ਆ ਮੇਰੇ, ਉਹ ਵੀ ਕੈਨੇਡਾ 'ਚ ਹੀ ਆ, ਮੇਰੇ ਤੋਂ ਸਾਲ ਕੁ ਛੋਟੇ ਵੀ ਆ। ਤੇ ਸਾਡੀ 25 ਸਾਲਾਂ 'ਚ ਕਦੇ ਨਹੀਂ ਸੀ ਬਣੀ, ਪਰ ਇੱਕ ਵਾਰੀ ਉਹਨਾਂ ਨੂੰ ਲੋੜ ਸੀਗੀ ਮੇਰੇ ਤਾਈਂ, ਮੈਨੂੰ PC ਰਿਪੋਰਟ ਚਾਹੀਦੀ ਸੀ, ਤੇ ਉਹ 'ਚ ਸਾਈਨ ਮੇਰੇ ਜ਼ਰੂਰੀ ਸੀਗੇ। ਤਾਂ ਉਦੋਂ ਪਹਿਲੀ ਵਾਰੀ ਉਹ ਮੈਨੂੰ ਮਿਲਿਆ, ਤੇ ਮਤਲਬ ਜੱਫੀ ਪਾ ਕੇ ਮੈਨੂੰ ਪਹਿਲੀ ਵਾਰੀ ਲੱਗਿਆ ਵੀ ਇਹ ਚੇਂਜ ਹੋਇਆ ਵਾ। ਤਾਂ ਕਿਉਂਕਿ ਲੋਕ ਅਖਬਾਰਾਂ 'ਤੇ ਪੜ੍ਹਦੇ ਸੀ, ਰਹਿੰਦੇ ਸੀ ਮੇਰੇ ਬਾਰੇ। ਮੈਂ ਉੱਥੇ ਹੀ ਰਹੀ ਹਾਂ ਕਾਲਜ ਦੇ ਵਿੱਚ, ਮੈਨੂੰ ਵੇਖਦੇ ਸੀ, ਪਿੰਡ ਦੇ ਮੁੰਡੇ ਪੜ੍ਹਦੇ ਸੀ, ਉੱਥੇ ਜਾ ਕੇ ਦੱਸਦੇ ਸੀ ਉਹ ਤੇ ਉੱਦਾਂ ਹੀ ਆਉਂਦੀ ਆ ਕੁੜੀ, ਕੋਈ ਵਿਆਹ ਵੀ ਨਹੀਂ ਕਰਾਇਆ ਉਹਨੇ। ਤਾਂ ਉਹਦੇ 'ਚ ਫਿਰ ਚਲੋ ਬ੍ਰਦਰ ਥੋੜ੍ਹਾ ਚੇਂਜ ਵੀ ਹੋਇਆ। ਅੱਜ ਵੀ ਬ੍ਰਦਰ ਮੇਰਾ ਗੱਲ ਕਰਦਾ, ਪਰ ਮੈਸੇਜ ਤੇ ਹੀ ਉਹ ਕਰਦੇ ਆ ਵੀ ਫਾਦਰ ਦਾ ਇੰਨਾ ਕੁ ਹਜੇ ਵੀ ਉਹਨਾਂ ਤੇ ਸਾਰਿਆਂ ਤੇ ਰੋਹ ਆ, ਜਿਸ ਕਰਕੇ ਮਾਤਾ ਵੀ ਨਹੀਂ ਮੇਰੇ ਕਦੀ ਮਿਲਦੇ ਹੈਗੇ। ਅਚਾਨਕ ਮਿਲਿਆ ਸੀ ਹਲੇ ਤੱਕ 6 ਸਾਲਾਂ 'ਚ, 6 ਤੋਂ ਵੀ ਹੁਣ ਤੇ ਵੱਧ ਹੋ ਗਿਆ ਮੈਨੂੰ। ਇੱਕ ਵਾਰ ਮੈਂ 2 ਸਾਲ ਬਾਅਦ ਘਰ ਤੋਂ ਮਤਲਬ ਆਉਣ ਤੋਂ ਬਾਅਦ 2 ਸਾਲਾਂ ਬਾਅਦ ਮੈਂ ਉਹਨਾਂ ਨੂੰ ਇੱਕ ਬੱਸ 'ਚ ਮਿਲੀ। ਮੈਂ ਮੂਹਰੇ ਬੈਠੀ ਸੀ ਤੇ ਮੇਰੇ ਮਦਰ ਚੜ੍ਹਨ ਲੱਗੇ ਸੀ ਬੱਸ 'ਚ, ਮੈਂ ਉਦੋਂ ਦੇਖਿਆ। ਪਰ ਮੇਰੀ ਸਿਸਟਰ ਨੇ ਮੈਨੂੰ ਇਸ਼ਾਰਾ ਕਰਤਾ ਵੀ ਤੂੰ ਮੂੰਹ ਨਾ ਇੱਧਰ ਨੂੰ ਕਰੀ, ਵੀ ਪਤਾ ਨਹੀਂ ਉਹਨਾਂ ਨੂੰ ਕਿਵੇਂ ਮੰਮੀ ਰਿਐਕਟ ਕਰੂਗੀ। ਇੱਕੋ ਬੱਸ 'ਚ
ਤੁਸੀਂ ਵੀ ਤੇ ਤੁਹਾਡੇ ਮਦਰ ਵੀ, ਪਰ ਤੁਸੀਂ ਮਿਲੇ ਨਹੀਂ ਇੱਕ ਦੂਜੇ ਨੂੰ। ਨਹੀਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਬਾਅਦ ਚ ਹੌਲੀ ਹੌਲੀ ਮੇਰੀ ਸਿਸਟਰ ਨੂੰ ਹੀ ਫੀਲ ਜਾ ਹੋਇਆ, ਚਲੋ ਉਹਨੇ ਮਾਤਾ ਨੂੰ ਦੱਸਤਾ ਵੀ ਇਹ 'ਚ ਹਰਦੀਪ ਬੈਠੀ ਆ ਬੱਸ 'ਚ। ਫਿਰ ਮੇਰੇ ਮੰਮੀ ਮੈਨੂੰ ਮਿਲ ਤਾਂ ਲਏ ਤੇ ਇਦਾਂ ਮਤਲਬ ਜੱਫੀ ਪਾ ਕੇ, ਉਹ ਵੀ ਪਹਿਲੀ ਵਾਰੀ ਮਿਲੇ। ਸਾਡੇ ਮੰਮੀ ਵੀ ਨਹੀਂ, ਅਸੀਂ ਵੀ ਨਹੀਂ ਕਦੇ ਇਦਾਂ ਮਿਲੇ ਮੁਲੇ ਸੀਗੇ। ਉਸ ਸਮੇਂ ਪਹਿਲੀ ਵਾਰੀ ਉਹ ਜੱਫੀ ਪਾ ਕੇ ਮਿਲੇ, ਪਰ ਕੁਝ ਬੋਲੇ ਨਹੀਂ। ਪਰ ਇਹ ਸੀਗਾ ਕਿ ਮੇਰੀ ਉਹ ਸਥਿਤੀ ਦੇਖ ਕੇ ਨਿਸ਼ਚਿੰਤ ਹੋ ਗਿਆ ਸੀ ਥੋੜਾ ਜਿਹਾ ਵੀ ਇਹ ਠੀਕ ਰਹਿ ਰਹੀ ਹੈ। ਚਲੋ ਇੱਕ ਮਾਂ ਦਾ ਫਿਕਰ ਹੁੰਦਾ ਸੀ, ਇਹ ਨਹੀਂ ਕਹਿੰਦੇ ਉਹਨਾਂ ਨੂੰ ਨਹੀਂ ਹੁੰਦਾ ਨਾ, ਚਿੰਤਾ ਹੁੰਦੀ ਉਹਨਾਂ ਨੂੰ ਆਪਣੇ ਬੱਚਿਆਂ ਦੀ। ਪਰ ਉਹ ਇੱਕ ਗੱਲੋਂ ਬੇਫਿਕਰ ਹੋ ਗਏ ਸੀ ਵੀ ਇਹ ਬਹੁਤ ਠੀਕ ਠਾਕ ਆ, ਮੇਰੇ ਵਧੀਆ ਕੱਪੜੇ ਕੁਪੜੇ ਪਾਈ ਦੇਖ ਕੇ ਵੀ। ਤੇ ਪਹਿਲਾਂ ਨਾਲੋਂ ਵੀ ਸਿਹਤ ਵੀ ਚੰਗੀ ਬਣ ਗਈ, ਤੇ ਮੈਂ ਬਹੁਤ ਮਤਲਬ ਮਾੜੀ ਸਿਹਤ ਦੀ ਸੀਗੀ ਉਸ ਸਮੇਂ ਨਾ। ਉਸ ਬਸ ਸਾਡੀ ਹੋਰ ਕੋਈ ਗੱਲਬਾਤ ਨਹੀਂ ਹੋਈ। ਜਸਟ ਉਹਨਾਂ ਨੇ ਇੰਨਾ ਪੁੱਛਿਆ ਵੀ ਹੁਣ ਤੂੰ ਕੀ ਕਰਦੀ ਆ? ਮੈਂ ਕਿਹਾ ਮੈਂ ਪੜ੍ਹਦੀ ਆ, ਯੂਨੀਅਨ 'ਚ ਹੀ ਕੰਮ ਕਰਦੀ ਆ। ਮੈਂ ਕਿਹਾ ਹਾਂਜੀ ਮੈਂ ਉੱਥੇ ਹੀ ਕਰਦੀ ਆ। ਵੀ ਇੱਕ ਸਾਡੇ ਸਾਥੀ ਨਰਪੈ ਸਿੰਘ ਢੁੱਡੀਕੇ ਨੇ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ, ਉਹਨਾਂ ਨੂੰ ਜਾਣਦੇ ਸੀ ਉਹ। ਮੇਰੇ ਨਾਨਕਿਆਂ ਦੇ ਨਾਲ ਹੀ ਉਹਨਾਂ ਦਾ ਘਰ ਸੀ, ਚੂੜਚੱਕ ਮੇਰੇ ਨਾਨਕੇ ਆ, ਢੁੱਡੀਕੇ ਉਹਨਾਂ ਦਾ ਨਾਲ ਹੀ ਪਿੰਡ ਸੀ, ਉਹਨਾਂ ਨੂੰ ਜਾਣਦੇ ਸੀ ਉਹ। ਕਹਿੰਦੇ ਉਹਨਾਂ ਕੋਲ ਰਹਿੰਦੀ ਆ? ਮੈਂ ਕਿਹਾ ਹਾਂਜੀ ਮੈਂ ਉਹਨਾਂ ਕੋਲ ਰਹਿੰਦੀ। ਬਸ ਇੰਨੀ ਗੱਲ ਹੋਈ ਸਾਡੀ, ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ। ਅੱਛਾ, ਕਦੇ ਡਰ ਨਹੀਂ ਲੱਗਾ ਸੰਘਰਸ਼ ਸਰਕਾਰਾਂ ਦੇ ਨਾਲ? ਮੈਂ ਵੀ ਸੁਣਿਆ ਜਿਹੜੇ ਕ੍ਰਾਂਤੀਕਾਰੀ ਨੇ ਜਾਂ ਸੰਘਰਸ਼ ਦੇ ਰਾਹ ਤੇ ਚੱਲਦੇ ਨੇ, ਸਭ ਤੋਂ ਪਹਿਲਾਂ ਮੱਥਾ ਉਹਨਾਂ ਦਾ ਸਰਕਾਰਾਂ ਨਾਲ ਹੀ ਲੱਗਦਾ ਹੈ, ਲੀਡਰਾਂ ਨਾਲ ਹੀ ਲੱਗਦਾ ਹੈ। ਤਾਂ ਜਿਸ ਤਰੀਕੇ ਦੀਆਂ ਆਪਾਂ ਪੰਜਾਬ ਦੀ ਸਥਿਤੀ ਦੇਖਦੇ ਹਾਂ, ਕੋਈ ਵੱਡਾ ਕੋਈ ਪੰਜਾਬ ਦੇ ਵਿੱਚ ਕਾਂਡ ਹੋ ਜਾਵੇ ਤਾਂ ਕਿਤੇ ਨਾ ਕਿਤੇ ਜਾ ਕੇ ਉਹ ਸਿਆਸੀ ਧਿਰ ਦੇ ਨਾਲ ਕਿਸੇ ਨਾ ਕਿਸੇ ਨਾਲ ਜੁੜ ਜਾਂਦਾ ਹੈ, ਸਰਕਾਰਾਂ ਤੇ ਵੀ ਉਂਗਲ ਉੱਠਦੀ ਹੈ। ਜਾਂ ਜੇ ਕੋਈ ਬੋਲਦਾ ਹੈ, ਵਿਰੋਧ ਕਰਦਾ ਹੈ ਕਿਸੇ ਸੱਚਾਈ ਨੂੰ ਉਜਾਗਰ ਕਰਨ ਦੇ ਲਈ, ਤਾਂ ਉਹਦੇ ਖਿਲਾਫ ਵੀ ਵੱਡੇ ਵੱਡੇ ਲੀਡਰ ਵੀ ਕਈ ਵਾਰ ਅੜ ਜਾਂਦੇ ਨੇ, ਹੈ ਨਾ। ਤਾਂ ਕਦੇ ਡਰ ਨਹੀਂ ਲੱਗਾ ਵੀ ਮੈਂ ਇਹਨਾਂ ਲੀਡਰਾਂ ਦੇ ਨਾਲ ਆਡਾ ਲਾ ਰਹੀ ਹਾਂ? ਨਹੀਂ, ਕਿਉਂਕਿ ਜਦੋਂ ਅਸੀਂ ਯੂਨੀਅਨ 'ਚ ਹੀ ਆ ਗਏ ਜੀ, ਪਹਿਲੀ ਗੱਲ ਨਾ ਸਭ ਤੋਂ ਵੱਡਾ ਡਰ ਹੁੰਦਾ ਕਰਦਿਆਂ ਵਾਲਾ ਹੀ। ਜਦੋਂ ਉਹ ਡਰ ਨਿਕਲ ਗਿਆ, ਸਰਕਾਰਾਂ ਸਾਡੇ ਲਈ ਕੁਝ ਵੀ ਨਹੀਂ ਫਿਰ ਵੀ ਉਹਨਾਂ। ਬਾਕੀ ਗੱਲ ਸਾਨੂੰ ਇਹ ਗੱਲ ਕਲੀਅਰ ਹੁੰਦੀ ਆ ਵੀ ਜਦੋਂ ਅਸੀਂ ਇਸ ਯੂਨੀਅਨ 'ਚ ਆ ਰਹੇ ਹਾਂ ਨਾ, ਹੌਲੀ ਹੌਲੀ ਸਾਨੂੰ ਸਾਲ 2 ਸਾਲ 3 ਸਾਲ 'ਚ ਕਲੀਅਰ ਹੋ ਜਾਂਦਾ ਵੀ ਸਾਡਾ ਮੱਥਾ ਕਿੱਧਰ ਨੂੰ ਲੱਗਣਾ। ਕਿਉਂਕਿ ਜਦੋਂ ਸਾਡਾ ਹੈ ਹੀ ਐਂਟੀ ਗਵਰਨਮੈਂਟ ਆ, ਇੱਕ ਆਮ ਲੋਕਾਂ ਦੀ ਅਸੀਂ ਜਦੋਂ ਗੱਲ ਕਰਨੀ ਹੈ ਤਾਂ ਲਾਜ਼ਮੀ ਹੈ ਕਿ ਸਰਕਾਰ ਸਾਡੇ ਐਂਟੀ ਆ ਨਾ। ਸਾਨੂੰ ਇਹ ਗੱਲ ਕਲੀਅਰ ਆ ਵੀ ਸਾਡਾ ਰਸਤਾ ਬਹੁਤ ਕੰਡਿਆਂ ਭਰਿਆ, ਸਾਡੇ ਤੇ ਪਰਚੇ ਵੀ ਬਹੁਤ ਹੋ ਸਕਦੇ ਆ, ਸਾਨੂੰ ਪਤਾ ਨਹੀਂ ਕਿੰਨੇ ਕੁ ਵਾਰੀ ਜੇਲ੍ਹਾਂ 'ਚ ਜਾਣਾ ਪੈ ਸਕਦਾ, ਤੇ ਹੋ ਸਕਦਾ ਸਾਰੀ ਉਮਰ ਲਈ ਕਿਸੇ ਟਾਈਮ ਜੇਲ੍ਹਾਂ 'ਚ ਰਹਿਣਾ ਵੀ ਪਵੇ। ਇਹ ਗੱਲ ਸਾਨੂੰ ਕਲੀਅਰ ਆ, ਜਿਸ ਕਰਕੇ ਜਿਹੜਾ ਉਦੋਂ ਮੈਂ 3 ਮਹੀਨੇ ਜੇਲ੍ਹ 'ਚ ਲਾ ਲਏ, ਥਾਣਿਆਂ 'ਚ ਤਾਂ ਮੈਂ ਕਈ ਵਾਰੀ ਜਾ ਚੁੱਕੀ ਹਾਂ, ਮੈਨੂੰ ਇੱਦਾਂ ਰੱਖਿਆ ਗਿਆ। ਅੱਛਾ, ਉਹ 307 ਵਾਲੇ ਮਾਮਲੇ ਤੋਂ ਇਲਾਵਾ ਹੋਰ ਪਰਚੇ ਕਿੰਨੇ ਨੇ ਤੁਹਾਡੇ ਤੇ? ਪਰਚਾ ਇੱਕ ਹੋਰ ਹੈ ਜੀ, ਉਹ ਅਸੀਂ ਕੋਈ ਪਿੰਡ ਦਾ ਮਸਲਾ ਸੀਗਾ ਕਿ ਉਸ ਪਿੰਡ ਦੇ ਵਿੱਚ ਛੱਪੜ ਦਾ ਮਸਲਾ ਸੀ, ਕੋਟਕਪੂਰਾ ਡਿਸਟ੍ਰਿਕਟ 'ਚ ਢਿਲਵਾਂ ਪਿੰਡ। ਤੇ ਉੱਥੇ ਇੱਕ ਮਸਲਾ ਸੀ ਇਹ ਕਿ ਜਿਹੜੇ ਮਜ਼ਦੂਰ ਆ ਨਾ, ਉਹਨਾਂ ਦੇ ਘਰਾਂ 'ਚ ਪਾਣੀ ਜਾਂਦਾ ਸੀ ਛੱਪੜ ਦਾ, 8 ਕਿੱਲਿਆਂ 'ਚ ਛੱਪੜ ਸੀ। ਤਾਂ ਅਸੀਂ ਉਹਦੇ ਖਿਲਾਫ ਪ੍ਰੋਟੈਸਟ ਕੀਤਾ ਸੀ, ਲੋਕ ਵਿਚਾਰੇ ਆਏ ਸੀ ਸਾਡੇ ਕੋਲ ਵੀ ਸਾਡਾ ਵੀ ਕੋਈ ਹੱਲ ਕਰੋ, ਤੇ ਉਹਦੇ ਤੇ ਅਸੀਂ ਵਿਰੋਧ ਕੀਤਾ ਸੀ। ਸਰਕਾਰ ਸੁਣਨੀ ਸੀ, ਉਸ ਸਮੇਂ ਡੀਸੀ ਦਾ ਸੀਗਾ, ਉਹਨੇ ਕਰਨਾ ਸੀਗਾ। ਮਤਲਬ ਉਸ ਕਿਸੇ ਦੇ ਪਿੰਡ ਬਦਲੇ ਵੀ ਇੱਕ ਉਹ ਵੀ ਪਰਚਾ ਬੋਲਦਾ। ਅੱਛਾ, ਮੈਨੂੰ ਦੱਸਿਓ, ਇਹ ਹਰ ਕੁੜੀ ਦੀ ਇੱਛਾ, ਤੁਸੀਂ ਵਿਆਹ ਵਾਲੇ ਕੈਨੇਡਾ ਵਾਲਾ ਤਾਂ ਸਾਰਾ ਕੁਝ ਠੁਕਰਾ ਦਿੱਤਾ, ਹਾਲਾਂਕਿ ਬਹੁਤ ਵੱਡਾ ਸਟੈਪ ਸੀਗਾ ਉਹ ਵੀ, ਕਿਉਂਕਿ ਅੱਜ ਹਰ ਨੌਜਵਾਨ ਦੀ ਇਹੀ ਇੱਛਾ ਵੀ ਮੈਂ ਅਮਰੀਕਾ, ਕੈਨੇਡਾ ਜਾਂ ਕਿਸੇ ਚੰਗੇ ਮੁਲਕ ਦੇ ਵਿੱਚ ਜਾ ਕੇ ਹੀ ਆਪਣਾ ਫਿਊਚਰ ਸੈੱਟ ਕਰਾਂ। ਫਿਰ ਤੁਹਾਡੀ ਲਾਈਫ ਤਾਂ ਅੱਗੇ ਤੁਰਦੀ ਗਈ, ਫਿਰ ਅੱਗੇ ਵਿਆਹ ਦਾ, ਕਿਉਂਕਿ ਵਿਆਹ ਤਾਂ ਮੈਨੂੰ ਲੱਗਦਾ ਉਹ ਜਿਹੜੀ ਲਹਿਰ ਦੇ ਵਿੱਚ ਹੀ ਹੋਵੇ, ਉਹਨਾਂ ਦੇ ਵੀ ਵਿਆਹ ਕਰਵਾਉਂਦੇ ਹੀ ਨੇ, ਹੈ ਨਾ। ਉਹਨਾਂ ਨੇ ਵੀ ਤਾਂ ਆਪਣੇ ਜੀਵਨ ਨੂੰ ਅੱਗੇ ਤੋਰਨਾ ਹੈ। ਹੋ ਸਕਦਾ ਉਹਨਾਂ ਦੀ ਸੋਚ ਦੇ ਮੁਤਾਬਕ ਜਿਹੜਾ ਬੰਦੇ ਦੀ ਸੋਚ ਰਲਦੀ ਹੈ, ਉੱਥੇ ਵਿਆਹ ਦਾ ਫੈਸਲਾ ਲੈ ਲੈਣ ਉਹਨਾਂ ਦੇ ਨਾਲ। ਤੁਸੀਂ ਫਿਰ ਅੱਗੇ ਲਾਈਫ ਦੇ ਵਿੱਚ ਇਹ ਪੜਾਅ ਕਿਵੇਂ ਪਾਰ ਕੀਤਾ? 5-6 ਸਾਲ ਹੋ ਗਏ ਸੀ ਮੈਨੂੰ ਇੱਧਰ ਯੂਨੀਅਨ 'ਚ ਕੰਮ ਕਰਦਿਆਂ ਨੂੰ। ਇਹ ਤਾਂ ਚਲੋ ਕਲੀਅਰ ਸੀਗਾ ਵੀ ਵਿਆਹ ਹੋ ਗਿਆ, ਠੀਕ ਹੈ, ਨਾ ਹੋ ਗਿਆ ਤਾਂ ਵੀ ਠੀਕ ਹੈ। ਜਦੋਂ ਅਸੀਂ ਇੱਧਰ, ਕਿਉਂਕਿ ਅਸੀਂ ਬਿਲਕੁਲ ਫ੍ਰੀ ਹੋ ਕੇ ਕੰਮ ਕਰ ਰਹੇ ਹਾਂ ਆਪਣਾ, ਇਹਦੇ 'ਚ ਕੋਈ ਰੋਕ ਨਹੀਂ, ਕੋਈ ਟੋਕ ਨਹੀਂ ਹੈਗੀ ਤੁਹਾਨੂੰ, ਤੁਸੀਂ ਆਪਣੇ ਖੁੱਲ੍ਹ ਕੇ ਵਿਚਾਰ ਰੱਖ ਸਕਦੇ ਹੋ। ਜੇ ਤੁਹਾਨੂੰ ਕੋਈ ਸਾਥੀ ਪਸੰਦ ਵੀ ਹੈਗਾ, ਤੁਸੀਂ ਤਾਂ ਵੀ ਬੇਝਿਜਕ ਕਰਕੇ ਕਹਿ ਸਕਦੇ ਹੋ ਕਿ ਸਾਡਾ ਇਹਨਾਂ ਨਾਲ ਕਰ ਦਿੱਤਾ ਜਾਵੇ ਨਾ, ਕਿਉਂਕਿ ਇੱਥੇ ਇਹ ਤਾਂ ਹੈ ਨਹੀਂ ਵੀ ਤੁਹਾਡਾ ਨਹੀਂ ਕਰਨਗੇ ਸਾਥੀ। ਤੇ ਨਾ ਹੀ ਪਰ ਵਿਆਹ ਵੀ ਕੋਈ ਜ਼ਿੰਦਗੀ 'ਚ ਸਾਰਾ ਕੁਝ ਅੰਤ ਨਹੀਂ ਹੁੰਦਾ, ਇਹੀ ਜਾਂ ਇਹੀ ਤੁਹਾਡਾ ਇੱਕ ਫੈਸਲਾ ਨਹੀਂ ਹੁੰਦਾ ਇਕੱਲਾ ਵੀ ਤੁਸੀਂ ਵਿਆਹ ਕਰਾ ਲਿਆ ਤੇ ਇਹਦੇ ਨਾਲ ਹੀ ਤੁਹਾਡਾ ਮਤਲਬ ਮੋਟਿਵ ਇਕੱਲਾ ਇੱਕੋ ਹੀ ਹੁੰਦਾ ਨਾ। ਤੇ ਇਹੀ ਸੀਗਾ ਪਹਿਲਾਂ ਤਾਂ ਸੀਗਾ ਸ਼ੁਰੂ 'ਚ, ਚਲੋ ਜੇ ਹੋਇਆ ਵੀ ਤਾਂ ਆਪਾਂ ਆਰਗੇਨਾਈਜੇਸ਼ਨ 'ਚ ਹੀ ਕਰਾਵਾਂਗੇ, ਇੱਥੇ ਤੇ ਹੋ ਹੀ ਜਾਏਗਾ। ਤਾਂ ਉਹਦੇ 'ਚ ਫਿਰ ਹੌਲੀ ਹੌਲੀ ਅੱਗੇ ਵੱਧਦਾ ਚਲੋ ਸਾਡੇ ਸਟੇਟ ਪ੍ਰੈਜ਼ੀਡੈਂਟ ਨੇ ਰਣਵੀਰ ਰੰਧਾਵਾ, ਫਿਰ ਉਹਨਾਂ ਨਾਲ ਹੌਲੀ ਹੌਲੀ ਆਰਗੇਨਾਈਜੇਸ਼ਨ ਵੱਲੋਂ ਹੋਇਆ ਚਲੋ। ਤਾਂ ਮੈਨੂੰ ਵੀ ਸੀਗਾ ਕਿ ਮੈਂ ਮੁੰਡੇ ਨੂੰ ਜਾਣਦੀ ਹਾਂ, ਵਧੀਆ ਨੇ, ਉਹ ਵੀ ਹੋਲ ਟਾਈਮਰ ਹੈ, ਮਤਲਬ ਫੈਮਿਲੀ ਨਾਲ ਮਤਲਬ ਬੋਲਦੇ ਨੇ, ਇਹ ਨਹੀਂ ਹੈ ਕਿ ਉਹਨਾਂ ਨੇ ਘਰ ਨਹੀਂ ਛੱਡਿਆ ਹੈਗਾ, ਲੇਕਿਨ ਜਿੱਥੇ ਵੀ ਜ਼ਿੰਮੇਵਾਰੀ ਲਾਈ ਹੈਗੀ ਆ ਆਰਗੇਨਾਈਜੇਸ਼ਨ ਨੇ, ਉੱਥੇ ਹੀ ਕੰਮ ਕਰਦੇ ਨੇ ਉਹ। ਤੇ ਇਸ ਕਰਕੇ ਮੈਨੂੰ ਲੱਗਿਆ ਵੀ ਇਹ ਬੰਦਾ ਮੇਰੇ ਲਈ ਬੈਟਰ ਆ, ਕਿਉਂਕਿ ਮੈਂ ਵੀ ਉਸ ਰਾਹ ਦੀਆਂ ਹੈਗੀਆਂ ਤੇ ਉਹ ਵੀ ਉਸ ਰਾਹ ਦੇ ਨੇ। ਇਸ ਕਰਕੇ ਮੈਂ ਉਹਨਾਂ ਨਾਲ ਕਰਵਾਇਆ ਸੀ ਮੈਰਿਜ। ਮੇਰੀ ਮੈਰਿਜ ਨੂੰ 6 ਮਹੀਨੇ ਹੋ ਗਿਆ, ਲੋਕਡਾਊਨ 'ਚ ਹੀ ਕਰਵਾਇਆ ਸੀ। ਹਾਂਜੀ। ਹੋਈ ਕਿਵੇਂ ਮੈਰਿਜ ਫਿਰ? ਉਹਦੇ ਵਿੱਚ ਬਰਾਤੀ ਕੌਣ ਸੀਗੇ, ਕੁੜੀ ਵਾਲੇ ਪਾਸੇ ਕੌਣ ਸੀਗਾ? ਫੈਮਲੀਆਂ ਤਾਂ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਦੋਨਾਂ ਦਾ ਕੱਟ ਆਫ ਹੀ ਹੋਊਗਾ। ਫਿਰ ਉਹ ਵਿਆਹ ਕਿਵੇਂ ਸੀਗਾ? ਉਸ ਦਿਨ ਮਾਹੌਲ ਕੀ ਸੀਗਾ? ਕਿਵੇਂ ਵਿਆਹ ਉਸ ਨੂੰ ਨੇਪਰੇ ਚਾੜਿਆ? ਅਸਲ 'ਚ ਸਾਡੀ ਮੈਰਿਜ ਤੇ ਪਹਿਲਾਂ ਵੀ ਤੈਅ ਹੋਈ ਸੀਗੀ, ਪਹਿਲਾਂ ਵੀ ਸਾਡੀ ਯੂਨੀਅਨ ਨਹੀਂ ਕਰਨੀ ਸੀਗੀ। ਉਹਦੇ 'ਚ ਅਸੀਂ ਪਹਿਲਾਂ ਨਵੰਬਰ ਮਹੀਨਾ ਤੈਅ ਕੀਤਾ ਹੋਇਆ ਸੀ। ਚਲੋ ਉਹਦੇ 'ਚ ਫਿਰ ਸਾਡੇ ਕੰਮ ਆ ਗਏ, ਕਿਉਂਕਿ ਯੂਨੀਅਨ ਦਾ ਤੁਹਾਨੂੰ ਪਤਾ ਹੀ ਹੈ, ਕੁਛ ਨਹੀਂ ਪਤਾ ਹੁੰਦਾ ਕਿੱਥੇ ਫਿਰ ਕੰਮ ਆ ਜਾਣਾ, ਜ਼ਿਆਦਾ ਬਿਜ਼ੀ ਹੋ ਜਾਣਾ। ਤੇ ਉਂਝ ਸਾਡਾ ਤੈਅ ਸੀ ਵੀ ਅਸੀਂ ਪਹਿਲਾਂ ਹੀ ਸਿੰਪਲ ਮੈਰਿਜ ਕਰਵਾਉਣੀ ਸੀ। ਅਸੀਂ ਰੱਖਿਆ ਹੋਇਆ ਸੀਗਾ ਵੀ ਨਾ ਤੇ ਮੈਂ ਉੱਦਾਂ ਜਿਵੇਂ ਆਮ ਸਧਾਰਨ ਕੁੜੀਆਂ ਕਰਦੀਆਂ ਉਵੇਂ ਕਰਨਾ, ਤੇ ਨਾ ਹੀ ਉਹਨਾਂ ਨੇ ਤੈਅ ਕੀਤਾ ਸੀ ਉਸ ਤਰੀਕੇ ਨਾਲ ਵੀ ਆਪਾਂ ਵੀ ਇੱਕ ਐਗਜ਼ਾਮਪਲ ਬਣਨਾ ਸੀ। ਜਦੋਂ ਅਸੀਂ ਸੁਸਾਇਟੀ ਨੂੰ ਚੇਂਜ ਕਰਨਾ ਵਾ ਤਾਂ ਫਿਰ ਸਾਨੂੰ ਵੀ ਕੁਝ ਚੇਂਜ ਕਰਕੇ ਵਿਖਾਉਣਾ ਪਊਗਾ ਨਾ, ਫਿਰ ਹੀ ਬੰਦੇ ਨੂੰ ਕਹਾਂਗੇ ਵੀ ਇਦਾਂ ਵੀ ਹੋ ਸਕਦਾ ਹੈਗਾ। ਤਾਂ ਉਹਦੇ
ਵਿੱਚ ਚਲੋ ਪਹਿਲੀ ਵਾਰੀ ਕੈਂਸਲ ਹੋ ਗਿਆ। ਫਿਰ ਕਿਹਾ ਵੀ ਚਲੋ ਅੱਗੇ ਮਈ ਜੂਨ 'ਚ ਕਰਵਾ ਲਾਂਗੇ, ਛੁੱਟੀਆਂ ਆ ਜਾਣਗੀਆਂ, ਕਿਉਂਕਿ ਉਹ ਵੀ ਸਟੱਡੀ ਕਰਦੇ ਸੀ, ਮੈਂ ਵੀ ਕਰਦੀ ਸੀਗੀ। ਤਾਂ ਉਹਦੇ 'ਚ ਫਿਰ ਉਸ ਤੋਂ ਬਾਅਦ ਚਲੋ ਲੋਕਡਾਊਨ ਲੱਗ ਗਿਆ। ਤਾਂ ਫਿਰ ਉਸ ਸਮੇਂ ਇਹ ਸੀਗਾ ਵੀ ਜਿਹੜੇ ਮਤਲਬ ਕਾਮਰੇਡ ਹੁੰਦੇ ਨੇ ਜਾਂ ਯੂਨੀਅਨ ਵਾਲੇ, ਉਹ ਕਿਸੇ ਵੀ ਕੰਮ ਨੂੰ ਟਾਈਮ ਨੂੰ ਮਤਲਬ ਵੇਸਟ ਨਹੀਂ ਕਰਨਾ ਚਾਹੁੰਦੇ, ਕੋਈ ਟਾਈਮ ਵੇਸਟ ਨਾ ਕਰੀਏ ਆਪਾਂ। ਤਾਂ ਉਹਦੇ 'ਚ ਅਸੀਂ ਫਿਰ ਫੈਸਲਾ ਕੀਤਾ ਵੀ ਚਲੋ ਵਿਹਲੇ ਬੈਠੇ ਹਾਂ, ਅਸੀਂ ਆਪਣੇ ਸੀਨੀਅਰਸ ਨਾਲ ਰਾਏ ਕੀਤੀ ਵੀ ਕਿੱਦਾਂ ਕੀਤਾ। ਉਹ ਕਹਿੰਦੇ ਵੀ ਕਰਾ ਲਓ, ਹੁਣ ਤੁਸੀਂ ਵਿਹਲੇ ਬੈਠੇ ਹੋ, ਜਿੱਥੇ ਹੈਗੇ ਉੱਥੇ ਹੀ ਕਰਵਾ ਲਓ। ਕਿਉਂਕਿ ਜਿਸ ਸਮੇਂ ਅਸੀਂ ਕਰਵਾਇਆ ਅਪ੍ਰੈਲ ਮਹੀਨੇ 'ਚ, ਉਸ ਸਮੇਂ ਬਹੁਤ ਜ਼ਿਆਦਾ ਸੀਗਾ, ਨਾ ਕੋਈ ਬੰਦਾ ਬਾਹਰ ਨਿਕਲ ਸਕਦਾ ਸੀ। ਤਾਂ ਫਿਰ ਉਸ ਸਮੇਂ ਬਸ ਸਾਡੇ ਯੂਨੀਅਨ ਦੇ ਸੀਗੇ ਉੱਥੋਂ ਦੇ, ਰੋਪੜ 'ਚ ਅਸੀਂ ਮੈਰਿਜ ਕਰਵਾਈ ਹੈ। ਸਾਡੇ ਉੱਥੋਂ ਦੀ ਜ਼ਿਲ੍ਹਾ ਕਮੇਟੀ ਦੇ ਯੂਨੀਅਨ ਦੇ ਮੈਂਬਰ ਸੀ PSU ਦੇ, ਉਹ ਸਾਥੀ ਆ ਗਏ। ਤਾਂ ਮਤਲਬ ਬਸ 3-4 ਜਣੇ ਉਹ ਸੀ। ਅਤੇ ਜਿਸ ਘਰ ਦੇ ਵਿੱਚ ਅਸੀਂ ਸੀਗੇ, ਸਾਡੇ ਮਿੱਤਰ ਹੀ ਸੀ ਉਹ ਵੀ, ਉਹਨਾਂ ਦੇ ਬਸ ਫੈਮਿਲੀ ਮੈਂਬਰ ਸੀਗੇ ਸਾਡੇ। ਬਸ ਅਸੀਂ 2 ਹਾਰ ਲਏ, ਮਾਲਾ ਜਿਹੜੀ ਬੋਲਦੇ ਆ। ਉਸ ਸਮੇਂ ਸਾਨੂੰ ਉਹ ਵੀ ਨਹੀਂ ਸੀ ਮਿਲ ਰਹੀ। ਅਸੀਂ ਤਾਂ ਸੋਚਿਆ ਸੀ ਚਲ ਮਾਲਾ ਵੀ ਰਹਿਣ ਦਿਓ, ਇਕੱਠੇ ਫੋਟੋ ਹੀ ਕਰਵਾ ਲੈਂਦੇ ਹਾਂ। ਇੱਕ ਬਸ ਫੋਟੋ ਕਰਵਾਈ, ਬਸ ਵੀ ਜਿਹੜੇ ਪਰਿਵਾਰ ਦੇ ਮੈਂਬਰ ਉਹਨਾਂ ਦਾ ਆਸ਼ੀਰਵਾਦ ਲੈ ਲਓ ਅਤੇ ਬਸ ਫੇਸਬੁੱਕ 'ਤੇ ਪਾ ਦਿਓ, ਇੱਥੇ ਹੀ ਪਤਾ ਲੱਗ ਗਿਆ ਨਾ ਸਾਰਿਆਂ ਨੂੰ ਵਿਆਹ ਹੋ ਗਿਆ ਜੀ। ਸਮਾਜ ਦੀ ਮਨਜ਼ੂਰੀ ਚਾਹੀਦੀ ਹੁੰਦੀ, ਹੋਰ ਤਾਂ ਕੁਛ ਨਹੀਂ ਹੁੰਦਾ। ਅਤੇ ਉਹਦੇ 'ਚ ਵੀ ਚਲੋ ਇੱਕ ਸਾਥੀ ਸੀਗੇ ਸਾਡੇ ਉੱਥੇ ਰੋਪੜ ਕਾਲਜ ਦੇ, ਮਤਲਬ ਉਹ ਚੌਕੀਦਾਰੀ ਕਰਦੇ ਨੇ। ਅਤੇ ਉਹਨਾਂ ਨੇ ਫਿਰ ਵੀ ਕਿਵੇਂ ਨਾ ਕਿਵੇਂ ਕਹਿੰਦੇ ਹਾਰ ਤਾਂ ਮੈਂ ਭੇਜੂੰਗਾ ਜੋ ਮਰਜ਼ੀ ਹੋ ਜਾਏ। ਮਤਲਬ ਉਹਨਾਂ ਨੇ ਹਾਰ ਭੇਜੇ ਅਤੇ ਇੱਕ ਦੋਸਤ ਮਤਲਬ ਲੱਡੂਆਂ ਦਾ ਡੱਬਾ ਲੈ ਆਇਆ। 320 ਰੁਪਏ ਸਾਡਾ ਖਰਚਾ ਆਇਆ। ਮਤਲਬ ਉਹਨਾਂ ਦੇ ਉੱਥੇ ਕੱਪੜੇ ਪਏ ਸੀ ਪੁਰਾਣੇ ਪਹਿਲਾਂ ਹੀ, ਚਲੋ ਉਹਨਾਂ ਨੇ ਵੀ ਉਹੀ ਪਾ ਲਏ ਅਤੇ ਮੈਂ ਵੀ ਆਪਣੇ ਕਿਸੇ ਲੜਕੀ ਦੇ ਪਾ ਲਏ ਉੱਥੇ। ਉਹਨਾਂ ਨੇ, ਮੈਂ ਤਾਂ ਪਹਿਲਾਂ ਸੋਚਿਆ ਸੀ ਵੀ ਚਲ ਜਿਹੜੇ ਹੈਗੇ ਉਹੀ ਪਾ ਲੈਣੇ, ਉਹ ਨਹੀਂ ਜਿਵੇਂ ਲੋਕ ਸੋਚਦੇ ਨਹੀਂ ਵਿਆਹ 'ਤੇ ਤਾਂ ਘੱਟੋ ਘੱਟ ਨਵਾਂ ਪਾ ਲਓ। ਮੈਂ ਕਿਹਾ ਨਵੇਂ ਨੂੰ ਦੱਸੋ ਕੀ ਆ, ਵੀ ਜਦੋਂ ਕੁਛ ਮਿਲ ਨਹੀਂ ਰਿਹਾ ਆਪਾਂ ਨਵਾਂ ਕਰਨਾ ਕੀ ਆ। ਅਤੇ ਉਹਨਾਂ ਨੇ ਮਤਲਬ ਚਲੋ ਇੱਕ ਲੜਕੀ ਸੀ, ਉਹ ਕਹਿੰਦੇ ਵੀ ਤੁਸੀਂ ਮੇਰੇ ਪਾ ਲਓ, ਸ਼ਾਇਦ ਤੁਹਾਡੇ ਆ ਜਾਣਗੇ। ਉਹ ਥੋੜ੍ਹੀ ਬਹੁਤੀ ਸਲਵਾਰ ਮੇਰੇ ਵੀ ਉੱਚੀ ਸੀਗੀ, ਮੈਂ ਵੀ ਚਲੋ ਉੱਦਾਂ ਹੀ ਪਾ ਲਈ, ਕੋਈ ਨਾ ਅਸੀਂ ਫੋਟੋ ਉੱਪਰੋਂ ਕਰ ਲਾਂਗੇ, ਥੱਲੋਂ ਕਰਕੇ ਕੀ ਕਰਨੀ ਹੈ ਨਾ। ਬਸ ਉੱਦਾਂ ਮੈਂ ਲੜਕੀ ਦਾ ਪਾ ਲਿਆ, ਉਹਨਾਂ ਨੇ ਆਪਣੇ ਪਹਿਲਾਂ ਹੀ ਸੀਗੇ ਪੁਰਾਣੇ ਉੱਦਾਂ ਹੀ ਕੱਪੜੇ ਪਾ ਲਏ। ਤਾਂ ਨਾ ਮੈਂ ਮਤਲਬ ਕੋਈ ਉੱਦਾਂ ਦਾ ਕੀਤਾ ਸੀ, ਕੋਈ ਪਾਰਲਰ ਗਏ ਜਿੱਦਾਂ ਕੁੜੀਆਂ ਨੂੰ ਸਜਣ ਫੱਬਣ ਦਾ ਹੁੰਦਾ, ਨਾ ਕੋਈ ਪਾਰਲਰ ਦਾ, ਨਾ ਕੁਝ ਹੋਰ ਆਨੰਦ ਕਾਰਜ ਜਾਂ ਕੋਈ ਉਹ ਰਸਮਾਂ ਕਿਵੇਂ? ਨਹੀਂ, ਉਹ ਕੁਛ ਨਹੀਂ ਕੀਤਾ ਅਸੀਂ, ਨਾ ਕੋਈ ਲਾਵਾਂ ਨਾ ਕੋਈ ਫੇਰੇ। ਕਿਉਂਕਿ ਜਦੋਂ ਅਸੀਂ ਇਹ ਸੋਚ ਹੀ ਲਿਆ ਵੀ ਆਪਾਂ ਇੱਕ ਕਰਨਾ ਵੀ ਵੱਖਰਾ ਵਾ। ਅਤੇ ਦੂਸਰਾ ਇਹ ਵੀ ਸੀਗਾ ਵੀ ਮਤਲਬ ਮਨਜ਼ੂਰੀ ਲੈਣੀ ਕੋਈ ਬਹੁਤੀ ਉੱਦਾਂ ਨਹੀਂ। ਜਦੋਂ ਅਸੀਂ ਹੈ ਹੀ ਅਗਾਂਹ ਵਧੂ ਹਾਂ ਤਾਂ ਉਹਦੇ 'ਚ ਸਾਡਾ ਇੱਕ ਮਤਲਬ ਵਿਚਾਰਾਂ ਦਾ ਮੇਲ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਆ। ਜੇ ਉਹ ਹੀ ਨਹੀਂ ਹੈਗਾ ਤੁਹਾਡਾ ਅਤੇ ਤੁਸੀਂ ਉਹਨੂੰ ਵੀ ਨਹੀਂ, ਜੇ ਕਹਿੰਦਾ ਵੀ ਮਨਜ਼ੂਰੀ ਵੀ ਲੈਣੀ, ਉਹਨਾਂ ਤਲਾਕ ਤੇ ਉਹਨਾਂ ਦੇ ਵੀ ਹੋ ਜਾਂਦੇ, ਜਿਹਨਾਂ ਦੇ ਹਜ਼ੂਰੀ ਦੇ ਵਿੱਚ ਹੋਇਆ ਹੁੰਦਾ ਨਾ। ਮਤਲਬ ਉਹਦੇ 'ਚ ਤੁਹਾਡਾ ਵਿਚਾਰਾਂ ਦਾ ਮੇਲ ਹੋਣਾ ਜ਼ਿਆਦਾ ਜ਼ਰੂਰੀ ਆ। ਅਤੇ ਉਸ ਸਮੇਂ ਤਾਂ ਅਸੀਂ ਬਾਹਰ ਵੈਸੇ ਵੀ ਨਹੀਂ ਸੀ ਜਾ ਸਕਦੇ, ਨਹੀਂ ਤਾਂ ਸਾਨੂੰ ਲੋਕਾਂ ਨੇ ਇੱਦਾਂ ਕਹਿਣਾ ਸੀ ਭੱਜ ਕੇ ਆਏ ਹੋਣਗੇ ਜਿਹੜੇ ਇੱਦਾਂ ਵਿਆਹ ਕਰਵਾ ਰਹੇ ਨੇ। ਤਾਂ ਇਸ ਕਰਕੇ ਵੀ ਸਾਡਾ ਡਿਸੀਜ਼ਨ ਸੀ ਵੀ ਆਪਾਂ ਨਹੀਂ ਕਰਨਾ। ਅਤੇ ਪਹਿਲਾਂ ਵੀ ਅਸੀਂ ਸੋਚਿਆ ਹੋਇਆ ਸੀ ਵੀ ਅਸੀਂ ਲਾਵਾਂ ਫੇਰੇ ਨਹੀਂ ਲੈਣੇ, ਕਿਉਂਕਿ ਉਹਦੀ ਫੈਮਿਲੀ ਨੂੰ ਕੋਈ ਇਤਰਾਜ਼ ਨਹੀਂ ਸੀਗਾ। ਪਰਿਵਾਰਾਂ ਨੂੰ ਪਤਾ ਲੱਗ ਗਿਆ, ਤੁਹਾਡੇ ਪਰਿਵਾਰ ਨੂੰ ਵੀ ਅਤੇ ਉੱਧਰ ਵੀ? ਹਾਂਜੀ ਬਿਲਕੁਲ। ਮੈਂ ਆਪਣੇ ਮਤਲਬ ਸਿਸਟਰ ਨੂੰ ਜਾਂ ਜਿਹੜੇ ਬ੍ਰਦਰ ਸੀ ਮੇਰੇ, ਉਹਨਾਂ ਨੂੰ ਮੈਂ ਫੋਟੋ ਭੇਜਤੀ ਸੀ। ਈਵਨ ਮੈਂ ਪਹਿਲਾਂ ਹੀ ਉਹਨਾਂ ਨੂੰ ਦੱਸ ਚੁੱਕੀ ਸੀ ਕਿ ਮੇਰੀ ਇੰਗੇਜਮੈਂਟ ਹੋ ਗਈ ਆ, ਅਤੇ ਉਹਨਾਂ ਨੂੰ ਮੈਂ ਫੋਟੋਆਂ ਭੇਜਤੀਆਂ ਸੀ ਆਪਣੀਆਂ ਮੈਰਿਜ ਦੀਆਂ। ਜਿਹੜੇ ਕੋਈ ਹੋਰ ਮਾੜਾ ਮੋਟਾ ਰਿਸ਼ਤੇਦਾਰ ਮੈਨੂੰ ਮੈਸੇਜ ਕਰਦੇ ਸੀ, ਕਿਉਂਕਿ ਫੇਸਬੁੱਕ 'ਤੇ ਵੀ ਥੋੜ੍ਹੇ ਬਹੁਤੇ ਜੁੜੇ ਹੋਏ ਸੀ, ਉਹਨਾਂ ਨੂੰ ਦੱਸ ਦਿੱਤਾ। ਛੁਪਾਇਆ ਤਾਂ ਅਸੀਂ ਕੁਝ ਵੀ ਨਹੀਂ ਸੀਗਾ। ਅਤੇ ਉਹਨਾਂ ਦੇ ਪੇਰੈਂਟਸ ਨੂੰ ਤਾਂ ਅਸੀਂ ਪਹਿਲਾਂ ਹੀ ਦੱਸਿਆ ਹੋਇਆ ਸੀਗਾ। ਉਹਨਾਂ ਦੇ ਪੇਰੈਂਟਸ ਨੂੰ ਤਾਂ ਕਦੀ ਬਿਲਕੁਲ ਵੀ ਕੋਈ ਇਤਰਾਜ਼ ਨਹੀਂ ਸੀ। ਬਹੁਤ ਚੰਗੀ ਮਤਲਬ ਫੈਮਿਲੀ ਆ ਉਹਨਾਂ ਦੀ। ਅਸੀਂ ਉਹਨਾਂ ਨੂੰ ਵੀ ਦੱਸਿਆ ਵੀ ਇੱਦਾਂ ਕਰਕੇ ਵੀ ਅਸੀਂ ਕਰਾ ਰਹੇ ਹਾਂ ਮੈਰਿਜ, ਵੀ ਤੁਹਾਡੇ ਤੋਂ ਤਾਂ ਪਰ ਪਹੁੰਚਿਆ ਨਹੀਂ ਜਾਣਾ, ਜੇ ਤੁਸੀਂ ਆ ਸਕਦੇ ਹੋ ਤਾਂ ਕਰ ਲਓ। ਕਹਿੰਦੇ ਕੋਈ ਚੱਕਰ ਨਹੀਂ, ਬਸ ਤੁਸੀਂ ਵਿਆਹ ਕਰਾ ਲਓ, ਸਾਡੇ ਲਈ ਇਹ ਆ ਵੀ ਤੁਸੀਂ ਵਿਆਹ ਕਰਾ ਲਓ, ਇੰਨਾ ਹੀ ਬਹੁਤ ਹੈ। ਕਿਉਂਕਿ ਉਹਨਾਂ ਨੂੰ ਇਹ ਸੀ ਵੀ ਸਾਡੇ ਮੁੰਡੇ ਨੇ ਪਤਾ ਨਹੀਂ ਵਿਆਹ ਕਰਾਉਣਾ ਕਿ ਨਹੀਂ ਕਰਾਉਣਾ, ਜਿੱਦਾਂ ਇਹ ਯੂਨੀਅਨ 'ਚ ਲੱਗਿਆ ਹੋਇਆ। ਬਸ ਇਸ ਕਰਕੇ ਨਾ ਉਹਨਾਂ ਨੂੰ ਕੋਈ ਇਤਰਾਜ਼ ਸੀ ਨਾ ਸਾਨੂੰ। ਬਸ ਅਸੀਂ ਮਾਲਾ ਪਾਈ ਅਤੇ ਆਪਣੀ ਬਸ ਫੋਟੋ ਪਾ ਦਿੱਤੀ ਫੇਸਬੁੱਕ 'ਤੇ ਕਿ ਚਲੋ ਜੀ ਸਾਡਾ। ਹਰਦੀਪ ਜੀ, ਜਿਵੇਂ ਹੁਣ ਕਿਸਾਨਾਂ ਦਾ ਸੰਘਰਸ਼ ਵੀ ਚੱਲ ਰਿਹਾ, ਇਹ ਵੀ ਗੱਲ ਆ ਰਹੀ ਹੈ ਵੀ ਜਿਹੜੀਆਂ ਸਰਕਾਰਾਂ ਕਹਿ ਲਈਏ, ਸਿਆਸੀ ਲੀਡਰ ਕਹਿ ਲਈਏ, ਉਹ ਰੋਟੀਆਂ ਵੀ ਸੇਕ ਰਹੇ ਨੇ ਔਰ ਇਹਦਾ ਸ਼ਹਿਦ ਵੀ ਖਾਣਾ ਚਾਹੁੰਦੇ ਨੇ, ਇੱਕ ਵੋਟ ਬੈਂਕ ਵੀ ਹਥਿਆਉਣਾ ਚਾਹੁੰਦੇ ਨੇ। ਤੁਸੀਂ ਇਹਨਾਂ ਲੀਡਰਾਂ ਨੂੰ ਕਿਵੇਂ ਦੇਖਦੇ ਹੋ? ਮੈਂ ਗੱਲ ਸੱਤਾ ਧਿਰ ਦੀ ਕਰ ਲਵਾਂ, ਕਾਂਗਰਸ ਦੀ, ਤਾਂ ਕਿਸਾਨਾਂ ਦੇ ਸੰਘਰਸ਼ ਦੇ ਪ੍ਰਤੀ ਲੱਗਦਾ ਹੈ ਵੀ ਵਾਕਿਆ ਹੀ ਵਫਾਦਾਰੀ ਹੈਗੀ ਹੈ ਸਰਕਾਰ ਦੀ, ਜਾਂ ਸਰਕਾਰ ਖੜ ਰਹੀ ਹੈ ਕਿਸਾਨਾਂ ਦੇ ਨਾਲ? ਐਕਚੁਅਲ ਦੇ ਵਿੱਚ ਤਾਂ ਨਹੀਂ, ਸਰਕਾਰ ਜਿਹੜੀ ਮਰਜ਼ੀ ਹੋਵੇ, ਉਹ ਜਿੰਨੀਆਂ ਵੀ ਜਾਂ ਹੁਣ ਤੱਕ ਦੀਆਂ ਆਪਣੇ ਆਈਆਂ ਨਾ, ਉਹ ਲੋਕਾਂ ਪੱਖੀ ਤੇ ਕਦੀ ਸੋਚਦੀਆਂ ਹੀ ਨਹੀਂ। ਜੇ ਸੋਚਦੀਆਂ ਹੁੰਦੀਆਂ ਤੇ ਅੱਜ ਹਾਲਤ ਹੋਣੀ ਨਹੀਂ ਸੀ। ਕਿਉਂਕਿ ਇਹ ਜਿਹੜੀਆਂ ਅੱਜ ਜਿਹੜੇ ਕਾਨੂੰਨ ਆਏ ਨੇ, ਇਹ ਇਕੱਲਾ ਮੋਦੀ ਗਵਰਨਮੈਂਟ ਨਹੀਂ ਲੈ ਕੇ ਆਈ ਹੈਗੀ। ਇਹ ਅਸਲ ਦੇ ਵਿੱਚ 1991 'ਚ ਆ ਚੁੱਕੇ ਸੀ। 1991 ਵਿੱਚ ਜਿਹੜੀਆਂ ਨਿੱਜੀਕਰਨ, ਉਦਾਰੀਕਰਨ, ਵਿਸ਼ਵੀਕਰਨ ਦੀਆਂ ਪਾਲਿਸੀਆਂ ਆਈਆਂ, ਜਿਨ੍ਹਾਂ ਨੇ ਕਹਿ ਤਾ ਵੀ ਆਪਾਂ ਸਾਰਾ ਕੁਝ ਨਿੱਜੀ ਕਰਨਾ, ਜਿਹ 'ਚ ਪ੍ਰਾਪਰਟੀ ਦਾ ਸੀ, ਅਤੇ ਉਹਦੇ 'ਚ ਇੱਕ ਡੰਕਲ ਡਰਾਫਟ ਨਾਮ ਦਾ ਆਇਆ ਸੀਗਾ। ਉਹ ਇਸੇ ਤਰ੍ਹਾਂ ਦਾ ਹੀ ਲਗਭਗ ਕਾਨੂੰਨ ਸੀਗਾ ਜਿਹੜਾ ਪ੍ਰਾਈਵੇਟਾਈਜੇਸ਼ਨ ਵਾਲਾ ਹੀ। ਤਾਂ ਇਹ ਉਸ ਸਮੇਂ ਕਾਂਗਰਸ ਹੀ ਲੈ ਕੇ ਆਈ ਆ, ਡਾਕਟਰ ਮਨਮੋਹਨ ਸਿੰਘ ਲੈ ਕੇ ਆਇਆ ਸੀ। ਤਾਂ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਵੀ ਕਿਸਾਨ ਪੱਖੀ ਨੇ। ਬਸ ਇਸ ਸਮੇਂ ਹੁਣ ਕੀ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਆ, ਅਤੇ ਉਹ ਇਹ ਵੀ ਚਾਹੁੰਦੀ, ਕਿਉਂਕਿ ਜਿਹੜੀਆਂ ਹੁਣ 2022 'ਚ ਵੀ ਅੱਗੇ ਇਲੈਕਸ਼ਨ ਆਉਣੀਆਂ ਸੀ, ਉਹਨਾਂ ਨੂੰ ਵੀ ਲੱਗਦਾ ਸੀ ਵੀ ਜਿਹੜੀ ਅਕਾਲੀ ਆ ਉਹ ਤਾਂ ਪਹਿਲਾਂ ਹੀ ਆਪਦਾ ਜਿਹੜਾ ਗਵਾ ਚੁੱਕੀ ਹੈ ਸਾਰਾ ਕੁਝ, ਰਹਿੰਦਾ ਖੁੰਦਾ ਭਾਜਪਾ ਨਾਲ ਰਲ ਗਏ ਸੀਗੇ, ਜਿਸ ਕਰਕੇ ਹੋਰ ਵੀ ਨੁਕਸਾਨ ਕਰਾਇਆ ਉਹਨਾਂ ਨੇ ਆਪਣਾ।
ਤਾਂ ਇਸ ਕਰਕੇ ਕਾਂਗਰਸ ਨੂੰ ਇਹ ਲੱਗਦਾ ਸੀਗਾ ਵੀ ਅਸੀਂ ਹੁਣ ਕਿਸਾਨ ਪੱਖੀ ਗੱਲ ਕਰਕੇ ਜਿਹੜਾ ਆਪਣੀਆਂ ਵੋਟਾਂ ਪੱਕੀਆਂ ਕਰ ਸਕਦੇ ਹਾਂ, ਇਸ ਕਰਕੇ ਥੋੜਾ ਕਿਸਾਨਾਂ ਪੱਖੀ ਕਰ ਰਹੇ ਆ। ਤੇ ਚਲੋ ਇਸ ਗੱਲ ਨੂੰ ਹੁਣ ਇਦਾਂ ਜਿਹੜਾ ਹੁਣ ਇਸ ਸਮੇਂ ਚੱਲ ਰਿਹਾ ਵਾ ਤਾਂ ਉਹਦੇ 'ਚ ਜੇ ਉਹ ਸਟੈਂਡ ਲੈ ਰਹੀ ਆ ਕਿਸਾਨ ਪੱਖੀ ਤਾਂ ਇਹ ਇਸ ਵਕਤ ਫਾਇਦੇਮੰਦ ਹੈ, ਕਿਉਂਕਿ ਜਿਹੜੀ ਭਾਜਪਾ ਜੀ ਉਹ ਬਹੁਤ ਇੱਕ ਆਪਣਾ ਫਾਸ਼ੀਵਾਦੀ ਜਿਹੜਾ ਹੱਲਾ ਬੋਲ ਰਹੀ ਆ ਪੂਰੇ ਦੇਸ਼ ਦੇ ਉੱਪਰ, ਇਕੱਲਾ ਪੰਜਾਬ ਤੇ ਨਹੀਂ। ਤਾਂ ਉਹਦੇ 'ਚ ਉਹ ਇਹ ਹੈ ਕਿ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਸਾਡੇ ਦੇਸ਼ ਨੂੰ, ਕਿ ਹਿੰਦੂ ਰਾਸ਼ਟਰ ਤੇ ਹਿੰਦੁਸਤਾਨ ਹਿੰਦੀ ਭਾਸ਼ਾ ਸਾਡੇ ਤੇ ਲਾਗੂ ਕਰਨੀ ਆ, ਜਿਹਦੇ 'ਚ ਉਹਨਾਂ ਨੇ ਘੱਟ ਗਿਣਤੀਆਂ ਜਿਹੜੀਆਂ ਉਹਨਾਂ ਦੇ ਏਜੰਡੇ ਤੇ ਆ ਕਿ ਅਸੀਂ ਇਹਨਾਂ ਨੂੰ ਖਤਮ ਕਰਨਾ, ਜਿਹ 'ਚ ਉਹਨਾਂ ਦੇ ਪਹਿਲੇ ਨੰਬਰ ਤੇ ਮੁਸਲਿਮ ਲੋਕ ਨੇ, ਦੂਸਰੇ ਨੰਬਰ ਤੇ ਦਲਿਤ ਨੇ, ਉਸ ਤੋਂ ਬਾਅਦ ਅੱਗੇ ਸਿੱਖ, ਬੋਧੀ, ਜੈਨੀ ਸਾਰੇ ਉਹਨਾਂ ਦੇ ਏਜੰਡੇ ਤੇ ਆ। ਤੇ ਹੁਣ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਉਹਨਾਂ ਨੇ ਕਰਨਾ ਸੀ ਇਸ ਤਰੀਕੇ ਨਾਲ, ਤੇ ਉਹਨਾਂ ਨੇ ਹੁਣ ਇਹ 3 ਕਾਨੂੰਨ ਵੀ ਲੋਕਡਾਊਨ 'ਚ ਇਸੇ ਕਰਕੇ ਲਿਆਂਦੇ ਕਿ ਵਿਰੋਧ ਨਹੀਂ ਹੋਊਗਾ ਇਹਨਾਂ ਦਾ ਚੁੱਪ ਚਪੀਤੇ, ਕਿ ਪ੍ਰਾਈਵੇਟ ਕੰਪਨੀਆਂ ਨੂੰ ਆਪਾਂ ਸਾਰਾ ਕੁਝ ਸੌਂਪਣਾ ਕਿਸਾਨਾਂ ਦਾ, ਜਿਸ ਕਰਕੇ ਇਹ ਜਿਹੜਾ ਮਤਲਬ ਪੰਜਾਬ ਨੂੰ ਵੀ ਖਤਮ ਕਰਨ ਦਾ ਤਰੀਕਾ ਜਿਹੜਾ ਉਹਨਾਂ ਨੇ ਹੁਣ ਪੰਜਾਬ ਦੀ ਘੇਰਾਬੰਦੀ ਕੀਤੀ ਆ, ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਤਾਂ ਵੀ ਅਸੀਂ ਟ੍ਰੇਨਾਂ ਹੀ ਨਹੀਂ ਚਲਾਉਣੀਆਂ ਪਿੱਛੋਂ। ਇਹ ਤਾਂ ਪਹਿਲੀ ਵਾਰੀ ਵੇਖਿਆ ਆਪਾਂ ਕੋਈ ਸਰਕਾਰ ਦੀ ਜਿੱਦ ਇਸ ਤਰੀਕੇ ਦੀ ਨਾ, ਨਹੀਂ ਤਾਂ ਸਰਕਾਰ ਇਦਾਂ ਨਹੀਂ ਕਰਦੀ ਹੁੰਦੀ ਕੋਈ ਵੀ ਹੋਵੇ ਚਾਹੇ, ਪਰ ਉਹ ਰੋਸ ਸਹਿੰਦੀ ਆ ਕਿਸਾਨਾਂ ਦਾ ਜਾਂ ਹੋਰਾਂ ਲੋਕਾਂ ਦਾ ਵੀ। ਤਾਂ ਇਹ ਘੇਰਾਬੰਦੀ ਕਰ ਰਹੀ ਆ ਹੁਣ ਪੰਜਾਬ ਦੀ, ਕਈ ਤਰ੍ਹਾਂ ਦੇ ਉਹਨਾਂ ਨੇ ਫੰਡ ਕੱਟਤੇ। ਅਕਾਲੀ ਦਲ ਕਹਿੰਦਾ ਉਹਨਾਂ ਨੇ ਵੀ ਬੜੇ ਮਾਰਚ ਕੱਢੇ, ਅਕਾਲੀ ਦਲ ਦੇ ਵੱਲੋਂ ਵੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਾਫਲੇ ਬਣਾ ਕੇ ਕਹਿੰਦੇ ਕਿਸਾਨ ਸਾਰੇ ਸਾਡੇ ਨਾਲ ਹੈ, ਅਸੀਂ ਕਿਸਾਨਾਂ ਦੇ ਹਮਾਇਤੀ ਹਾਂ। ਨਹੀਂ, ਉਹਨਾਂ ਨੇ ਪਹਿਲਾਂ ਨਹੀਂ ਸੀ ਕੱਢੇ, ਕਿਉਂਕਿ 5 ਜੂਨ ਤੋਂ ਕਿਸਾਨ ਯੂਨੀਅਨਾਂ ਲੱਗੀਆਂ ਹੋਈਆਂ ਸੀ ਸਾਰੇ ਪਿੰਡਾਂ ਦੇ ਵਿੱਚ ਜਦੋਂ ਇਹ ਆ ਗਏ ਸੀ ਕਾਨੂੰਨ, ਹੈ ਨਾ। ਤਾਂ ਪਹਿਲੇ 3 ਮਹੀਨੇ ਤਾਂ ਲਗਾਤਾਰ ਸੁਖਬੀਰ ਬਾਦਲ ਕੀ, ਪ੍ਰਕਾਸ਼ ਬਾਦਲ ਕੀ, ਇਹ ਲਗਾਤਾਰ ਇਹ ਬੋਲਦੇ ਰਹੇ ਸੀ ਵੀ ਇਹ ਕਾਨੂੰਨ ਕਿਸਾਨ ਦੇ ਪੱਖੀ ਆ। 3 ਮਹੀਨੇ ਲਗਾਤਾਰ ਉਹਨਾਂ ਨੇ ਇਦਾਂ ਬੋਲਿਆ, ਕਿਉਂਕਿ ਇਹਨਾਂ ਨੇ ਸਾਈਨ ਕੀਤੇ ਹੋਏ ਸੀ ਹਰਸਿਮਰਤ ਕੌਰ ਨੇ। ਤਾਂ ਇਸ ਕਰਕੇ ਜਦੋਂ ਕਿਸਾਨ ਬਿਲਕੁਲ ਐਂਟੀ ਹੋ ਗਏ ਇਹਨਾਂ ਦੇ, ਉਸ ਤੋਂ ਬਾਅਦ ਇਹਨਾਂ ਨੇ ਅਸਤੀਫਾ ਦਿੱਤਾ। ਅਸਤੀਫਾ ਦੇਣ ਤੋਂ ਬਾਅਦ ਹੀ ਇਹਨਾਂ ਨੇ ਪ੍ਰੋਟੈਸਟ ਕੀਤਾ। ਤੇ ਜੇ ਕਿਸਾਨ ਪੱਖੀ ਹੁੰਦੇ ਨਾ ਤੇ ਪ੍ਰੋਟੈਸਟ ਇਹਨਾਂ ਨੇ ਵੱਖਰਾ ਨਹੀਂ ਸੀ ਕਰਨਾ, ਕਿਉਂਕਿ ਕਿਸਾਨਾਂ ਨੇ 25 ਤਰੀਕ ਨੂੰ ਬੰਦ ਰੱਖਿਆ ਸੀਗਾ, ਹੈ ਨਾ, ਬੰਦ ਸੱਦਾ ਦਿੱਤਾ ਸੀ ਪੰਜਾਬ ਦਾ, ਲੇਕਿਨ ਉਹ ਪੂਰੇ ਭਾਰਤ ਦਾ ਸੱਦਾ ਬਣ ਗਿਆ ਬਾਅਦ 'ਚ। ਉਹਦੇ 'ਚ ਫਿਰ ਜੇ ਇਹ ਸੱਚੀ ਮੁੱਚੀ ਕਿਸਾਨਾਂ ਦੇ ਪੱਖੀ ਸੀ ਨਾ, ਤਾਂ ਇਹਨਾਂ ਨੂੰ ਆਪਦੇ ਝੰਡੇ ਛੱਡ ਕੇ ਉੱਦਾਂ ਆਉਂਦੇ ਕਿਸਾਨਾਂ ਦੀ ਸਪੋਰਟ ਦੇ ਵਿੱਚ, ਤੇ ਉਹਨਾਂ ਦੇ ਧਰਨਿਆਂ 'ਚ ਆ ਕੇ ਬਹਿੰਦੇ ਜਿੱਥੇ ਉਹਨਾਂ ਨੇ ਲਾਏ ਹੋਏ ਸੀ। ਇਹਨਾਂ ਨੇ ਕੀ ਕੀਤਾ, ਸਾਰੇ ਕਿਤੇ ਆਪਦੀ ਥਾਂ ਤੇ ਇਹਨਾਂ ਨੇ ਮਤਲਬ ਕਿਹਾ ਵੀ ਅਸੀਂ ਜਿਹੜੇ ਰੋਡ ਜਾਮ ਕਰਾਂਗੇ, ਹੈ ਨਾ। ਇਹਨਾਂ ਨੇ ਵੱਖਰੇ ਰੋਡ ਜਾਮ ਕੀਤੇ, ਜਿਸ ਕਰਕੇ ਇਹਨਾਂ ਨੇ ਪਰੇਸ਼ਾਨੀ ਵੀ ਖੜੀ ਕੀਤੀ ਲੋਕਾਂ ਨੂੰ, ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਉਸ ਸੰਘਰਸ਼ ਨੂੰ। ਇਹਨਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਕਿਸਾਨ ਪੱਖੀ ਨੇ। ਹੁਣ ਇਹਨਾਂ ਨੂੰ ਅਸਲ 'ਚ ਲੋਕਾਂ ਨੇ ਮਜਬੂਰ ਕੀਤਾ, ਕਿਉਂਕਿ ਹੁਣ ਉਹਨਾਂ ਨੂੰ ਇਹ ਸੀ ਵੀ ਇੱਕ ਤਾਂ ਜਿਹੜੀ ਪਹਿਲਾਂ ਬੇਅਦਬੀ ਹੋ ਗਈ, ਹੈ ਨਾ, ਗੁਰੂ ਗ੍ਰੰਥ ਸਾਹਿਬ ਦੀ, ਉਹਨੇ ਇਹਨਾਂ ਦਾ ਬੇੜਾ ਗਰਕ ਕੀਤਾ। ਦੂਜਾ ਜਿਹੜਾ ਹੁਣ ਇਹਨਾਂ ਨੇ ਸਾਈਨ ਕਰਤੇ ਇਹਨਾਂ ਨੇ ਕਾਨੂੰਨਾਂ ਦੇ ਹੱਕ 'ਚ, ਇਹਨੇ ਬੇੜਾ ਗਰਕ ਕਰਤਾ, ਜਿਸ ਕਰਕੇ ਹੁਣ ਇਹ ਥੋੜੀ ਜਿਹੀ ਆਪਦੀ ਸਾਖ ਬਚਾਉਣ ਨੂੰ ਲੱਗੇ ਹੋਏ ਨੇ ਵੀ ਸਾਡੇ ਹੱਕ 'ਚ ਥੋੜਾ ਬਹੁਤਾ ਕੁਝ ਬਚਿਆ ਰਹਿ ਜੇ। ਭਗਵੰਤ ਮਾਨ ਹੋਣੀ ਵੀ ਕਹਿੰਦੇ ਮੈਂ ਸੰਸਦ ਦੇ ਵਿੱਚ ਬਹੁਤ ਬੋਲਦਾ ਕਿਸਾਨਾਂ ਦੇ ਹੱਕ ਦੇ ਵਿੱਚ। ਆਮ ਆਦਮੀ ਪਾਰਟੀ ਕਹਿੰਦੀ ਆਪਾਂ ਸਤਾਕਰ ਮੁਹਿੰਮ ਚਲਾਈ ਆ, ਅਸੀਂ ਵੀ ਲਗਾਤਾਰ ਧਰਨੇ ਦੇ ਰਹੇ ਹਾਂ, ਕਿਸਾਨ ਸਾਰੇ ਸਾਡੇ ਨਾਲ ਹੈ, ਅਸੀਂ ਕਿਸਾਨਾਂ ਦੇ ਨਾਲ ਹੈ, ਅਸੀਂ ਕਿਸਾਨਾਂ ਨੂੰ ਕਦੀ ਪਿੱਠ ਨਹੀਂ ਲੱਗਣ ਦੇਵਾਂਗੇ। ਆਮ ਆਦਮੀ ਪਾਰਟੀ ਨੂੰ ਕਿੱਦਾਂ ਦੇਖਦੇ? ਦੇਖੋ ਜੀ, ਅਸੀਂ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਲੋਕ ਪੱਖੀ ਸਮਝਦੇ, ਕਿਉਂਕਿ ਜੇ ਇਹ ਵੀ ਲੋਕ ਪੱਖੀ ਹੁੰਦੇ ਨਾ, ਕੱਲਾ ਸੰਸਦ 'ਚ ਬੋਲਣ ਨਾਲ ਨਹੀਂ ਕੁਝ ਹੁੰਦਾ। ਕਿਉਂਕਿ ਤੁਸੀਂ ਦੇਖੋ ਜੀ, ਅਗਲਿਆਂ ਨੇ ਬਿਨਾਂ ਕੋਈ ਪਰਮਿਸ਼ਨ ਦੇ ਜਾਂ ਬਿਨਾਂ ਕੋਈ ਵੋਟਾਂ ਪਵਾਏ ਸਿੱਧੇ ਕਾਨੂੰਨ ਲੈ ਆਉਂਦੇ ਆ। ਉਹ ਤਾਂ ਕੁਝ ਮੰਨਦੇ ਨਹੀਂ, ਨਾ ਕੋਈ ਵਿਧਾਨ ਸਭਾ ਨੂੰ ਨਾ ਕਿਸੇ ਨੂੰ ਹੋਰ, ਕਿਉਂਕਿ ਇਹ ਕਾਨੂੰਨ ਪਹਿਲਾਂ ਪਾਰਲੀਮੈਂਟ 'ਚ ਲੈ ਕੇ ਆਉਣੇ ਪੈਂਦੇ ਆ, ਫਿਰ ਉੱਥੇ ਪੇਸ਼ ਕਰਕੇ ਫਿਰ ਇੱਥੇ ਬਹਿਸ ਹੁੰਦੀ ਆ, ਫਿਰ ਕਿਤੇ ਜਾ ਕੇ ਪਾਸ ਹੁੰਦੇ ਆ। ਲੇਕਿਨ ਉਹਨੇ ਤਾਂ ਸਿੱਧੇ ਪਾਸ ਕਰਤੇ, ਇਹ ਬਹੁਮਤ ਵੀ ਨਹੀਂ ਵੇਖੀ ਕਿਸ ਦੀ ਮਿਲੀ ਹੈ ਕਿ ਨਹੀਂ ਮਿਲੀ, ਇਹ ਤਾਂ ਵਿਰੋਧ 'ਚ ਵੋਟਾਂ ਪਈਆਂ, ਉਹ ਵੀ ਜ਼ਬਾਨੀ। ਤਾਂ ਇਸ ਕਰਕੇ ਇਕੱਲਾ ਸੰਸਦ 'ਚ ਵੋਟ ਬੋਲਣ ਦੇ ਨਾਲ ਨਹੀਂ ਕੁਝ ਹੋਣਾ ਜੀ। ਉਹ ਤਾਂ ਮੰਨਦੇ ਹੀ ਨਹੀਂ ਕਿਸੇ ਕਾਨੂੰਨ ਨੂੰ, ਉਹਨਾਂ ਨੇ ਤਾਂ ਹੌਲੀ ਹੌਲੀ ਸੰਸਦਾਂ ਚੱਕ ਦੇਣਗੇ, ਤੁਸੀਂ ਕਿੰਨਾ ਕੁ ਰੌਲਾ ਪਾ ਲਓਗੇ ਨਾ। ਲੋੜ ਆ ਕਿ ਤੁਸੀਂ ਕਿਸਾਨਾਂ ਦੇ ਵਿੱਚ ਆ ਕੇ ਬੋਲੋ, ਲੋੜ ਆ ਕਿ ਤੁਸੀਂ ਜਿੱਦਾਂ ਹੁਣ ਜੇ ਕਹਿੰਦਾ ਚਲੋ ਅਸੀਂ ਨਾਲ ਆ, ਪਹਿਲਾਂ 3 ਮਹੀਨੇ ਵੀ ਨਹੀਂ ਬੋਲੇ, ਹੈ ਨਾ। ਜਿੱਦਾਂ ਜਿੰਨੀਆਂ ਮਤਲਬ ਪਾਰਟੀਆਂ ਨੇ ਜੀ, ਚਲੋ ਹੁਣ ਭਾਜਪਾ ਤਾਂ ਬਿਲਕੁਲ ਹੀ ਐਂਟੀ ਹੋ ਗਈ, ਅਕਾਲੀ ਕਾਂਗਰਸੀ ਤੇ ਆਮ ਰਹਿ ਗਈਆਂ ਪਿੱਛੇ। ਜੇ ਸੱਚੀ ਕਿਸਾਨਾਂ ਦੇ ਪੱਖੀ ਹੁੰਦੀਆਂ, ਜਿਹੜੇ 3 ਮਹੀਨੇ ਪਹਿਲਾਂ ਕਿਸਾਨਾਂ ਨੇ ਰੌਲਾ ਪਾਇਆ ਪਿੰਡਾਂ 'ਚ ਆ ਕੇ, ਯੂਨੀਅਨਾਂ ਨੇ ਦਿਨ ਰਾਤ ਕੀਤੇ, ਉਸ ਸਮੇਂ ਕਿੱਥੇ ਸੀ ਸਾਰੇ ਜਾਣੇ? ਜਿੱਦਾਂ ਜਦੋਂ ਇਹਨਾਂ ਦੀਆਂ ਆਪਣੀਆਂ ਇਲੈਕਸ਼ਨ ਹੁੰਦੀਆਂ, ਉਦੋਂ ਇਹ ਵੱਡੇ ਵੱਡੇ ਰੋਡ ਸ਼ੋਅ ਕਰਦੇ ਆ, ਰੈਲੀਆਂ ਕਰਦੇ ਆ ਪਿੰਡਾਂ 'ਚ ਆ ਕੇ। ਕਿਸੇ ਇੱਕ ਪਾਰਟੀ ਨੇ ਕੀਤੀ ਹੋਵੇ ਵਿਦ ਇਹਨਾਂ ਦੇ ਆਮ ਆਦਮੀ ਪਾਰਟੀ ਨੇ? ਕਿਸੇ ਨੇ ਵੀ ਨਹੀਂ ਸੀ ਕੀਤੀ। ਉਹ ਤਾਂ ਜਦੋਂ ਫਿਰ ਕਿਸਾਨ ਬੋਲ ਪਏ, ਉਦੋਂ ਤੁਸੀਂ ਵੀ ਬੋਲ ਪਏ। ਬਾਅਦ 'ਚ ਤੁਹਾਡੇ ਬੋਲਣ ਦਾ ਵੀ ਕੀ ਫਾਇਦਾ ਜੇ ਤੁਸੀਂ ਪਹਿਲਾਂ ਨਹੀਂ ਬੋਲਣਾ ਹੈਗਾ। ਜੇ ਤੁਸੀਂ ਕਹਿੰਦੇ ਅਸੀਂ ਸੰਸਦ 'ਚ ਰੌਲਾ ਪਾਉਂਦੇ ਆ, ਤੁਹਾਨੂੰ ਪਹਿਲਾਂ ਗੱਲ ਪਤਾ ਲੱਗ ਜਾਂਦੀ ਆ, ਤੇ ਲੋਕਾਂ ਨੂੰ ਆ ਕੇ ਦੱਸਦੇ ਕਿਉਂ ਨਹੀਂ ਵੀ ਤੁਹਾਡੇ ਵਿਰੋਧ 'ਚ ਆ। ਜੇ ਗੱਲ ਚੱਲ ਆਪਾਂ ਇਹ ਵੀ ਕਹਿੰਦੇ ਵੀ ਕਿਸਾਨ ਦੇ ਪੱਖੀ ਨੇ, ਜਿਹੜਾ ਹੁਣ ਭਾਜਪਾ ਨੇ ਕਾਨੂੰਨ ਲਿਆਂਦਾ ਕਿਸਾਨਾਂ ਦੀ ਪਰਾਲੀ ਸਾੜਨ ਤੇ, ਹੈ ਤਾਂ ਕਿਸਾਨਾਂ ਦੇ ਉਹ ਵੀ ਵਿਰੋਧ 'ਚ ਨਾ। ਉਹਨਾਂ ਨੇ ਕਿਹਾ ਅਸੀਂ 1 ਕਰੋੜ ਜੁਰਮਾਨਾ ਕਰਾਂਗੇ, 5 ਸਾਲ ਦੀ ਸਜ਼ਾ ਦੇਵਾਂਗੇ, ਤੇ ਵੀ ਕਿਸਾਨਾਂ ਦਾ ਜਿਹੜਾ ਧੂਆਂ ਪਰਾਲੀ ਦਾ ਉਹ ਦਿੱਲੀ ਪਹੁੰਚਦਾ, ਜਦ ਕਿ ਦਿੱਲੀ ਪਹੁੰਚਦਾ ਹੀ ਨਹੀਂ। ਇਹ ਜਿਹੜੀ ਲੁਧਿਆਣਾ ਯੂਨੀਵਰਸਿਟੀ ਉਹਨੇ ਵੀ ਕਹਿਤਾ, ਖੇਤੀਬਾੜੀ ਯੂਨੀਵਰਸਿਟੀ, ਕਿ ਨਹੀਂ ਪਹੁੰਚਦਾ ਉੱਥੋਂ ਦਾ। ਤਾਂ ਕੇਜਰੀਵਾਲ ਨੇ ਵੀ ਇਹ ਕਾਨੂੰਨ ਪਾਸ ਕਰਤਾ, ਠੀਕ ਹੈ, ਜਿਹੜਾ ਕਿਸਾਨ ਦੇ ਵਿਰੋਧੀ ਆ। ਤੇ ਪੰਜਾਬ 'ਚ ਸਾਰੀ ਕਿਸਾਨੀ ਜਿਹੜੀ ਆ ਉਹ 5 ਏਕੜ ਤੋਂ ਘੱਟ ਵਾਲੀ ਆ, ਮਤਲਬ ਜੇ ਸਾਰੀ ਜ਼ਮੀਨ ਵੀ ਵੇਚ ਲੈਣਗੇ ਤਾਂ ਵੀ ਕਰੋੜ ਰੁਪਈਆ ਨਹੀਂ ਬਣਦਾ ਉਹਨਾਂ ਕੋਲੇ। ਤੇ ਕੇਜਰੀਵਾਲ ਨੇ ਵੀ ਇਹ ਕਾਨੂੰਨ ਪਾਸ ਕੀਤਾ, ਤੇ ਫਿਰ ਹੁਣ ਅਸੀਂ ਇਹਨੂੰ ਕੀ ਕਹਾਂਗੇ ਵੀ ਉਹ ਕਿਸਾਨ ਪੱਖੀ ਆ? ਉਹ ਤੇ ਆ ਫਿਰ ਕਿਸਾਨ ਵਿਰੋਧੀ ਆ। ਉਹ ਸਾਰਾ ਕੁਝ ਰਲ ਮਿਲ ਕੇ ਚਲਾ ਰਹੇ ਆ ਭਾਜਪਾ ਦੇ ਨਾਲ। ਹਰਜੀਤ ਕੌਰ ਜੀ, ਤੁਸੀਂ ਗੱਲਬਾਤ ਕੀਤੀ ਬੇਬਾਕੀ ਦੇ ਨਾਲ, ਆਪਣੀ ਜ਼ਿੰਦਗੀ ਦੇ ਸੰਘਰਸ਼ ਦੇ ਬਾਰੇ ਦੱਸਿਆ, ਆਪਣੇ ਪਰਿਵਾਰਕ ਜਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਵਤੀਰਾ ਹੋਇਆ ਸਾਰਾ ਤੁਸੀਂ ਸਾਡੇ ਨਾਲ ਸਾਂਝਾ ਕੀਤਾ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ, ਸ਼ੁਕਰੀਆ। ਵੈਸੇ ਮੈਂ ਇੱਕ ਗੱਲ ਬੋਲਣੀ ਚਾਹੁੰਦੀ ਸੀ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਇੱਕ ਸਪੈਸ਼ਲੀ ਉਹਨਾਂ ਪੇਰੈਂਟਸ ਨੂੰ ਤੇ ਜਿਹੜੇ ਮਤਲਬ ਸਾਡੇ ਸਮਾਜ 'ਚ ਮੈਂ ਲੜਕੀਆਂ ਦੇ ਨਾਲ ਇੱਕ ਵਿਤਕਰਾ ਹੁੰਦਾ ਜੋ ਇਕੱਲਾ ਯੂਨੀਅਨ ਵਾਲੇ ਮਾਮਲੇ 'ਚ ਨਹੀਂ ਹੁੰਦਾ, ਉਹਨਾਂ ਦਾ ਆਪਣੀ ਚੁਆਇਸ ਦਾ ਵਿਆਹ ਕਰਾਉਣ 'ਚ, ਆਪਣਾ ਪੜ੍ਹਨ ਦੇ ਵਿੱਚ ਜਾਂ ਕਿਤੇ ਜਾਣ 'ਚ ਜਾਂ ਨੌਕਰੀ ਕਰਨ 'ਚ ਸਾਰੇ ਕਿਤੇ ਹੀ ਵਿਤਕਰਾ ਹੁੰਦਾ। ਪਰ ਜੇ ਅਸੀਂ ਪੰਜਾਬ ਦੀ ਇਕੱਲੇ ਦੀ ਗੱਲ ਵੀ ਕਰ ਲਈਏ ਨਾ, ਕਿਉਂਕਿ ਅੱਜ ਤੇ ਬਹੁਤ ਸਾਰੇ ਪੰਜਾਬੀ ਸੁਣਦੇ ਹੋਣਗੇ ਜਾਂ ਦੇਖਣਗੇ, ਤਾਂ ਘੱਟੋ ਘੱਟ ਜਿਹੜਾ ਪੰਜਾਬ ਆ ਇੱਕ ਘੱਟੋ ਘੱਟ ਸਿੱਖੀ ਇਤਿਹਾਸ ਦੇ ਨਾਲ ਜੁੜਿਆ ਹੋਇਆ ਨਾ, ਤਾਂ ਸਾਡੇ ਗੁਰੂਆਂ ਨੇ ਘੱਟੋ ਘੱਟ ਥੋੜਾ ਜਿਹੜਾ ਔਰਤ ਦੇ ਹੱਕ ਦੇ ਵਿੱਚ ਬੋਲਿਆ, ਤੇ ਅਸੀਂ ਉਹਨਾਂ ਦਾ ਜ਼ਿਕਰ ਜਿਹੜਾ ਅਰਦਾਸ 'ਚ ਵੀ ਆਉਂਦਾ ਵੀ ਜਿਨ੍ਹਾਂ ਨੇ ਬੱਚਿਆਂ ਦੇ ਜਿਹੜੇ ਹਾਰ ਆ ਗਲਾਂ 'ਚ ਪਵਾਏ। ਮਤਲਬ ਔਰਤਾਂ ਦਾ ਯੋਗਦਾਨ ਬਹੁਤ ਵੱਡਾ ਸਾਡੀ ਸੁਸਾਇਟੀ 'ਚ ਨਾ। ਜੇ ਅਸੀਂ ਮਾਈ ਭਾਗੋ ਦੀ ਵਿਰਾਸਤ ਵੇਖਦੇ ਹਾਂ ਵੀ ਜਿਹਨੇ ਖੁਦ ਵੀ ਆਪ ਮੈਦਾਨੇ ਜੰਗ ਦੇ ਵਿੱਚ ਤਲਵਾਰ ਚੱਕ ਕੇ ਲੜੀ, ਤੇ ਉਹਨੇ 40 ਸਿੰਘਾਂ ਨੂੰ ਵੀ ਗੁਰੂ ਸਾਹਿਬ ਦੇ ਨਾਲ ਭੇਜਿਆ ਲੜਾਈ ਕਰਨ ਦੇ ਵਾਸਤੇ ਨਾ, ਵੀ ਤੁਸੀਂ ਜਾਓ, ਕਿਉਂਕਿ ਉਹਨੇ ਕਿਹਾ ਵੀ ਚੂੜੀਆਂ ਪਾ ਕੇ ਬੈਠ ਜਾਓ ਫਿਰ ਤੁਸੀਂ ਇੱਥੇ। ਮਤਲਬ ਉਹ ਖੁਦ ਵੀ ਲੜੀ। ਅਸੀਂ ਉਹਨਾਂ ਨੂੰ ਤਾਂ ਪੂਜਦੇ ਹਾਂ, ਅਸੀਂ ਮਾਤਾ ਗੁਜਰੀ ਨੂੰ ਵੀ ਪੂਜਦੇ ਹਾਂ, ਮੱਥਾ ਵੀ ਟੇਕਦੇ ਹਾਂ, ਪਰ ਜਦੋਂ ਸਾਡੀਆਂ ਬੇਟੀਆਂ ਜਿਹੜੀਆਂ ਕੁਝ ਬਣਨਾ ਚਾਹੁੰਦੀਆਂ, ਕੁਝ ਕਰਨਾ ਚਾਹੁੰਦੀਆਂ, ਉਦੋਂ ਅਸੀਂ ਕਹਿੰਦੇ ਵੀ ਸਾਡੀ ਇੱਜ਼ਤ ਨੇ, ਸਾਡੀ ਇੱਜ਼ਤ ਰੋਲਦੀਆਂ ਨੇ ਇਹ, ਹੈ ਨਾ। ਇਹਦਾ ਮਤਲਬ ਇਹ ਨਹੀਂ ਹੁੰਦਾ, ਕਿਉਂਕਿ ਇੱਜ਼ਤ ਇਕੱਲੀ ਅਸੀਂ ਨਹੀਂ ਚੱਕੀ ਹੋਈ, ਇੱਜ਼ਤ ਮੁੰਡਿਆਂ ਨੇ ਵੀ ਚੱਕੀ ਹੁੰਦੀ ਆ। ਮੈਂ ਇੱਕ ਹੋਰ ਚੀਜ਼ ਹੋਰ ਕਹਿਣਾ ਚਾਹੂੰਗੀ ਵੀ ਇੱਜ਼ਤ ਪਤਾ ਕੀ ਹੁੰਦਾ, ਵੀ ਤੁਸੀਂ ਇੱਜ਼ਤ ਮਤਲਬ ਸਾਡੀ ਓਨੀ ਆ, ਕਿਉਂਕਿ ਅਸੀਂ ਵੀ ਸਮਾਜ ਦੇ ਵਿੱਚ ਰਹਿ ਰਹੇ ਹਾਂ, ਸਾਡੀ ਵੀ ਆਪਣੀ ਰਿਸਪੈਕਟ ਆ। ਹੁਣ ਜਿਸ ਵਾਲੇ ਇਹ ਵੀ ਕੀਤਾ ਜਾਵੇ ਵੀ ਜਿਹੜੇ ਮੁੰਡੇ ਨਸ਼ਾ ਖਾਂਦੇ ਆ ਉਹ ਪੇਰੈਂਟਸ ਦੀ ਬਹੁਤੀ ਇੱਜ਼ਤ ਬਣਾਉਂਦੇ ਆ, ਜਿਹੜੇ ਲੋਕ ਨਸ਼ਾ ਵੇਚਦੇ ਆ ਦੂਜਿਆਂ ਦੇ ਮੁੰਡਿਆਂ ਨੂੰ ਲਾਉਂਦੇ ਆ ਉਹ ਤੁਹਾਡੀ ਬਹੁਤੀ ਇੱਜ਼ਤ ਬਣਾਉਂਦੇ ਆ। ਪਰ ਇਕੱਲਾ ਕੁੜੀਆਂ ਦਾ ਭੱਜ ਕੇ ਵਿਆਹ ਕਰਾਉਣ ਦਾ ਹੀ ਨਹੀਂ ਇਸ਼ੂ ਹੁੰਦਾ ਇੱਥੇ। ਜੇ ਅਸੀਂ ਕੁੜੀਆਂ ਨੂੰ ਸਮਝੀਏ, ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਸਮਝੀਏ, ਕੋਈ ਕੁੜੀ ਉੱਦਾਂ ਨਹੀਂ ਬਣਦੀ। ਅੱਜ ਮੇਰਾ ਵਿਆਹ ਵੀ ਹੋਇਆ, ਸਾਰਾ ਕੁਝ ਹੋਇਆ, ਪਰ ਸਾਡੀ ਇੱਕ ਸਮਾਜ ਪ੍ਰਤੀ ਵੀ ਜ਼ਿੰਮੇਵਾਰੀ ਆ। ਜੇ ਅਸੀਂ ਸਾਡੇ ਸਿੱਖ ਇਤਿਹਾਸ ਨੂੰ ਵੀ ਅਸੀਂ ਵੇਖ ਰਹੇ ਹਾਂ, ਉਹਨਾਂ ਨੇ ਵੀ ਸਾਨੂੰ ਬਰਾਬਰੀ ਦੀ ਗੱਲ ਕੀਤੀ ਆ, ਲੜਨਾ ਸਿਖਾਇਆ ਤੇ ਗਲਤ ਗੱਲ ਦੇ ਖਿਲਾਫ ਬੋਲਣਾ ਸਿਖਾਇਆ ਨਾ। ਤਾਂ ਇਸ ਕਰਕੇ ਚਾਹੇ ਉਹ ਮੁੰਡਾ ਚਾਹੇ ਉਹ ਕੁੜੀ ਆ, ਦੋਨਾਂ ਨੂੰ ਇਸ ਗਲਤ ਦੇ ਖਿਲਾਫ ਬੋਲਣਾ ਚਾਹੀਦਾ। ਜੇ ਉਹਨਾਂ ਦੀ ਬੱਚੀ ਬੋਲਣਾ ਚਾਹੁੰਦੀ ਆ, ਪੇਰੈਂਟਸ ਨੂੰ ਤੇ ਸਪੋਰਟ ਕਰਨੀ ਚਾਹੀਦੀ ਵੀ ਹਾਂ ਇਹ ਠੀਕ ਆ, ਅਸੀਂ ਕੁਝ ਗਲਤ ਨਹੀਂ ਕਰ ਰਹੇ। ਅੱਜ ਬਹੁਤ ਸਾਰੇ ਪੇਰੈਂਟਸ ਮੈਨੂੰ ਤਾਂ ਵੇਖ ਕੇ ਕਹਿ ਦਿੰਦੇ ਆ ਧਰਨਿਆਂ 'ਚ ਵੀ ਕੁੜੀ ਬਹੁਤ ਸੋਹਣਾ ਬੋਲਦੀ ਆ, ਇੱਦਾਂ ਬੋਲਦੀ ਆ, ਘਰੇ ਜਾ ਕੇ ਵੀ ਕਹਿੰਦੇ ਆ। ਪਰ ਜਦੋਂ ਅਸੀਂ ਕਹਿੰਦੇ ਵੀ ਜਦੋਂ ਤੁਹਾਡੀ ਕੁੜੀ ਬੋਲਣਾ ਚਾਹੁੰਦੀ ਆ, ਉਦੋਂ ਅਸੀਂ ਕਹਿੰਦੇ ਵੀ ਕੁੜੀਆਂ ਨਹੀਂ ਜਾਣਗੀਆਂ ਬਾਹਰ, ਹੈ ਨਾ। ਵੀ ਉਹੀ ਗੱਲ ਵੀ ਭਗਤ ਸਿੰਘ ਤਾਂ ਜੰਮੇ ਪਰ ਜੰਮੇ ਗਵਾਂਢੀਆਂ ਦੇ ਨਾ, ਵੀ ਮਾਈ ਭਾਗੋ ਤਾਂ ਬਣੇ ਪਰ ਸਾਡੀ ਕੁੜੀ ਨਾ ਬਣੇ, ਕੋਈ ਹੋਰ ਬਣੇ। ਸੋ ਇਸ ਕਰਕੇ ਇਦਾਂ ਨਹੀਂ, ਸਾਨੂੰ ਜੇ ਅਸੀਂ ਆਪਣੀ ਹਿਸਟਰੀ ਯਾਦ ਰੱਖਾਂਗੇ, ਵਿਰਾਸਤ ਯਾਦ ਰੱਖਾਂਗੇ, ਤਾਂ ਹੀ ਸਾਡੇ ਲੋਕ ਅੱਗੇ ਵਧਣਗੇ, ਤਾਂ ਹੀ ਸਾਡੀਆਂ ਕੁੜੀਆਂ ਸੁਰੱਖਿਅਤ ਰਹਿਣਗੀਆਂ। ਜੇ ਉਹ ਆਪਣੇ ਲਈ ਵੀ ਬੋਲਣਾ ਸਿੱਖਣਗੀਆਂ ਤੇ ਹੋਰਾਂ ਲਈ ਵੀ ਬੋਲਣਾ ਸਿੱਖਣਗੀਆਂ, ਫਿਰ ਹੀ ਅਸੀਂ ਸਾਡੇ ਸਮਾਜ ਨੂੰ ਵਧੀਆ ਬਣਾ ਸਕਦੇ ਹਾਂ। ਇਸ ਕਰਕੇ ਇਹ ਚੀਜ਼ਾਂ ਨੂੰ ਵੀ ਅਸੀਂ ਬਰਾਬਰ ਦੇ ਵਿੱਚ ਹੀ ਲਈਏ। ਰਿਸਪੈਕਟ ਦੋਨਾਂ ਦੀ ਬਰਾਬਰ ਆ, ਮੁੰਡੇ ਦੀ ਵੀ ਕੁੜੀ ਦੀ ਵੀ। ਅਸੀਂ ਇਹਦੇ ਨਾਲ ਮਰਦਾਂ ਦੇ ਖਿਲਾਫ ਨਹੀਂ ਹੈ, ਪਰ ਜਿਹੜੀ ਪਿੱਤਰੀ ਸੱਤਾ ਹੈਗੀ ਆ ਸਾਡੀ, ਕੁੜੀਆਂ ਦੇ ਐਂਟੀ ਆ, ਉਹਦੇ 'ਚ ਬੰਦੇ ਵੀ ਆਉਂਦੇ, ਉਹਨਾਂ ਦੇ ਵੀ ਐਂਟੀ ਆ। ਸਾਨੂੰ ਇਹਨੂੰ ਵੀ ਖਤਮ ਕਰਨਾ ਚਾਹੀਦਾ ਤੇ ਇਕੁਐਲਿਟੀ ਦੀ ਭਾਵਨਾ ਨਾਲ ਦੋਨਾਂ ਨੂੰ ਅਸੈਪਟ ਕਰਨਾ ਚਾਹੀਦਾ। ਤੇ ਮੈਂ ਕੁੜੀਆਂ ਨੂੰ ਵੀ ਇੱਕ ਕਹੂੰਗੀ ਕਿ ਜ਼ਿੰਦਗੀ ਦੇ ਵਿੱਚ ਇਕੱਲਾ ਵਿਆਹ ਹੀ ਨਹੀਂ ਸਾਰਾ ਕੁਝ ਹੁੰਦਾ। ਜੇ ਤੁਸੀਂ ਵਧੀਆ ਕਰੋਗੇ, ਕੁਝ ਵਧੀਆ ਕਰੋਗੇ, ਲਾਜ਼ਮੀ ਆ ਕਿ ਅਸੀਂ ਆਪਣਾ ਵਰ ਵੀ ਜਿਹੜਾ ਆਪਣੇ ਵਰਗਾ ਚੁਣਾਂਗੇ, ਵਧੀਆ ਹੀ ਚੁਣਾਂਗੇ, ਲਾਜ਼ਮੀ ਆ। ਪੇਰੈਂਟਸ ਦੀ ਵੀ ਇੱਕ ਫਿਕਰ ਹੁੰਦੀ ਆ ਆਪਣੇ ਬੱਚਿਆਂ ਪ੍ਰਤੀ, ਕਿਉਂਕਿ ਸਾਡੀ ਸੁਸਾਇਟੀ ਨਹੀਂ ਵਧੀਆ ਹੈ ਨਾ। ਕੁੜੀਆਂ ਪ੍ਰਤੀ ਫਿਕਰ ਆ ਉਹਨਾਂ ਦੀ, ਇੱਕ ਫਿਕਰ ਉਹਨਾਂ ਦੀ ਜਾਇਜ਼ ਆ, ਬਿਲਕੁਲ ਜਾਇਜ਼ ਆ, ਕਿਉਂਕਿ ਇੱਥੇ ਅੱਜ ਇੱਕ ਮਤਲਬ 2 ਮਹੀਨਿਆਂ ਦੀ ਬੱਚੀ ਤੋਂ ਲੈ ਕੇ 75 ਸਾਲ ਦੀ ਬਜ਼ੁਰਗ ਔਰਤ ਤੱਕ ਸੁਰੱਖਿਅਤ ਨਹੀਂ ਹੈ ਇਸ ਦੇਸ਼ ਦੇ ਵਿੱਚ ਨਾ। ਲੇਕਿਨ ਉਹਦੇ ਜ਼ਿੰਮੇਵਾਰ ਵੀ ਅਸੀਂ ਆ। ਜੇ ਸਾਡੀ ਔਰਤਾਂ ਪ੍ਰਤੀ ਉਸ ਤਰ੍ਹਾਂ ਦੀ ਮੈਂਟੈਲਿਟੀ ਆ, ਸੋਚ ਆ ਸਾਡੀ ਉੱਦਾਂ ਦੀ, ਤਾਂ ਇਸ ਕਰਕੇ ਸਾਨੂੰ ਆਪਣੀ ਸੋਚ ਵੀ ਬਦਲਣੀ ਪਊਗੀ। ਕੁੜੀਆਂ ਨੂੰ ਬਰਾਬਰ ਦਾ ਮੈਦਾਨ 'ਚ ਆ ਕੇ ਲੜਨਾ ਸਾਨੂੰ ਸਿਖਾਉਣਾ ਪਊਗਾ। ਫਿਰ ਸਾਨੂੰ ਮੁੰਡੇ ਵੀ ਚੰਗੇ ਮਿਲਣਗੇ, ਸਾਡੇ ਨਸ਼ੇ ਵੀ ਦੂਰ ਹੋਣਗੇ, ਤੁਹਾਡਾ ਵੀ ਕੁੜੀਆਂ ਪ੍ਰਤੀ ਜਿਹੜੀ ਇੱਕ ਚਿੰਤਾ ਉਹ ਖਤਮ ਹੋਊਗੀ। ਇੱਕ ਭਰਾਵਾਂ ਦੀ ਭੈਣਾਂ ਪ੍ਰਤੀ ਚਿੰਤਾ ਜਿਹੜੀ ਆ, ਸਾਡੀ ਕੁੜੀ ਨੂੰ ਮੁੰਡਾ ਚੰਗਾ ਮਿਲੂ ਕਿ ਨਹੀਂ ਮਿਲੂ, ਉਹ ਵੀ ਖਤਮ ਹੋਊਗੀ ਜੇ ਸਾਡੀ ਸੁਸਾਇਟੀ ਵਧੀਆ ਹੋਊਗੀ। ਤੇ ਕੁੜੀਆਂ ਨੂੰ ਮੁੰਡੇ ਵੀ ਚੰਗੇ ਮਿਲਣਗੇ ਤੇ ਕੁੜੀਆਂ ਦੀਆਂ ਇੱਛਾਵਾਂ ਵੀ ਪੂਰੀਆਂ ਹੋਣ ਲੱਗਿਆ, ਕੋਈ ਨਹੀਂ ਭੱਜੂਗਾ। ਭੱਜਦਾ ਬੰਦਾ ਉਦੋਂ ਜਦੋਂ ਤੁਸੀਂ ਉਹਨਾਂ ਨੂੰ ਮਤਲਬ ਕੁਝ ਸਮਝਦੇ ਨਹੀਂ ਹੈਗੇ। ਜੇ ਬੰਦਾ ਪਰਿਵਾਰ ਮੰਨੇ ਤਾਂ ਕੁੜੀ ਕੋਈ ਭੱਜ ਕੇ ਨਾ ਵਿਆਹ ਕਰਾਵੇ। ਤਾਂ ਇਸ ਕਰਕੇ ਇਕੱਲਾ ਵਿਆਹ ਵੀ ਨਹੀਂ ਸਾਰਾ ਕੁਝ ਹੁੰਦਾ। ਦੁਨੀਆ 'ਚ ਬਹੁਤ ਕੁਝ ਅਸੀਂ ਕਰਨ ਲਈ ਆਏ ਆ। ਜ਼ਿੰਦਗੀ ਸਿਰਫ ਸਾਨੂੰ ਇੱਕ ਵਾਰ ਮਿਲਦੀ ਆ, ਨਾਲੇ ਅਸੀਂ ਜਵਾਨ ਹੈ। ਕਹਿੰਦੇ ਹੁੰਦੇ ਆ ਕਿ ਜਵਾਨੀ ਦੇ ਵਿੱਚ ਜੋਸ਼ ਤੇ ਹੋਸ਼ ਹੁੰਦਾ, ਤੇ ਜ਼ਿੰਮੇਵਾਰੀ ਇਹ ਲੜਕੀ ਤੇ ਲੜਕੇ ਦੋਨਾਂ ਸਿਰ ਆ। ਪਰ ਜਿਹੜਾ ਹੁਣ ਸਾਡੇ ਦੇਸ਼ 'ਚ ਸੰਘਰਸ਼ ਚੱਲ ਰਿਹਾ, ਬਹੁਤ ਵੱਡੀ ਪੱਧਰ ਤੇ ਚੱਲ ਰਿਹਾ ਵਾ, ਇਹਦੇ 'ਚ ਨੌਜਵਾਨਾਂ ਦਾ ਬਹੁਤ ਵੱਡੀ ਅਹਿਮ ਭੂਮਿਕਾ ਨਿਭਾਉਣ ਦੀ ਲੋੜ ਆ ਅੱਜ ਸਾਡੇ ਦੇਸ਼ ਦੀ। ਤੇ ਇਸ ਕਰਕੇ ਲੜਕੀਆਂ ਨੂੰ ਦੋਨਾਂ ਨੂੰ ਲੀਡਰ ਬਣ ਕੇ ਅੱਗੇ ਆਉਣਾ ਚਾਹੀਦਾ। ਨਾਇਕ ਜਿਹੜੇ ਹੁੰਦੇ ਆ ਨਾ, ਉਹ ਸੰਘਰਸ਼ਾਂ 'ਚ ਹੀ ਪੈਦਾ ਹੁੰਦੇ, ਕੋਈ ਵੀ ਉੱਪਰੋਂ ਡਿੱਗ ਕੇ ਨਹੀਂ ਆਉਂਦਾ। ਜਦ ਸਾਡੇ ਕੋਲੇ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਗੁਰੂ ਗੋਬਿੰਦ ਸਿੰਘ ਹੋਰੀ, ਮਾਤਾ ਗੁਜਰੀ ਜਾਂ ਮਾਈ ਭਾਗੋ ਹੋਰੀ ਹੈਗੇ ਨੇ, ਤਾਂ ਉਹਨਾਂ ਨੂੰ ਹਾਲਾਤਾਂ ਨੇ ਬਣਾਇਆ ਸੀਗਾ। ਅੱਜ ਦੇ ਹਾਲਾਤਾਂ 'ਚ ਬਹੁਤ ਸਾਰੇ ਨਾਇਕ ਪੈਦਾ ਹੋਣਗੇ, ਉਹ 'ਚ ਨਾਇਕ ਨਾਇਕਾਵਾਂ ਦੋਨੋਂ ਹੀ ਪੈਦਾ ਹੋਣੇ ਆ। ਇਸ ਕਰਕੇ ਅਸੀਂ ਵੱਧ ਚੜ੍ਹ ਕੇ ਕਰੀਏ ਲੜਕੇ ਲੜਕੀਆਂ। ਮੇਰਾ ਇਹੀ ਸੰਦੇਸ਼ ਹੋਊਗਾ ਸਾਰਿਆਂ ਨੂੰ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਹਰਦੀਪ ਕੌਰ ਕੋਟਲਾ, ਜਿਨ੍ਹਾਂ ਦੇ ਵੱਲੋਂ ਲਗਾਤਾਰ ਹੱਕੀ ਮੰਗਾਂ ਨੂੰ ਲੈ ਕੇ, ਚਾਹੇ ਉਹ ਕਿਸੇ ਵੀ ਖੇਤਰ ਦੇ ਨਾਲ ਜੁੜੀ ਹੋਵੇ, ਉਹਨਾਂ ਦੇ ਲਈ ਸੰਘਰਸ਼ ਕੀਤਾ ਜਾਂਦਾ ਲੋਕਾਂ ਦੇ ਲਈ। ਔਰ ਬੇਬਾਕੀ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਬਾਰੇ ਵੀ ਦੱਸਿਆ, ਪਰਿਵਾਰਕ ਪਿਛੋਕੜ ਵੀ ਦੱਸਿਆ, ਔਰ ਇਹ ਵੀ ਦੱਸਿਆ ਵੀ ਕਿਵੇਂ ਉਹਨਾਂ ਦੇ ਵੱਲੋਂ ਜੇਲ੍ਹ ਕੱਟੀ ਗਈ, ਬਾਦਲਾਂ ਦੇ ਨਾਲ ਆਡਾ ਲਿਆ, ਸਰਕਾਰਾਂ ਦੇ ਨਾਲ ਮੱਥਾ ਲਾਇਆ, ਤਾਂ ਅੱਜ ਵੀ ਉਹ ਸੰਘਰਸ਼ ਦੇ ਰਾਹ 'ਤੇ ਬਦਸਤੂਰ ਜਾਰੀ ਨੇ। ਬੇਸ਼ੱਕ ਪਰਿਵਾਰ ਅੱਜ ਕੈਨੇਡਾ ਦੇ ਵਿੱਚ ਹੈ, ਪਰ ਇਹਨਾਂ ਨੇ ਕੈਨੇਡਾ ਨੂੰ ਠੋਕਰ ਮਾਰ ਕੇ ਰਾਹ ਉਹ ਚੁਣਿਆ ਜਿਹੜਾ ਇੱਕ ਪਾਸੇ ਜੇਲ੍ਹ ਹੈ ਤੇ ਦੂਜੇ ਪਾਸੇ ਸੂਬੇ ਦੇ ਵਿੱਚ
ਲੋਕਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਦੇ ਲਈ ਸਰਕਾਰ ਨਾਲ ਆਡਾ ਲੈਂਦਿਆਂ ਸੰਘਰਸ਼ ਦੇ ਧਰਨਿਆਂ ਤੇ ਜਾ ਕੇ ਮੁੱਕਦਾ ਹੈ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਜਲੰਧਰ।